ਲਓ ਜੀ, ਸਵਾਗਤ ਤੁਹਾਡਾ ਇੱਕ ਵਾਰ ਫਿਰ ਤੋਂ। ਪ੍ਰੋਗਰਾਮ ਉਹੀ ਪ੍ਰਾਈਮ ਫੋਕਸ ਤੇ ਚੈਨਲ ਵੀ ਉਹੀ ਪ੍ਰਾਈਮ ਏਸ਼ੀਆ ਟੀਵੀ। ਹਾਂ, ਖਬਰਾਂ ਜ਼ਰੂਰ ਬਦਲ ਜਾਂਦੀਆਂ, ਪਰ ਹਾਂ ਲੜਾਈ ਇੱਕੋ ਹੀ ਚੱਲਦੀ ਪਈ ਹੈ। ਤੇ ਉਹ ਲੜਾਈ ਹੈ ਕਿ ਵੀ ਪੰਜਾਬ 'ਚ ਇਲੈਕਸ਼ਨਾਂ ਨੇ, ਇੱਕ ਤਾਂ ਹੁੰਦੀਆਂ ਇਲੈਕਸ਼ਨਾਂ, ਇੱਕ ਜਿਵੇਂ ਜਿਵੇਂ ਹੁਣ ਰਿਜ਼ਲਟ ਨੇੜੇ ਜਾਂ ਕਹਿ ਲਓ ਕਿ ਵੀ ਵੋਟਾਂ ਵਾਲਾ ਦਿਨ ਨੇੜੇ ਆਈ ਗਿਆ, ਉੱਦਾਂ ਉੱਦਾਂ ਇਲੈਕਸ਼ਨਾਂ ਹੋਈ ਜਾਣੀਆਂ। ਅਤੇ ਇਲੈਕਸ਼ਨਾਂ ਦੇ ਵਿੱਚ ਫਿਰ ਕਈ ਕੁਛ ਚੱਲਦਾ ਹੁੰਦਾ, ਅਤੇ ਉਹ ਕਹਿੰਦੇ ਵੀ ਹੁਣ ਇੱਧਰੋਂ ਉੱਧਰੋਂ ਖਬਰਾਂ ਵੀ ਆਉਣ ਲੱਗ ਪਈਆਂ ਵੀ ਕਈ ਕੁਛ ਚੱਲਣ ਲੱਗ ਪਿਆ ਜੀ। ਬਾਕੀ ਬਿਆਨ ਕਿਹੜੇ ਕਿਧਰੋਂ ਕੀ ਆਏ ਜੀ, ਕਦੀ ਕਹਿੰਦੇ ਕੋਈ ਪੱਥਰ ਵੱਜ ਗਿਆ, ਕਿਹਦੇ ਵੱਜਿਆ, ਫਿਰ ਕਹਿੰਦੇ ਨਹੀਂ ਪੱਥਰ ਨਹੀਂ ਵੱਜਿਆ। ਕੋਈ ਕਹਿੰਦਾ ਜੀ ਕਿ ਬਹੁਤ ਗਲਤ ਹੋ ਰਿਹਾ ਪੰਜਾਬ ਦੇ ਵਿੱਚ, ਕੋਈ ਕਹਿੰਦਾ ਜੀ ਸਾਰਾ ਕੁਛ ਸਹੀ ਆਪਾਂ ਹੀ ਕਰ ਦੇਣਾ। ਅਤੇ ਕੁਛ ਤਾਂ ਐਸੇ ਗੇੜੇ ਇੱਧਰੋਂ ਉੱਧਰ ਵੱਜ ਰਹੇ ਨੇ ਵੀ ਸਮਝੋ ਬਾਹਰ ਹੋਇਆ ਪਿਆ। ਅਤੇ ਗੱਲਾਂ ਬਾਤਾਂ ਕਰਨ ਲਈ ਆਪਣੇ ਨਾਲ ਵੀਰ ਪਰਮੀਤ ਬਾਠ ਹੋਰੀ। ਹੋਰ ਬਾਠ ਸਾਹਿਬ ਚੜ੍ਹਦੀ ਕਲਾ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਮਹਾਰਾਜ। ਟਾਈ ਨਵੀਂ ਲਾਈ ਲੱਗਦੀ ਨਹੀਂ, ਤੁਸੀਂ ਤੁਹਾਡੀ ਨਿਗਾਹ ਵੋਟਾਂ ਦੇ ਨੇੜੇ ਤੇੜੇ ਪੈਂਦੀ ਹੁੰਦੀ ਆਮ ਲੋਕਾਂ ਤੇ, ਲਾਈ ਦਾ ਕਈ ਵਾਰ। ਮੈਂ ਤਾਂ ਜਰਮਾਲ ਵੀ ਬੜਾ ਮੈਚਿੰਗ ਲਾਇਆ ਇਹ, ਜਾਂ ਦੋਵੇਂ ਚੀਜ਼ ਲੱਭ ਤੇ ਨਹੀਂ ਗਈਆਂ ਕਿਤੇ ਅੱਜ? ਨਹੀਂ ਲੱਭ ਨਹੀਂ ਗਈਆਂ ਇਹ ਜਾਂ ਕੋਈ ਇੱਥੇ ਤਾਂ ਨਹੀਂ ਦੇਗਾ ਬੰਦਾ ਇਹ WhatsApp ਥੋੜਾ ਰੱਖਿਓ ਖਿਆਲ ਮਾਰਾ ਟਾਈ ਲੈ ਕੇ ਨਹੀਂ ਜੀ, ਤੁਹਾਡੇ ਵਾਲੀਆਂ ਆਦਤਾਂ ਜੀ ਪਈਆਂ ਨਹੀਂ, ਕਿਉਂਕਿ ਮੈਂ ਕਿਹੜਾ ਕੁੱਕੜ ਗਿਣਨੇ ਲੀਡਰਾਂ ਦੇ ਘਰਾਂ ਦੇ। ਮੇਰੀ ਗੱਲ ਨਹੀਂ ਸਮਝੇ। ਸਾਡਾ ਕੰਮ ਤੇ ਇਹ ਆ ਵੀ ਭਾਈ ਸਾਹਿਬ ਅਗਲੇ ਨੂੰ ਇੱਕ ਵਾਰ ਕਹਿਣਾ ਵੀ ਜਿਹੜਾ ਜਿੱਦਾਂ ਮੰਨਦਾ ਉਹਨੂੰ ਉੱਦਾਂ ਬਣਾ ਲਓ। ਨਹੀਂ ਠੀਕ, ਟਾਈਆਂ ਦੇ ਤੁਸੀਂ ਸ਼ੌਕੀਨ ਹੈ। ਮੈਂ ਕਿਹਾ ਕਿਸੇ ਵੇਲੇ ਹੁੰਦਾ ਵੀ ਅਗਲਾ ਕਹਿੰਦਾ ਥੋੜਾ ਹਲਕਾ ਜਿਹਾ WhatsApp, ਥੋੜਾ ਜਿਹਾ ਪੈਰ ਨਾ ਰੱਖਿਓ ਰੇਸ ਤੇ। ਨਹੀਂ ਚਲੋ ਇਦਾਂ ਨਹੀਂ ਹੈ, ਕਿਉਂਕਿ ਉਹਨਾਂ ਨੂੰ ਪਤਾ ਮੈਨੂੰ ਕਿਸੇ ਨੇ ਕਹਿਣ ਨਹੀਂ ਆਉਣਾ। ਉਹਨਾਂ ਨੂੰ ਪਤਾ ਹੈ ਕਿ ਮੈਂ ਭਰਾ ਦੇ ਆਖੇ ਲੱਗਣਾ, ਇਸ ਕਰਕੇ ਸਾਰਾ ਸੌਦਾ ਭਰਾ ਨਹੀਂ ਮਾਰ ਦਿਓ। ਐ ਤਾਂ ਕਿਉਂ ਆਇਆ ਨਹੀਂ ਯਾਰ, ਕਮਾਲ ਹੋ ਗਿਆ। ਮੁੱਲ ਨਹੀਂ ਪਿਆ, ਸੁੱਕੇ ਹੀ ਰਗੜੇ ਗਏ। ਚਲੋ ਠੀਕ ਆ ਬਈ, ਕੀ ਕਰ ਸਕਦੇ ਹੋ। ਕਹਿੰਦੇ ਹੁੰਦੇ ਆ ਕਿ NRI ਵਿੰਗ ਬਹੁਤ ਨੇ ਸਿਆਸੀ ਪਾਰਟੀਆਂ ਦੇ, ਉਹ ਵੀ ਨਹੀਂ ਖਵਾਇਆ। ਆਹੋ, ਪਤਾ ਹੀ ਕੋਈ ਨਹੀਂ ਮਤਲਬ, ਜਾਂ ਤਾਂ ਉਹ ਪਿੱਛੋਂ ਹੀ ਕਹਿੰਦੇ ਹੋਣੇ, ਉਹ ਕਹਿੰਦੇ ਮੈਂ ਛੱਡੋ ਖੜਾ ਯਾਰ ਐਤਕੀ ਇਹਨਾਂ ਨਹੀਂ ਮੰਨਣਾ, ਇਹਨਾਂ ਨਹੀਂ ਜੇ ਮੰਨਣਾ। ਅੱਛਾ WhatsApp ਗੱਲ ਇਹ ਆ, ਇੱਕ ਮੇਰੀ ਗੱਲ ਸੁਣੋ। ਕਿਹੜੀ? ਚੇਤਾ ਹੀ ਆ ਗਿਆ, ਮੰਨਣ ਤੋਂ ਹੀ ਚੇਤਾ ਆ ਗਿਆ। ਸਾਧੂ ਸਿੰਘ ਧਰਮਸੋਤ ਸਾਹਿਬ ਸਾਬਕਾ ਕੈਬਨਿਟ ਮੰਤਰੀ ਸਟੇਜ ਤੇ ਬੈਠੇ, ਕਿਉਂਕਿ ਅੱਜ ਕੱਲ੍ਹ ਪ੍ਰਚਾਰ ਚੱਲਦਾ, ਸਾਰਿਆਂ ਨੂੰ ਸਵਾਲ ਪੁੱਛਦੇ ਆ ਲੋਕ, ਕੋਈ ਹੋਵੇ ਆਮ ਆਦਮੀ ਪਾਰਟੀ ਦਾ ਹੋਵੇ, ਅਕਾਲੀ ਹੋਵੇ, ਕਾਂਗਰਸੀ, ਭਾਜਪਾ ਵਾਲੇ, ਸਾਰਿਆਂ ਨੂੰ ਲੰਮੇ ਹੱਥੀ ਲੈਂਦੇ ਆ। ਲੋਕ ਅਸਲ 'ਚ ਤੰਗ ਨੇ। ਧਰਮਸੋਤ ਸਾਹਿਬ ਸੋਫੇ ਤੇ ਬੈਠੇ ਆ, ਸਟੇਜ ਲੱਗੀ ਆ, ਮੂਹਰੇ ਲੋਕ ਖੜੇ ਨੇ, ਤੇ ਹੋਰ ਵੀ ਲੀਡਰ ਇੱਕ ਅੱਧਾ ਮਾਈਕ ਲੈ ਕੇ ਖੜਾ ਹੈ। ਉਹ ਧਰਮਸੋਤ ਸਾਹਿਬ ਤੇ ਇੱਕ ਹੋਰ ਲੀਡਰ ਦੇ ਵਿਚਾਲੇ ਇੱਕ ਯੰਗ ਮੁੰਡਾ ਬੈਠਾ, ਯਾਨੀ ਮੰਨ ਲਓ ਕਿ 20 ਸਾਲ ਪਹਿਲਾਂ, 25 ਸਾਲ ਪਹਿਲਾਂ ਗੁਰਪ੍ਰੀਤ ਸੰਧਾਲੀਆ ਹੈ, ਯਾਨੀ 30-35 ਸਾਲ ਦਾ ਮੁੰਡਾ ਬੈਠਾ। 40 ਦਾ ਲਾਓ, ਮੈਨੂੰ ਰਿਟਾਇਰ ਕਦੋਂ ਕਰਾਉਣਾ। ਉਹਨਾਂ ਆਰਾਮ ਨਾਲ ਗੱਲ ਕਰੇ, ਵੀਡੀਓ ਪਾਈ ਆ ਸਾਰੇ ਨੇ। ਉਹ ਇੱਦਾਂ ਧਰਮਸੋਤ ਸਾਹਿਬ ਦੇਖੋ ਫਿਰ ਆਹ ਗੱਲ ਜੀ, ਪਲਾਟ ਦੀ ਗੱਲ, ਮੈਨੂੰ ਪਲਾਟ ਪਲੂਟ ਨਹੀਂ ਕੋਈ ਚਾਹੀਦਾ, ਮੈਂ ਕਮਾਈ ਕਰਕੇ ਲੈ ਲਊਂ। ਲੰਮੀਆਂ ਚੌੜੀਆਂ ਕਿੰਨੀਆਂ ਹੀ ਗੱਲਾਂ ਕਰਕੇ, ਮੈਨੂੰ ਨਹੀਂ ਪਤਾ ਕਿਹਨੇ ਜਿੱਤਣਾ। ਉਹ ਧਰਮਸੋਤ ਸਾਹਿਬ ਦੀ ਸਟੇਜ ਦੇ ਉੱਤੇ ਬੈਠ ਗਿਆ, ਆਮ ਆਦਮੀ ਪਾਰਟੀ ਜਿੰਦਾਬਾਦ ਜਿੰਦਾਬਾਦ ਕਰਕੇ ਉਤਰ ਗਿਆ। ਨਹੀਂ, ਇਹ ਜਿਹੜਾ ਕੰਮ ਹੈ ਨਾ, ਇਹਦੇ ਬੜੇ ਖਤਰਨਾਕ ਤਰੀਕੇ ਨਾਲ ਚੱਲਦਾ ਪਿਆ। ਹੁਣ ਇੱਕ ਹੋਰ ਵੀ ਮਾਨਸੇ ਤੋਂ ਸਿੱਧੂ ਮੂਸੇਵਾਲਾ ਹੋ ਰਹੀ, ਉਹ ਵੀ ਕੈਂਡੀਡੇਟ ਨੇ ਕਾਂਗਰਸ ਪਾਰਟੀ ਦੇ, ਉਹਨਾਂ ਦੀ ਇੱਕ ਵੀਡੀਓ ਵਾਇਰਲ ਹੋਈ ਫਿਰਦੀ ਹੈ। ਉਹ ਕਿਸੇ ਦੁਕਾਨ 'ਚ ਨਹੀਂ ਗਏ, ਤੇ ਉਹ ਕਿਉਂਕਿ ਨਾਲ ਪ੍ਰਚਾਰ ਤੇ ਕਰਨਾ ਹੀ ਹੈ ਜੀ, ਤੇ ਉਹਨਾਂ ਨੇ ਆ ਕੇ ਆਖਿਆ ਵੀ ਜੀ ਰੱਖਿਓ ਖਿਆਲ ਸਿੱਧੂ ਸਾਹਿਬ ਹੁਣ ਤੁਹਾਡੇ ਹਲਕੇ ਤੋਂ। ਕਹਿੰਦੇ ਨਾ ਜੀ ਨਾ, ਅਸੀਂ ਚੇਂਜ ਲੈ ਕੇ ਆਉਣੀ, ਬਦਲਾਅ ਲਿਆਉਣਾ। ਨਹੀਂ ਕੋਈ ਗੱਲ ਨਹੀਂ, ਬਦਲਾਅ ਤੇ ਆਉਣਾ ਆਪਾਂ ਇੱਥੇ। ਨਹੀਂ ਆ ਸਾਡੇ ਵੱਲੋਂ ਫਿਰ ਝਾੜੂ ਨੂੰ ਵੋਟਾਂ ਜੀ। ਉਹ ਫਿਰ ਹਾਰ ਕੇ ਸਿੱਧੂ ਮੂਸੇਵਾਲਾ ਸਾਹਿਬ ਵੀ ਕਹਿੰਦੇ ਯਾਰ ਵੀਰ, ਨਾ ਤੇ ਝਾੜੂ ਨੇ ਲਿਆਉਣੀ ਚੇਂਜ, ਨਾ ਪੰਜੇ ਨੇ, ਇਹਦਾ ਬੰਦੇ ਨੇ ਲਿਆਉਣੀ ਹੈ ਨਾ। ਇੱਦਾਂ ਹੀ ਇੱਕ ਆਮ ਆਦਮੀ ਪਾਰਟੀ ਦਾ ਕੈਂਡੀਡੇਟ ਵੀ ਆਪਣੇ ਸਾਥੀਆਂ ਦੇ ਨਾਲ ਗਿਆ ਸੀ, ਉੱਥੇ ਕਹਿੰਦੇ ਜੀ ਤਬਦੀਲੀ ਲਿਆਉਣੀ ਹੈ, ਬਹੁਤ ਜ਼ਰੂਰੀ ਹੈ। ਦੁਕਾਨ ਤੇ ਗਿਆ ਉਹ, ਦੇਲੀ ਜੀ ਤੇ ਖੜਾ, ਇੱਧਰਲੇ ਪਾਸੇ ਭੁੱਜੀ ਦੇ ਪੈਕਟ 'ਚ ਲਟਕਣ, ਇੱਧਰਲੇ ਪਾਸੇ ਟੌਫੀਆਂ ਦੀ 4 ਮਰਤਬਾਨ ਜਿਹਾ ਪੈ ਪਲਾਸਟਿਕ ਵਾਲੇ, ਜੇ ਚੋਂ ਐਂ ਕੱਢ ਕੇ ਆ 4 ਟੌਫੀਆਂ ਐਂ ਮਾਰ ਦਿੰਦੇ ਭਗਾ ਕੇ। ਉਹ ਜਾ ਕੇ ਜੀ ਚੇਂਜ ਲਿਆਉਣੀ ਹੈ, ਤਬਦੀਲੀ ਲਿਆਉਣੀ ਹੈ। ਉਹ ਸੁਣਦਾ ਰਿਹਾ, ਠੀਕ ਹੈ ਜੀ, ਠੀਕ ਹੈ ਜੀ। ਬਾਅਦ ਜੀ ਕਹਿੰਦਾ ਜੀ ਉਮੀਦਵਾਰ ਸਾਹਿਬ ਪਿਛਲੀ ਵਾਰੀ ਕਿਹੜੀ ਪਾਰਟੀ ਸੀ ਆਪਾਂ? ਉਮੀਦਵਾਰ ਸਾਹਿਬ ਨੇ ਸਕਿੰਟ ਤੇ ਨਹੀਂ ਲਾਏ, ਧੰਨਵਾਦ ਜੀ, ਚੰਗਾ ਜੀ, ਚੰਗਾ ਜੀ, ਚਲੀ। ਹਾਂਜੀ, ਇਹ ਜਿਹੜਾ ਕੰਮ ਹੈ ਨਾ, ਇਹ ਤਾਂ ਵੈਸੇ ਕਸੂਤਾ ਚੱਲ ਪਿਆ, ਪਰ ਇੱਕ ਗੱਲ ਹੈਗੀ ਹੈ, ਇਹ ਚੀਜ਼ ਹੋਣੀ ਚਾਹੀਦੀ ਸੀ। ਦੇਖੋ ਇਹ ਤਰੀਕਾ ਵੀ ਵਧੀਆ ਵੀ ਅਗਲਾ ਕਹਿੰਦਾ ਜੀ ਵੀਡੀਓ ਬਣਾਵਾਂਗੇ। ਇੱਕ ਹੋਰ ਵੀਡੀਓ ਹੈਗੀ, ਉਹ ਕਹਿੰਦਾ ਵੀ ਇੱਕ ਮਿੰਟ ਫੜੀ ਮਾੜਾ ਜਿਹਾ ਫੋਨ, ਉਹ ਬੰਦੇ ਆਉਂਦੇ ਆ ਪ੍ਰਚਾਰ ਕਰਨ ਵਾਲੇ, ਇਹਨਾਂ ਨੂੰ ਮੈਂ ਘੇਰ ਲੈ ਕੇ ਪੋਸਟਰ ਲਾਉਣ ਆਉਣੇ। ਇੱਕ ਮਿੰਟ ਰੱਖੀ ਤੂੰ ਥੋੜ੍ਹਾ ਬਣਾ ਕੇ ਜੇ ਆਂਦੀ ਆ ਜਾਓ ਆ ਜੀ। ਸੜਕ ਕਹਿੰਦੇ ਜੀ ਸਾਡੀ ਬਣੀ ਨੇ ਤੱਕ, ਹਾਲ ਸਾਡੇ ਤੁਸੀਂ ਵੇਖ ਲਓ ਕੀ ਆ, ਵੋਟਾਂ ਕਾਹਦੀਆਂ। ਉਹ ਸਮਝਾਉਂਦੇ ਆ ਨਹੀਂ ਗੱਲ ਕਾਹਦੀ। ਉਹ ਕਹਿੰਦੇ ਤੁਸੀਂ ਵੀਡੀਓ ਨਾ ਬਣਾਓਗੇ। ਵੀਡੀਓ ਕਿਉਂ ਨਾ ਬਣਾਓ, ਜੇ ਤੁਸੀਂ ਬਣਾਈ ਜਾਂਦੇ ਅਸੀਂ ਨਾ ਬਣਾਈਏ, ਦੱਸੋ। ਇੱਕ ਸੱਜਣ ਨੇ ਇੱਦਾਂ ਹੀ ਨਾ ਸੁਨੇਹਾ ਭੇਜਿਆ ਲਿਖ ਕੇ, ਉਹ ਕਹਿੰਦੇ ਜੀ ਤੁਸੀਂ ਸਾਡਾ ਸਿਰ ਖਾ ਲਿਆ। ਮੈਂ ਕਿਹਾ ਪਤਾ ਨਹੀਂ ਕੀ ਗੁਨਾਹ ਹੋ ਗਿਆ, ਆਹ ਬੰਦਾ ਆਹ ਪਾਰਟੀ ਛੱਡ ਕੇ ਇਸ ਪਾਰਟੀ ਸ਼ਾਮਲ ਹੋ ਗਿਆ, ਆਹ ਬੰਦਾ ਇੱਧਰੋਂ ਇਸ ਪਾਰਟੀ ਚਲਾ ਗਿਆ, ਆਹ ਬੰਦਾ 7ਵੇਂ ਦਿਨ ਮੁੜਿਆ ਆਇਆ, 15ਵੇਂ ਦਿਨ ਆ ਗਿਆ, ਪਿਛਲੇ ਸਾਲ ਇਸ ਪਾਰਟੀ ਸੀ, 2 ਪਾਰਟੀਆਂ ਬਦਲ ਗਿਆ। ਉਹ ਕਹਿੰਦੇ ਜੀ ਮੈਂ ਸਰਕਾਰੀ ਮੁਲਾਜ਼ਮ ਹਾਂ ਅਤੇ ਮੈਂ ਅਜੇ ਕੱਚਾ, ਪ੍ਰੋਬੇਸ਼ਨ ਪੀਰੀਅਡ ਚੱਲਦਾ ਹੁੰਦਾ ਨਾ ਇੱਕ। ਉਹ ਕਹਿੰਦੇ ਜੀ ਸਾਡਾ 3 ਸਾਲ ਦਾ ਪ੍ਰੋਬੇਸ਼ਨ ਪੀਰੀਅਡ ਆ, ਅਸੀਂ ਉਹ 'ਚ ਬਦਲੀ ਵੀ ਨਹੀਂ ਕਰਾ ਸਕਦੇ, ਸਾਡੀ ਤਨਖਾਹ ਵੀ ਹਿਸਾਬ ਕਿਤਾਬ ਦੀ ਹੁੰਦੀ ਹੈ, ਅਸੀਂ ਠੀਕ ਤਰੀਕੇ ਕੰਮ ਨਾ ਕਰੀਏ, ਸਾਡੀਆਂ ਸੇਵਾਵਾਂ ਹੋ ਸਕਦਾ ਪੱਕੀਆਂ ਵੀ ਨਾ ਹੋਣ। ਕਹਿੰਦੇ ਕਹਿ ਸੁਣ ਕੇ ਤੁਹਾਡੀ ਚੱਲਦੀ ਬੜੀ, ਉਹਨਾਂ ਨੂੰ ਐਂ ਲੱਗਦਾ ਖਰੇ ਸਾਡੀ ਚੱਲਦੀ ਬੜੀ ਆ ਵੀ ਲੀਡਰ ਜੇ ਸਾਡੇ ਨਾਲ ਆ ਕੇ ਬਹਿੰਦੇ, ਸਾਡੇ ਨਾਲ ਵੀ ਚੋਣਾਂ ਲੱਗ ਕੇ ਬਹਿੰਦੇ ਭਾਈ ਆ ਕੇ।
ਉਹ ਕਹਿੰਦੇ ਜੀ ਜੇ ਹੋ ਸਕੇ, ਜੇ ਬਾਕੀ ਸਾਰੇ ਪਾਸੇ ਪ੍ਰੋਬੇਸ਼ਨ ਪੀਰੀਅਡ ਹੋ ਸਕਦਾ ਕਿ ਪਹਿਲਾਂ ਤੁਹਾਨੂੰ ਕੰਮ ਕਰਦੇ ਵੇਖਣਾ ਕਿ ਤੁਸੀਂ ਠੀਕ ਹੋ ਕਿ ਨਹੀਂ, ਕਹਿੰਦੇ ਲੀਡਰਾਂ ਤੇ ਪਾਬੰਦੀ ਲਾ ਦਿਓ, ਜਦੋਂ ਇੱਕ ਪਾਰਟੀ ਜਾਂਦਾ ਟਿਕਟ ਮਿਲੇ ਨਾ ਮਿਲੇ ਉੱਥੇ ਸਾਲ 2 ਸਾਲ ਕੰਮ ਕਰਨਾ, ਮੁੜ ਕੇ ਹੀ ਪਾਰਟੀ ਬਦਲ ਸਕਦਾ, ਇਦਾਂ ਹੋ ਜਾਵੇ ਕਹਿੰਦੇ ਕੰਮ ਸੂਤ ਹੋ ਜਾਏ ਜੀ। ਉਹਨਾਂ ਦੀ ਖਾਹਿਸ਼, ਤਮੰਨਾ, ਇੱਛਾ ਬਹੁਤ ਸੋਹਣੀ ਆ ਜੀ, ਬੜੀ ਖੂਬਸੂਰਤ ਆ, ਪਰ ਦੇਖੋ ਇਹ ਕੰਮ ਨਹੀਂ ਕਰ ਸਕਦੇ। ਹਾਂ ਇਹ ਜ਼ਰੂਰ ਉਹ ਕਰ ਸਕਦੇ ਆ ਵੀ ਦੇਖੋ ਜੀ ਵੋਟਾਂ ਤੋਂ ਪਹਿਲਾਂ ਕਿ ਵੋਟਾਂ ਦੀ ਰਿਹਰਸਲ ਕਰਾਓ, ਅਸੀਂ ਪਹਿਲਾਂ ਦੇਖਿਆ ਕਰਨਾ ਵੀ ਬੰਦੇ ਨੂੰ ਬਟਨ ਨੱਪਣਾ ਆਉਂਦਾ ਸਾਡੀ ਪਾਰਟੀ ਦਾ, ਜੇ ਤੇ ਉਹ ਠੀਕ ਨੱਪੇ ਤੇ ਫਿਰ ਆਖਾਂਗੇ ਹਾਂਜੀ ਇਹ ਠੀਕ ਹੈ, ਜੇ ਅਗਲਾ ਗਲਤ ਨੱਪੇ ਨਹੀਂ 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 ਇਹਨਾਂ ਨੂੰ ਪਹਿਲਾਂ ਇਜਾਜ਼ਤ ਸਿਖਾਉਣੀ ਜੀ। ਇਹ ਭਾਵੇਂ ਉਹ ਕਰ ਲੈਣ, ਪਰ ਜਿਹੜੀ ਆਹ ਗੱਲ ਤੁਸੀਂ ਕਹਿੰਦੇ ਵੀ ਪਾਰਟੀਬਾਜ਼ੀ ਵਾਲੀ, ਇਹ ਕਿਤੇ ਬਲਵਿੰਦਰ ਲਾਡੀ ਉਹਨਾਂ ਤੇ ਲਾ ਕੇ ਤਾਂ ਨਹੀਂ ਕੀਤੀ ਉਹਨਾਂ ਨੇ? ਨਹੀਂ ਬਿਲ, ਮੇਰੀ ਇੱਕ ਗੱਲ ਸੁਣ ਲਓ, ਅੱਜ ਮੈਂ ਕਹਿੰਦਾ ਜਿਹੜੇ ਬੰਦੇ ਰਿਕਾਰਡ ਹੋਲਡਰ ਹੁੰਦੇ ਆ ਨਾ ਉਹਨਾਂ ਦਾ ਨਾਮ ਲੈਣਾ ਸਤਿਕਾਰ ਨਾਲ। ਜਾਣੀ ਟੀਮ ਹੁੰਦੀ ਆ ਕਬੱਡੀ 'ਚ, ਮੰਨ ਲਓ 8 ਜਣੇ ਖੇਡਦੇ ਆ, 2 ਜਣੇ ਮੇਰੇ ਵਰਗੇ ਬਾਹਰ ਬੈਠੇ ਉਸ ਕਰਕੇ ਕਿ ਜੇ ਟੀਮ ਤੇ ਭੀੜ ਪਈ, ਜੇ ਨੰਬਰ ਬਹੁਤੇ ਘਟ ਗਿਆ ਫੇਰ ਆਣਾ ਹੀ ਦਮ ਪਾਉਣ। ਕਈ ਬੰਦੇ ਹੁੰਦੇ 4 ਬੰਦੇ ਸਟਾਪਰ, ਜਾਣੀ ਕਿ ਜਾਫੀ, ਕਈ ਬੰਦੇ ਹੁੰਦੇ ਧਾਵੀ, ਕਈ ਬੰਦੇ ਤੁਹਾਡੇ ਵਰਗੇ ਹੁੰਦੇ ਆ ਕਿ ਜਦੋਂ ਟੀਮ ਨੂੰ ਲੋੜ ਪਈ ਤਾਂ ਕਹਿਣਾ ਕੋਈ ਗੱਲ ਨਹੀਂ ਮੈਂ ਰੇਡ ਪਾ ਕੇ ਹੁਣ ਮੈਂ ਜੱਫਾ ਵੀ ਲਾਉਣਾ ਭੱਜ ਕੇ। ਉਹਨਾਂ ਦੇ ਵਿੱਚੋਂ 8 ਬੰਦਿਆਂ ਦਾ ਨਾਂ ਨਹੀਂ ਕਿਸੇ ਨੂੰ ਚੇਤਾ ਹੁੰਦਾ, ਇੱਕ ਅੱਧੇ ਦਾ ਹੀ ਚੇਤਾ ਹੁੰਦਾ ਕਿ ਭਾਈ ਉਹ ਆ ਗਿਆ ਤਾਂ ਰੇਡ ਲੈਣੀ। ਬਲਵਿੰਦਰ ਸਿੰਘ ਲਾਡੀ ਸ਼੍ਰੀ ਹਰਗੋਬਿੰਦਪੁਰ ਸਾਹਿਬ ਦੇ MLA ਸਾਹਿਬ, ਉਹ ਖਿਡਾਰੀ ਨੇ ਸਿਆਸਤ ਦੇ ਜਿਨ੍ਹਾਂ ਦੇ ਉੱਤੇ ਸਾਰਿਆਂ ਨੂੰ ਲੱਗਦਾ ਕਿ ਭਾਈ ਇਹ ਰਿਕਾਰਡ ਬੋਲਦੇ ਆ ਤੇ ਜਿਹੜੇ ਟੁੱਟਣੇ ਹੈ ਨਹੀਂ। ਮੈਂ ਬਿਲਕੁਲ ਨਹੀਂ ਸਹਿਮਤ ਇਹਦੇ ਨਾਲ। ਦੇਖੋ ਮੈਂ ਇਹਦੀ ਫਿਰ ਐਕਸਕਿਊਜ਼ ਦੇ ਰਿਹਾ, ਮੈਂ ਭਰਾ ਨਾਲ ਲੜ ਸਕਦਾ। ਤਰਨ ਚੋਗ ਸਾਹਿਬ ਨੂੰ ਜਾਣਦੇ? ਤਰਨ ਚੋਗ ਸਾਹਿਬ ਨੇ ਉਹਨਾਂ ਨੂੰ ਸ਼ਾਮਲ ਕਰਾਇਆ BJP 'ਚ। ਹੁਣ ਤੁਸੀਂ ਆਪੇ ਕਿਹਾ ਵੀ ਜਿਹੜਾ ਬੰਦਾ ਰਿਕਾਰਡ ਹੋਲਡਰ ਹੁੰਦਾ ਉਹਦੇ ਨਾਂ ਬੋਲਦੇ ਆ ਜੀ। ਹੁਣ ਤਰਨ ਚੋਗ ਸਾਹਿਬ ਨੇ ਬਲਵਿੰਦਰ ਲਾਡੀ ਉਹਨਾਂ ਨੂੰ ਸ਼ਾਮਲ ਕਰਾਇਆ ਤੇ ਬਹਿ ਕੇ ਜਦੋਂ ਸੰਬੋਧਨ ਕਰਨ ਲੱਗੇ, ਬਲਜਿੰਦਰ ਲਾਡੀ ਲਾਗੋਂ ਫਤਿਹ ਜੰਗ ਸਿੰਘ, ਨਹੀਂ ਬਲਵਿੰਦਰ ਲਾਡੀ ਲੈ ਦੱਸ ਹੱਦ ਹੋ ਗਈ। ਜਿਹੜੇ ਬੰਦਿਆਂ ਦੇ ਕੋਲ ਬੰਦਾ ਦੂਜੀ ਵਾਰ ਸ਼ਾਮਲ ਹੋਣ ਡਿਆ ਉਹਨਾਂ ਨੂੰ ਤਾਂ ਜੇ ਨਾਂ ਨਹੀਂ ਚੇਤੇ ਹੁੰਦਾ ਵੀ ਮੌਜੂਦਾ MLA ਸਾਹਿਬ ਆ ਗਏ ਨੇ ਵੀ ਬਲਵਿੰਦਰ ਲਾਡੀ ਹੈ ਕਿ ਬਲਜਿੰਦਰ ਲਾਡੀ, ਤੁਸੀਂ ਕਹਿੰਦੇ ਰਿਕਾਰਡ ਬੋਲਦੇ। ਦੇਖੋ ਲੀਡਰਾਂ 'ਚ ਨਹੀਂ ਲੋਕਾਂ 'ਚ ਨਾ ਬੋਲਦਾ, ਕੰਮ ਬੋਲਦੇ ਹੁੰਦੇ ਆ। ਸੰਧਾਲੀਆ ਸਾਹਿਬ ਪਾਰਟੀ ਦੇ ਪ੍ਰਤੀ ਵਫਾਦਾਰੀ ਬੋਲਦੀ ਹੁੰਦੀ ਹੈ। ਜਿਹੜਾ ਬੰਦਾ ਸਿਧਾਂਤਾਂ ਦੇ ਉੱਤੇ ਖੜਾ ਹੋਵੇ ਨਾ ਉਹਦੇ ਨਾਂ ਦੀ ਗੱਲ ਨਹੀਂ ਹੁੰਦੀ, ਕਿਉਂਕਿ ਪਾਰਟੀ ਦੇ ਅੰਦਰ ਰਹਿ ਕੇ ਅਨੁਸ਼ਾਸਨ ਦੇ ਵਿੱਚ ਰਹਿ ਕੇ ਹੀ ਕੰਮ ਸਾਰੇ ਹੁੰਦੇ ਆ। ਹੁਣ ਤੁਸੀਂ ਕਿਹੜੀ ਪਾਰਟੀ ਵੀ ਮੈਂ ਦੱਸਣ ਲੱਗਿਆ, ਉਹਨਾਂ ਦੇ ਹਲਕੇ ਵਾਲੇ ਵਿਚਾਰੇ ਉਹ ਕਹਿੰਦੇ ਵੀ ਸਾਨੂੰ ਇੱਕ ਵਾਰ ਕੋਈ ਬੁਲਾਵੇ ਤੇ ਸਹੀ ਆਣ ਕੇ। ਸੰਧਾਲੀਆ ਸਾਹਿਬ ਮੈਨੂੰ ਚੇਤਾ ਆ ਗਿਆ 2017 ਦੇ ਵਿੱਚ ਜਦੋਂ ਲਾਡੀ ਸਾਹਿਬ ਨੂੰ ਟਿਕਟ ਮਿਲੀ ਨਾ, ਮੈਂ ਪਹਿਲਾਂ ਬਹੁਤਾ ਨਾਂ ਉਹਨਾਂ ਦਾ ਐਜ਼ ਏ ਲੀਡਰ ਨਹੀਂ ਸੀ ਕਦੇ ਸਤਿਕਾਰਤ ਤੌਰ ਦੇ ਉੱਤੇ ਕਿ ਬਹੁਤ ਵੱਡੇ ਲੀਡਰ। ਹੁਣ ਚਲੋ ਟਿਕਟ ਮਿਲੀ ਕੋਈ ਗੱਲ ਨਹੀਂ, ਸ਼ਾਨ ਨਾ ਜਿੱਤੇ। ਉਹਦੇ ਤੋਂ ਬਾਅਦ ਇੱਕ ਵਾਰੀ ਉਹਨਾਂ ਦੀ ਚਰਚਾ ਉਦੋਂ ਆਈ ਸੀ ਜਦੋਂ ਬਾਜਵਾ ਸਾਹਿਬ ਪ੍ਰਤਾਪ ਸਿੰਘ ਹੋਰੀ ਬੈਠੇ ਉੱਥੇ ਸਾਰੇ ਜਾਣੇ, ਤਾਂ ਉਹ ਕਹਿੰਦੇ ਮੈਂ ਪ੍ਰਤਾਪ ਸਿੰਘ ਬਾਜਵਾ ਨੂੰ ਮੁੱਖ ਮੰਤਰੀ ਦੇ ਤੌਰ ਦੇ ਉੱਤੇ ਦੇਖਣਾ ਚਾਹੁੰਦਾ। ਚਲੋ ਠੀਕ ਹੈ, ਉਦੋਂ ਵੀ ਬੜਾ ਰੌਲਾ ਪਿਆ। ਫਿਰ ਉਹ ਕਹਿੰਦੇ ਜੀ ਗੱਲ ਮੇਰੀ ਗੋਲ ਘੋਲ ਕੇ ਇਦਾਂ ਐਂ ਕਰਕੇ ਕੀਤੀ ਗਈ। ਫਿਰ ਅਚਾਨਕ ਜਦੋਂ ਸਵਾ ਕੁ ਮਹੀਨਾ ਪਹਿਲਾਂ ਉਹ ਤੇ ਫਤਿਹ ਜੰਗ ਸਿੰਘ ਬਾਜਵਾ ਸਾਹਿਬ ਦੋਨੋਂ ਜਣੇ ਇੱਕੋ ਦਿਨ 2 MLA ਜਦੋਂ ਸੱਤਾਧਾਰੀ ਧਿਰ ਨੂੰ ਛੱਡ ਕੇ ਭਾਜਪਾ ਚਲੇ ਗਿਆ, ਰੌਲਾ ਪੈ ਗਿਆ। ਉਹਨਾਂ ਦੇ ਘਰੇ ਨਾ ਇੱਕ ਬੋਰਾ ਜਿਹਾ ਆਇਆ ਜਿਹਦੇ ਵਿੱਚ ਭਾਰਤੀ ਜਨਤਾ ਪਾਰਟੀ ਦੀਆਂ ਝੰਡੀਆਂ, ਬੈਨਰ ਜੇ ਉਹ ਸਾਰਾ ਕੁਛ ਹੀ ਸੀਗਾ। ਉਹ ਜੇ ਬੰਦ ਹੀ ਪਿਆ ਸੀ, ਬਹੁਤਾ ਨਹੀਂ ਸੀ ਖੁੱਲ੍ਹਾ। ਇੰਨੇ ਚਿਰ ਨੂੰ ਉਹਨਾਂ ਨੇ ਫਿਰ ਤਸਵੀਰਾਂ ਆ ਗਈਆਂ ਕਿ ਉਹ ਇੱਕ ਪਾਸੇ ਮਨਪ੍ਰੀਤ ਸਿੰਘ ਬਾਦਲ ਖੜੇ ਸੀ, ਦੂਜੇ ਪਾਸੇ ਚੰਨੀ ਸਾਹਿਬ ਖੜੇ ਸੀ, ਵਿਚਾਲੇ ਬਲਵਿੰਦਰ ਸਿੰਘ ਲਾਡੀ ਸਾਹਿਬ ਸੀ ਤੇ ਚੰਨੀ ਸਾਹਿਬ ਤਿਆਰੀ ਕਰਦੇ ਸੀ ਕਿ ਹੁਣ ਕਾਂਗਰਸ ਪਾਰਟੀ ਵਾਲਾ ਪਰਨਾ ਉਹਨਾਂ ਦੇ ਗਲ 'ਚ ਪਾਉਣੇ। 7 ਦਿਨਾਂ ਦੇ ਵਿੱਚ ਜਦੋਂ ਵਾਪਸੀ ਹੋ ਗਈ ਤਾਂ ਪੱਤਰਕਾਰਾਂ ਨੇ ਪੁੱਛਿਆ ਲਾਡੀ ਸਾਹਿਬ ਕੀ ਗੱਲ ਹੋ ਗਈ, ਤੁਸੀਂ ਕਹਿੰਦੇ ਮੋਤਬਰ ਬੰਦੇ ਨਹੀਂ ਮੰਨਦੇ, ਪੰਚ ਸਰਪੰਚ ਸਾਰਿਆਂ ਨੇ ਕਿਹਾ ਕਿ ਆਹ ਕੀ ਕਰ ਦਿੱਤਾ ਲਾਡੀ ਸਾਹਿਬ, ਪਾਰਟੀ ਕਾਂਗਰਸ ਮਾਂ ਪਾਰਟੀ ਆ, ਜਿਹੜੀ ਪਾਰਟੀ ਨੇ ਜਿਤਾਇਆ ਹੀ ਕੰਮ ਐ ਨਾ ਕਰੋ। ਮੈਂ ਕਹਿੰਦੇ ਗੱਲ ਸੁਣੀ, ਮੁੱਖ ਮੰਤਰੀ ਸਾਹਿਬ ਨੂੰ ਟੈਲੀਫੋਨ ਕੀਤਾ, ਉਹ ਕਹਿੰਦੇ ਆ ਜਾਓ ਮਨਪ੍ਰੀਤ ਸਿੰਘ ਬਾਦਲ ਬੰਦੇ ਬੜੇ ਚੰਗੇ ਆ, ਤੇ ਉਹਨਾਂ ਨੇ ਇਹ ਵੀ ਕਿਹਾ ਕਿ ਟਿਕਟ ਦੀ ਗੱਲ ਕੋਈ ਗੱਲ ਨਹੀਂ, ਟਿਕਟ ਤਾਂ ਤੁਹਾਨੂੰ ਹੀ ਦੇਣੀ ਆ। ਤੇ ਜਦੋਂ ਉਹ ਜੇ ਚੰਡੀਗੜ੍ਹ ਹੀ ਸੀਗੇ, ਪੱਤਰਕਾਰ ਬਲਵਿੰਦਰ ਸਿੰਘ ਲਾਡੀ ਸਾਹਿਬ ਦੇ ਘਰ ਪਹੁੰਚ ਗਿਆ। ਪਹਿਲਾਂ ਤਾਂ ਘੰਟਾ ਗੇਟ ਨਾ ਖੁੱਲ੍ਹਾ। ਇਹ ਜਦੋਂ ਭਾਜਪਾ 'ਚ ਉਹਨਾਂ ਦੀ ਵਾਪਸੀ ਕਾਂਗਰਸ 'ਚ ਹੋਈ ਆ, ਇਹ ਪਿਛਲੀ ਵਾਰ ਦੀਆਂ ਗੱਲਾਂ ਕਰਦਾ ਮੈਂ, ਤਾਂ ਪੱਤਰਕਾਰ ਉਹਨਾਂ ਨੇ ਫਿਰ ਗੇਟ ਖੋਲ੍ਹਿਆ, ਪੱਤਰਕਾਰ ਉੱਥੇ ਬੈਠੇ ਤੇ ਇੱਕ ਬੋਰਾ ਜਿਹਾ ਪਿਆ ਉੱਥੇ, ਤਾਂ ਉੱਦਾਂ ਤਾਂ ਉਹਦੇ ਵਿੱਚ ਸਮਾਨ ਪਾਤਾ ਸੀ ਚੰਗੀ ਤਰ੍ਹਾਂ, ਪਰ ਇੱਕ ਗੱਲ ਭੁੱਲ ਗਿਆ ਕਿ ਉਹਨੂੰ ਸੀ ਵੀ ਦੇਈਦਾ, ਉਹਦਾ ਮੂੰਹ ਬੰਨ੍ਹ ਦੇਈਦਾ। ਉਹਦੇ ਵਿੱਚੋਂ ਹੌਲੀ ਹੌਲੀ ਭਾਰਤੀ ਜਨਤਾ ਪਾਰਟੀ ਦੇ ਝੰਡੇ ਬਾਹਰ ਨੂੰ ਆਉਂਦੇ ਸੀ ਤੇ ਉਹ ਸ਼ਾਮਲ ਕਾਂਗਰਸ ਪਾਰਟੀ 'ਚ ਹੋ ਗਏ ਸੀ। ਨਹੀਂ ਇਹ ਕਈ ਕੁਛ ਹੋਇਆ ਦੇਖੋ, ਪਰ ਇੱਕ ਗੱਲ ਆਪਾਂ ਤਰੀਕ ਯਾਦ ਕਰਾਈਏ, ਲੋਕਾਂ ਨੂੰ ਬਹੁਤਾ ਚੇਤਨ ਹੈ। ਤੇ 27-28 ਦਸੰਬਰ ਨੂੰ ਉਹ ਪਹਿਲਾਂ ਕਾਂਗਰਸ 'ਚੋਂ BJP ਜਾਂਦੇ, ਫਿਰ ਜਨਵਰੀ ਦੇ ਪਹਿਲੇ ਹਫ਼ਤੇ ਮੁੜੇ ਆਉਂਦੇ ਆ। ਆਹੀ ਗੱਲ ਆ ਨਾ, ਉਹ ਸਾਲ ਬਾਅਦ ਮੁੜੇ ਸੀ। ਨਹੀਂ ਲੋਕ ਕਹਿੰਦੇ 21 'ਚ ਮੈਂ ਗਿਆ, ਫਿਰ ਮੈਂ 22 'ਚ ਆ ਗਿਆ। ਆਹ ਇਹ ਤੇ ਗੱਲ ਹੈਗੀ। ਅੱਛਾ, ਉਦੋਂ ਬਾਅਦ 15 ਕੁ ਜਨਵਰੀ ਦੇ ਲਾਗੇ ਬੰਨੇ ਟਿਕਟ ਅਨਾਊਂਸ ਹੋ ਗਈ ਜੀ, ਤੇ ਲਾਡੀ ਸਾਹਿਬ ਨੂੰ ਨਹੀਂ ਮਿਲੀ ਟਿਕਟ। ਸ਼ਾਮਾਂ ਨੂੰ ਕਹਿੰਦੇ ਹਾਂ ਫਿਰ ਚਲੋ ਜੀ ਪਾਰਟੀ ਨੇ ਸੋਚਿਆ ਹੋਊਗਾ, ਉਹ ਆਪਣੇ ਭਾਈਚਾਰੇ ਵਾਲਿਆਂ ਨਾਲ ਪੁੱਛ ਲਿਆ ਕਿ ਲਾਡੀ ਸਾਹਿਬ ਫਿਰ ਇਦਾਂ ਤਾਂ ਨਹੀਂ ਹੋਇਆ ਵੀ ਤੁਸੀਂ ਉਦੋਂ ਪਲਾਕੀ ਮਾਰ ਗਏ ਸੀ। ਹੋ ਸਕਦਾ ਪਾਰਟੀ ਨੇ ਸੋਚਿਆ ਵੀ ਚਲੋ ਕਿਸੇ ਵੇਲੇ ਹੋ ਹੀ ਜਾਂਦੀ ਗਲਤੀ, ਆਹੋ
ਪਰ ਉਹ ਜਿਸ ਹਿਸਾਬ ਨਾਲ ਮੈਂ ਸੋਚਦਾ ਵੀ ਚਲੋ 15 ਜਨਵਰੀ ਆ ਉਦੋਂ ਬਾਅਦ ਕਹਿੰਦੇ ਨਹੀਂ ਕਹਿੰਦੇ ਹੁਣ ਜਿਹਨਾਂ ਨੂੰ ਮਿਲ ਗਈ ਟਿਕਟ ਆਪਾਂ ਹੁਣ ਠੋਕ ਕੇ ਕੰਮ ਕਰਨ ਨਾਲ ਯਾਰ ਮਹੀਨਾ ਤੇ ਕੱਢਦੇ 15 ਫਰਵਰੀ ਨੂੰ ਮਹੀਨਾ ਹੋਣਾ ਜੇ ਉੱਧਰ ਦੱਸੋ ਵਾਪਸ ਉਹਨੇ ਜਿਹਨੂੰ ਦੁਬਾਰਾ ਤਰਨਚੋਗ ਸਾਹਿਬ ਨੂੰ ਸੱਦ ਲਿਆ ਤਰਨਚੋਗ ਸਾਹਿਬ ਆਂਦੇ ਵੀ ਹੁਣ ਉਹਨਾਂ ਨੇ ਇਹ ਨਹੀਂ ਕਿਹਾ ਲਾਡੀ ਸਾਹਿਬ ਉਹ ਕਹਿੰਦੇ ਲਾਡੀ ਭਾਜੀ ਆ ਗਏ ਨੇ ਹੁਣ ਦੇਖਿਓ ਤੁਸੀਂ ਵੱਟ ਕਿੱਦਾਂ ਕੱਢਦੇ ਇਹ ਸੰਧਾਲੀਆ ਸਾਹਿਬ ਵੈਸੇ ਕਮਾਲ ਦੀ ਗੱਲ ਹੈ ਕਿ ਉਹ ਹੁਣ ਦੁਬਾਰਾ ਭਾਜਪਾ ਦੇ ਵਿੱਚ ਚਲੇ ਗਿਆ ਕੋਈ ਗੱਲ ਨਹੀਂ ਕੋਈ ਕਾਨੂੰਨ ਦੀ ਉਲੰਘਣਾ ਨਹੀਂ ਕੀਤੀ ਕੋਈ ਸੰਵਿਧਾਨ ਦੀ ਉਲੰਘਣਾ ਨਹੀਂ ਕੀਤੀ ਕੋਈ ਐਸੀ ਗੱਲ ਨਹੀਂ ਕੀਤੀ ਕੋਈ ਬੰਦਾ ਉਹਨਾਂ ਦੇ ਉੱਤੇ ਪਰਚਾ ਕਰਾ ਦੇਵੇ ਬੰਦੇ ਦਾ ਲੋਕਤੰਤਰੀ ਆਪਣਾ ਹੱਕ ਹੈ ਪਰ ਇਹ ਸਾਰੀ ਚੀਜ਼ ਦੇ ਵਿੱਚੋਂ ਇੱਕ ਚੀਜ਼ ਜਿਹੜੀ ਕਿ ਸਿੱਖਣ ਵਾਲੀ ਹੈ ਆਪਣੇ ਬੰਦਿਆਂ ਨੇ ਇੱਕ ਹਫ਼ਤਾ ਰਹਿ ਗਿਆ ਵੋਟਾਂ ਪੈਣ 'ਚ ਆਪਾਂ ਬੂਥ ਲਾਉਣ ਤੋਂ ਲੜਨਾ ਆਪਾਂ ਝੰਡੀਆਂ ਲਾਉਣ ਤੋਂ ਲੜਨਾ ਆਪਾਂ ਇੱਕ ਦੂਸਰੇ ਦੇ ਕਿਉਂਕਿ ਕਈ ਬੰਦੇ ਹੁੰਦੇ ਆ ਜਿਨ੍ਹਾਂ ਨੂੰ ਫੜ ਕੇ ਵੋਟ ਪਾਉਣ ਲਿਜਾਣਾ ਪੈਂਦਾ ਉਹ ਥੋੜ੍ਹੇ ਹੁੰਦੇ ਆ ਜਾਣੀ 2-3 ਬੜੀ ਹੱਦ ਵੱਡੇ ਪਿੰਡਾਂ 'ਚ 5 ਨਹੀਂ ਤਾਂ 7 ਉਹਦੇ ਤੋਂ ਅਸੀਂ ਲੜ ਕੇ ਇੱਕ ਦੂਜੇ ਨਾਲ ਝਗੜੇ ਕਰ ਲਈ ਤੇ ਸਿਰ ਪਾੜਦੀ ਤੇ ਕਿ ਆਹ ਵੋਟ ਤਾਂ ਮੈਂ ਲੈ ਕੇ ਜਾਣੀ ਕਿਉਂਕਿ ਪਤਾ ਹੁੰਦਾ ਜਿਹੜਾ ਲਿਜਾਊ ਉਹੀ ਪਾਊ ਬਿਲਕੁਲ ਲੜਨ ਦੀ ਲੋੜ ਨਹੀਂ ਇੱਕ ਸਾਂਝਾ ਪੋਲਿੰਗ ਬੂਥ ਲਾਇਓ ਜਿਹੜੇ ਬੰਦੇ ਪਿਛਲੀ ਵਾਰ ਦੇ ਸਰਪੰਚੀ ਦੇ ਲੰਬੜਦਾਰੀ ਦੇ ਝਗੜੇ ਦੇ ਵੇਲੇ ਬੋਲਦੇ ਨਹੀਂ ਜਾਂ ਕਿਸੇ ਨੇ ਕਿਸੇ ਦੀ ਮਿਲਣੀ ਨਹੀਂ ਕਰਾਈ ਜਾਂ ਵਿਆਹ ਦੇ ਉੱਤੇ ਕਾਰਡ ਨਹੀਂ ਦਿੱਤਾ ਜਾਂ ਸਾਈਕਲ ਮੰਗਿਆ ਸੀ ਉਹ ਨਹੀਂ ਦਿੱਤਾ ਜਾਂ ਵੱਟ ਬੰਨੇ ਦਾ ਰੌਲਾ ਭਾਈ ਜੇ ਤੁਹਾਨੂੰ ਲੱਗਦਾ ਲੈ ਮੈਂ ਕਿੱਦਾਂ ਜਾਵਾਂ ਉਹ ਮੇਰੇ ਘਰੇ ਆਵੇ ਬਲਵਿੰਦਰ ਸਿੰਘ ਲਾਡੀ ਸਾਹਿਬ ਤੋਂ ਸਿੱਖੋ MLA ਸਾਹਿਬ ਨੇ ਲੱਖਾਂ ਲੋਕਾਂ ਦੀ ਪ੍ਰਤੀਨਿਧਤਾ ਕਰਦੇ ਆ ਜੇ ਉਹ ਮਹੀਨੇ ਦੇ ਵਿੱਚ 4 ਗੇੜੇ ਮਾਰ ਸਕਦੇ ਆ ਤਾਂ ਤੁਹਾਨੂੰ ਅਗਲੇ ਦੇ ਘਰੇ ਜਾ ਕੇ ਲਿਆ ਚਾਹ ਬਣਾਓ ਵੀ ਬੈਠਦੇ ਆ ਲੱਡੂ ਵੀ ਲਿਆ ਆ ਭਰਜਾਈ ਕੀ ਹਾਲ ਹੈ ਭੈਣ ਜੀ ਕੀ ਹਾਲ ਹੈ ਕੋਈ ਗੱਲ ਨਹੀਂ ਜੋ ਹੈਗਾ ਲਿਆ ਚਾਹ ਪੀਏ ਤੂੰ ਕਿੱਥੇ ਮੂੰਹ ਫਲਾਈ ਫਿਰਦਾ ਪਾ ਬੈਠ ਮੰਜੇ ਤੇ ਪਾਉਂ ਵਾਲੇ ਪਾਸੇ ਬਿਠਾਉਂ ਉਹਦੇ ਘਰੇ ਜਾ ਕੇ ਐਂ ਕਹੋ ਨਹੀਂ ਇਹ ਤਾਂ ਕਰੀਏ ਨਾ ਵੀ ਜੇ ਅਗਲਾ ਵੀ ਇਦਾਂ ਕਰੇ ਉਹ ਵੀ ਤੇ ਅਗਲੇ ਪਾਸੇ BJP ਵਾਲਿਆਂ ਨਾਲ ਚਾਹੀਦਾ ਨਾ ਵੀ ਕੋਈ ਨਹੀਂ ਆ ਗਏ ਨੇ ਭਾਜੀ ਫਿਰ ਕੀ ਹੋਇਆ ਤੇ ਜੇ ਅਗਲਾ ਬੰਦਾ ਡਾਂਗ ਕੱਢੀ ਫਿਰੇ ਤੂੰ ਵੜੇ ਹਾਂ ਤੇਰੇ ਗੱਟੇ ਵੇਖੀ ਕਿੱਦਾਂ ਛਾਂਗਦਾ ਇਦਾਂ ਨਹੀਂ ਹੋਣੀ ਉਧਰੋਂ ਭੈਣ ਜੀ ਨੇ ਕਹਿਣਾ ਹੁਣ ਭਾਜੀ ਹੁਣੀ ਘਰੇ ਆ ਗਏ ਆ ਸਾਨੂੰ ਪਤਾ ਤੁਸੀਂ ਤੇ ਚੱਲ ਜਾਂਦੇ ਹੋ ਸਵੇਰੇ ਕੰਮ ਤੇ ਨਿੱਕੇ ਨਿਆਣੇ ਕੋਈ ਲੋੜ ਹੋਵੇ ਭਾਜੀ ਹੁਣਾਂ ਝੱਟਬਾਜ਼ ਮਾਰਦੇ ਆ ਪਿਛਲੇ ਵਾਰੀ ਤਾਰ ਫੜ ਲਈ ਸੀ ਬਿਜਲੀ ਵਾਲਿਆਂ ਨੇ ਭਾਜੀ ਆਏ ਉਦੋਂ ਤੁਹਾਨੂੰ ਤਾਂ ਹੀ ਦੱਸਿਆ ਉਹ ਤਾਰ ਤੋਂ ਯਾਦ ਆਇਆ ਉਹ ਮਜੀਠੀਆ ਸਾਹਿਬ ਦੀ ਇੱਕ ਵੀਡੀਓ ਵਾਇਰਲ ਹੋਈ ਫਿਰਦੀ ਨਹੀਂ ਮੈਂ ਕਿਹਾ ਖਰੇ ਤਾਰ ਤੋਂ ਚੇਤਾ ਆਇਆ ਘਰੇ ਫੋਨ ਕਰਕੇ ਕਹਿ ਦਮ ਅੱਜ ਲਾਈ ਨਹੀਂ ਇੱਥੇ ਤੇ ਲਾਉਣ ਨਹੀਂ ਦਿੰਦੇ ਅੱਛਾ ਮੇਰੀ ਗੱਲ ਸੁਣੋ ਉਹ ਮਜੀਠੀਆ ਸਾਹਿਬ ਦੀ ਗੱਲ ਯਾਦ ਆਈ ਉਹ ਵੀਡੀਓ ਬੜੀ ਵਾਇਰਲ ਆ ਉਹ ਕਹਿੰਦੇ ਦੇਖੋ ਕਾਰਨ ਆ ਵੀ ਤੁਸੀਂ ਵੇਖ ਹੀ ਲਿਆ ਬੱਤੀ ਦਾ ਕੀ ਹੋਇਆ ਹਾਲਤ ਵੇਖ ਲਈ ਆ ਨਾ ਕੋਈ ਨਹੀਂ ਪਾਓ ਵੋਟਾਂ ਤਗੜੇ ਹੋ ਗਏ ਉਹ ਕਰ ਲਿਓ ਕੀ ਕਹਿੰਦੇ ਹੁੰਦੇ ਉਹ ਲਾਗੇ ਖਲੋਤਾ ਇੱਕ ਬੰਦਾ ਕੀ ਕਹਿੰਦੇ ਹੁੰਦੇ ਕੁੰਡੀ ਆਹੋ ਜੋ ਵੀ ਆਂਦਾ ਏ ਇੰਨਾ ਕਿਤੇ ਕਰਾ ਉਹਨਾਂ ਨੂੰ ਕਹਿਦਾ ਵੀ ਕੋਈ ਨਹੀਂ ਐ ਨੂੰ ਮੂੰਹ ਕਰਕੇ ਲੰਘ ਜਾਇਆ ਕਰੋ ਹੁਣ ਮਤਲਬ ਇਹ ਵੀ ਪ੍ਰਚਾਰ ਦਾ ਤਰੀਕਾ ਹੈ ਤੁਸੀਂ ਦੇਖੋ ਨਾ ਕਿ ਕਿਆ ਬਾਤਾਂ ਨੇ ਕਿਆ ਹੀ ਬਾਤਾਂ ਨੇ ਸੰਧਾਲੀਆ ਸਾਹਿਬ ਕਿਆ ਬਾਤਾਂ ਨੇ ਨਹੀਂ ਇਹ ਹੈ ਹੀ ਨਹੀਂ ਦੇਖੋ ਤੇ ਜਾਣੀ ਇੱਕ ਇਦਾਂ ਦੇ ਵੀ ਬੰਦੇ ਸੀ ਉਹ ਉਸੇ ਇਲਾਕੇ ਦੇ ਵਿੱਚ ਉਹਨਾਂ ਨੇ ਕਿਹਾ ਸੀ ਕੋਈ ਗੱਲ ਨਹੀਂ ਕਾਰਡ ਕੁੜ ਲਿਆ ਕੇ ਪੀਣ ਜੋਗੀ ਕੋਈ ਨਹੀਂ ਦੇਖਦਾ ਤੁਹਾਡੇ ਵੱਲ ਨੂੰ ਕੋਈ ਗੱਲ ਨਹੀਂ ਆਹੋ ਲਾਉਣੀ ਹੁੰਦੀ ਛਿੱਟ ਨਹੀਂ ਇਹ ਤਾਂ ਕੰਮ ਤਾਂ ਇਸ ਵਕਤ ਵਾਹਵਾ ਮੱਘ ਗਿਆ ਅੱਛਾ ਹੁਣ ਆਪਾਂ ਜੇ ਮਜੀਠੀਆ ਸਾਹਿਬ ਵੱਲ ਆਏ ਆ ਤੇ ਫਿਰ ਉਹਨਾਂ ਦੇ ਹਲਕੇ ਤੋਂ ਸ਼ੁਰੂ ਹੋ ਜਾਈਏ ਆ ਜਾਓ ਦੇਖੋ ਜੀ ਹਲਕੇ ਉਹਨਾਂ ਦੇ ਵਿੱਚ ਰਵਨੀਤ ਸਿੰਘ ਬਿੱਟੂ ਹੋਰੀ ਕਿਉਂਕਿ ਉਹ ਆਏ ਨੇ ਤੇ ਕੋਸ਼ਿਸ਼ ਉਹਨਾਂ ਦੀ ਇਹ ਆ ਵੀ ਕਿਉਂਕਿ ਦੁਬਾਰਾ ਤਾਲਮੇਲ ਇੱਕ ਤੇ ਇਸ ਵਕਤ ਦੇਖੋ ਕਾਂਗਰਸ ਪਾਰਟੀ ਦੇ ਹਾਲਾਤ ਆ ਵੀ ਇੱਕ ਵੱਖਰਾ ਤਾਲਮੇਲ ਵਿੰਗ ਬਣਾਉਣਾ ਪੈ ਰਿਹਾ ਉਹਦੇ ਮੁਖੀ ਉਹਨੇ ਉਹ ਜਿਹੜੇ ਤਾਲ ਤੇ ਮੇਲ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਪਰ ਕਹਿੰਦੇ ਨੇ ਵੀ ਤਾਲ ਕਿਤੇ ਹੋਰ ਵੱਜਣ ਡਈ ਆ ਤੇ ਮੇਲ ਅਜੇ ਹੋ ਨਹੀਂ ਰਿਹਾ ਪਰ ਫਿਰ ਵੀ ਉਹਨਾਂ ਆਪਣੇ ਵੱਲੋਂ ਕੋਸ਼ਿਸ਼ ਕੀਤੀ ਉਹ ਕਹਿੰਦੇ ਦੇਖੋ ਬੜਾ ਕੰਮ ਕਲੀਅਰ ਹੈ ਵੀ ਇਸ ਵਕਤ ਅੰਮ੍ਰਿਤਸਰ ਦੇ ਵਿੱਚ ਬੜੀ ਕਾਂਟੇ ਦੀ ਟੱਕਰ ਹੈ ਪਹਿਲਾਂ ਵੀ ਕਹਿੰਦੇ ਬੜੇ ਲੋਕਾਂ ਨੇ ਜ਼ੋਰ ਲਾਇਆ ਪਰ ਕਿਤੇ ਸਿੱਧੂ ਸਾਹਿਬ ਹਾਰਨ ਵਾਲੇ ਆ ਸਿੱਧੂ ਸਾਹਿਬ ਨੇ ਹਰਦੇ ਪਰਵਾਹ ਨਾ ਕਰੋ ਸਿੱਧੂ ਸਾਹਿਬ ਨੇ ਕਿੰਨੇ ਕੰਮ ਕੀਤੇ ਨੇ ਉਹਨਾਂ ਸਾਰਿਆਂ ਕੰਮਾਂ ਨੂੰ ਧਿਆਨ 'ਚ ਰੱਖ ਕੇ ਲੋਕਾਂ ਨੇ ਵੋਟ ਪਾਉਣੀ ਹੈ ਦੇਖੋ ਬਿੱਟੂ ਸਾਹਿਬ 3 ਵਾਰੀ ਦੇ MP ਨੇ ਹਾਈ ਕਮਾਂਡ ਦੇ ਨਾਲ ਨੇੜਤਾ ਲੋਕ ਸਭਾ ਦੇ ਵਿੱਚ ਕਾਰਜਕਾਰੀ ਨੇਤਾ ਤੱਕ ਰਹੇ ਨੇ ਕਾਂਗਰਸ ਤੇ ਛੋਟੀ ਗੱਲ ਨਹੀਂ ਪਰ ਜਿੱਦਾਂ ਬਿੱਟੂ ਸਾਹਿਬ ਨੇ ਆਣ ਕੇ ਬਿਆਨ ਦਿੱਤਾ ਨਾ ਹੋ ਸਕਦਾ ਕਿ ਘਰੇ ਆ ਕੇ ਹੁਣ ਬਣਾਓ ਜਰਾ ਚਾਹ ਵਧੀਆ ਜੀ ਮਿੱਠਾ ਥੋੜ੍ਹਾ ਜਿਹਾ ਵੱਧ ਪਾ ਲਿਓ ਐਨ ਵਧੀਆ ਚਾਹ ਚਾਹੀਦੀ ਹੈ ਉਹ ਕਹਿੰਦੇ ਜੀ ਮੈਂ ਕਈਆਂ ਬੰਦਿਆਂ ਦੇ ਕੋਲੇ ਗਿਆ MP ਔਜਲਾ ਸਾਹਿਬ ਕੋ ਵੀ ਉਹ ਗਏ ਹੋਰ ਵੀ ਕਈ ਬੰਦੇ ਜਿਹੜੇ ਅਜੇ ਤੱਕ ਪ੍ਰਚਾਰ 'ਚ ਖਾਸ ਤੌਰ ਤੇ ਸਿੱਧੂ ਸਾਹਿਬ ਦੇ ਨਾਲ ਕਾਂਗਰਸ ਦੇ ਬੰਦੇ ਨਹੀਂ ਸੀ ਤੁਰੇ ਕਹਿੰਦੇ ਕਈ ਮੰਨ ਗਏ ਆ ਕਈ ਨਹੀਂ ਮੰਨੇ ਹੁਣ ਨਹੀਂ ਚਾਹੁੰਦਾ ਕੋਈ ਮਨਾਉਣ ਹੁਣ ਤਾਂ ਫਿਰ 20 ਤੋਂ ਬਾਅਦ ਹੀ ਦੱਸਾਂਗੇ ਉਹਨਾਂ ਨੇ ਨਾ ਘਰ ਦੇ ਰਹਿਣਾ ਨਾ ਘਾਟ ਦੇ ਨਹੀਂ ਜਾਣਾ ਫਿਰ ਨਾ ਜਾਇਓ ਪ੍ਰਚਾਰ 'ਚ ਨਹੀਂ ਤਾਂ ਆਮ ਤੌਰ ਤੇ ਲੀਡਰਾਂ ਦਾ ਬਿਆਨ ਇਹ ਹੁੰਦਾ ਕੋਈ ਗੱਲ ਨਹੀਂ ਮੰਨ ਜਾਣਗੇ ਆਪਣੇ ਹੀ ਭਰਾ ਨੇ ਇੱਕ ਕਿਹੜਾ ਹੋਰ ਮਾਰਿਆ ਆਵਾਂਗੇ ਉਹਨਾਂ ਨੇ ਜਾਣਾ ਕਿੱਥੇ ਆ ਪਰਿਵਾਰ ਦੇ ਬੰਦੇ ਆ ਪਰਿਵਾਰ 'ਚ ਰਹਿਣਗੇ ਪਰ ਜਿੱਦਾਂ ਉਹਨਾਂ ਨੇ ਕਿਹਾ ਨਾ ਕਿ ਕੋਈ ਗੱਲ ਨਹੀਂ ਹੁਣ ਤਾਂ ਫਿਰ ਕਾਰਵਾਈ ਹੋਊ ਇਹਦੇ ਨਾਲ ਜਿਹੜੀ ਮਾੜੀ ਮੋਟੀ ਸੰਭਾਵਨਾ ਸੀ 2-4 ਕਈ ਵਾਰੀ ਨਾ ਬੰਦਾ ਉਦਾਂ ਹੀ ਨਹੀਂ ਮੰਨਦਾ ਹੁੰਦਾ ਮੰਨ ਲਓ ਤੁਸੀਂ ਗੁੱਸੇ ਹੋਵੋ ਮੈਂ ਤੁਹਾਨੂੰ ਘਰੇ ਬਣਾਉਣੀ ਪਹਿਲੀ ਵਾਰੀ ਤਾਂ ਬੰਦਾ ਮੰਨਦਾ ਹੀ ਹੋਰ ਤਰ੍ਹਾਂ ਲੱਗਦਾ ਨਾ ਵੀ 2-3 ਯਾਰ ਵੀ ਅੱਜ ਹੀ ਮੰਨ ਜਾਵਾਂ ਮੈਂ ਦੱਸ ਫਿਰ ਇਹ ਕੀ ਗੱਲ ਹੋਊਗੀ ਵੀ ਤੂੰ ਅਗਲੀ ਵਾਰ ਗੇੜਾ ਮਾਰ ਲਈ ਪਰ ਜਿਹੜਾ ਅਗਲੀ ਵਾਰ ਗੇੜਾ ਉਹਨਾਂ ਨੇ ਕਿਹਾ ਪਰ ਮੈਂ ਇੱਕ ਗੱਲ ਨੂੰ ਬੜਾ ਹੈਰਾਨ ਸੀ ਇੱਕ ਗੱਲ ਦਾ ਜਵਾਬ ਉਹਨਾਂ ਦਿੱਤਾ ਪੁੱਛ ਲਓ ਕਹਿੰਦੇ ਮਹਾਰਾਜ ਮੁੱਖ ਮੰਤਰੀ ਸਾਹਿਬ ਨੇ ਕਦੋਂ ਕੋਈ ਗੇੜਾ ਮਾਰਨਾ ਇੱਥੇ ਉਹ ਕਹਿੰਦੇ ਇੱਦਾਂ ਥੋੜ੍ਹਾ ਲੋੜ ਆ ਮੁੱਖ ਮੰਤਰੀ ਸਾਹਿਬ ਦੇ ਸਾਰੇ ਪੰਜਾਬ 'ਚ ਜਾ ਰਹੇ ਨੇ ਨਾਲੇ ਸਿੱਧੂ ਸਾਹਿਬ ਦੇ ਵੱਡੇ ਲੀਡਰ ਹੈ ਜੀ ਉਹਨਾਂ ਦੇ ਆਪ ਗਾਂਹ ਪ੍ਰਚਾਰ ਕਰਨ ਜਿਹੜਾ ਉਹਨਾਂ ਨੂੰ ਥੋੜ੍ਹਾ ਬਹੁਤੇ ਪ੍ਰਚਾਰ ਦੀ ਲੋੜ ਆ
ਤੇ ਉਹਨਾਂ ਇਹ ਵੀ ਕਿਹਾ ਕਿ ਹਫ਼ਤਾ ਅਸੀਂ ਹੁਣ ਇਕੱਠੇ ਹੀ ਰਹਿਣਾ ਹੀ। ਹਾਂਜੀ, ਮੈਂ ਉਹੀ ਕੁਦਰਤੀ ਸੋਚਦਾ ਹੈ ਵੀ ਜੇ ਮੰਨ ਲਓ ਮੁੱਖ ਮੰਤਰੀ ਸਾਹਿਬ ਨੂੰ ਲੋੜ ਨਹੀਂ ਆ ਵੀ ਸਿੱਧੂ ਸਾਹਿਬ ਦਾ ਪ੍ਰਚਾਰ ਕਰਨ, ਤੇ ਫਿਰ ਜਿਹੜੇ ਛੋਟੇ ਛੋਟੇ ਲੀਡਰਾਂ ਨੂੰ ਮਨਾਉਂਦੇ ਫਿਰਦੇ ਉਹਨਾਂ ਕਹਿਣਾ ਮਹਾਰਾਜ ਸਾਡੇ ਤੋਂ ਤਾਂ ਬਹੁਤ ਵੱਡੇ ਆ, ਸਾਨੂੰ ਕੱਲ੍ਹ ਹੀ ਮਨਾਉਂਦੇ ਫਿਰਦੇ ਫਿਰ ਪ੍ਰਚਾਰ ਕਰਨ ਲਈ। ਦੇਖੋ ਇਹ ਨਾ ਹੋਇਆ ਕੀ ਆ ਸੰਧਾਲੀਆ ਸਾਹਿਬ ਕਿ ਬਿੱਟੂ ਸਾਹਿਬ ਨੇ 2-3 ਚੀਜ਼ਾਂ ਕਹੀਆਂ, ਕਿਉਂਕਿ ਨਵਜੋਤ ਸਿੰਘ ਸਿੱਧੂ ਹੁਣ ਆਪਣੇ ਅੰਮ੍ਰਿਤਸਰ ਪੂਰਬੀ ਚੋਂ ਨਿਕਲ ਕੇ ਅੰਮ੍ਰਿਤਸਰ ਉੱਤਰੀ ਵੀ ਗਏ। ਸੁਨੀਲ ਦੱਤੀ ਹੋਰਾਂ ਦੇ ਹੱਕ ਦੇ ਵਿੱਚ ਉਹਨਾਂ ਨੇ 2-3 ਥਾਵਾਂ ਦੇ ਉੱਤੇ ਸੰਬੋਧਨ ਕੀਤਾ, ਜਿੱਥੇ ਜਿੱਥੇ ਬੰਦੇ ਦੀ ਰਾਏ ਜੀ ਮਿਲੀ ਹੁੰਦੀ ਹੈ ਉੱਥੇ ਉੱਥੇ ਬੰਦਾ ਜਾਂਦਾ ਹੈ। ਪਰ ਇੰਨੀ ਗੱਲ ਜ਼ਰੂਰ ਹੈ ਕਿ ਇਸ ਵੇਲੇ ਬਿੱਟੂ ਸਾਹਿਬ ਵੀ ਉੱਥੇ ਗੇੜਾ ਮਾਰ ਆਏ, ਹੋਰ ਵੀ ਕਈ ਬੰਦੇ ਕਹਿੰਦੇ ਆ ਕਿ ਅਸੀਂ ਆਉਣ ਵਾਲੇ ਦਿਨਾਂ ਚਾਹਾਂਗੇ। ਮੈਨੂੰ ਲੱਗਦਾ ਕਿ ਹਾਈ ਕਮਾਂਡ ਦਾ ਕੋਈ ਨਾ ਕੋਈ ਵੱਡਾ ਲੀਡਰ ਆਉਣ ਵਾਲੇ ਦਿਨਾਂ ਦੇ ਵਿੱਚ ਨਵਜੋਤ ਸਿੰਘ ਸਿੱਧੂ ਹੋਰਾਂ ਦੇ ਹੱਕ ਦੇ ਵਿੱਚ ਜ਼ਰੂਰ ਆਊ। ਨਵਜੋਤ ਸਿੰਘ ਸਿੱਧੂ ਹੋਰਾਂ ਨੇ 2-3 ਚੀਜ਼ਾਂ ਜਿਹੜੀਆਂ ਉੱਥੇ ਕਹੀਆਂ, ਉਹ ਕਹਿੰਦੇ ਜੀ ਦੇਖੋ ਪਰਿਵਾਰ ਮੇਰਾ ਵੀ ਪ੍ਰਚਾਰ ਕਰਦਾ ਹੈ, ਬਾਕੀਆਂ ਦੇ ਪਰਿਵਾਰ ਵੀ ਪ੍ਰਚਾਰ ਕਰਦੇ ਆ, ਮੈਂ ਤਾਂ ਪੰਜਾਬ ਦੇ ਲੋਕਾਂ ਨੂੰ ਇੱਕੋ ਹੀ ਗੱਲ ਕਹਿਣਾ ਕਿ ਤੁਸੀਂ ਕਿੱਧਰਲੇ ਪਾਸੇ ਨੂੰ ਤੁਰਨਾ ਇਹ ਤੁਹਾਡੇ ਤੇ ਨਿਰਭਰ ਕਰਦਾ। ਕਹਿੰਦੇ ਮੈਂ ਤਾਂ ਜਿੱਤ ਹੀ ਜਾਣਾ, ਕਿਉਂਕਿ ਮੈਂ ਥੋੜੀ ਜਿੱਤਣਾ, ਲੋਕਾਂ ਨੇ ਜਿੱਤਣਾ, ਉਹਨਾਂ ਨੇ ਆਪਣੇ ਆਪ ਨੂੰ ਵੋਟਾਂ ਪਾਉਣੀਆਂ, ਸਿੱਧੂ ਨੂੰ ਵੋਟਾਂ ਤਾਂ ਪਾਉਣੀਆਂ ਹੀ ਨਹੀਂ। ਪਰ ਕਹਿੰਦੇ ਤੁਸੀਂ ਇਹ ਵੇਖੋ ਕਿ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਨੂੰ ਤੁਸੀਂ ਲੈ ਕੇ ਕਿੱਧਰਲੇ ਪਾਸੇ ਜਾਣਾ ਹੈ। ਕਿਸੇ ਨੂੰ ਕਹਿੰਦੇ ਮੇਰੇ ਬੋਲਣ ਤੇ ਇਤਰਾਜ਼ ਹੈ, ਵਿਰੋਧੀ ਪਾਰਟੀਆਂ ਦੋਸ਼ ਲਾਉਂਦੀਆਂ, ਕਿਸੇ ਨੂੰ ਮੇਰੇ ਤੁਰਨ ਤੇ ਇਤਰਾਜ਼ ਹੈ, ਵਿਰੋਧੀ ਪਾਰਟੀਆਂ ਦੋਸ਼ ਲਾਉਂਦੀਆਂ, ਕਿਸੇ ਨੂੰ ਇਸ ਗੱਲ ਦੇ ਉੱਤੇ ਇਤਰਾਜ਼ ਹੈ ਕਿ ਮੈਂ ਬਾਂਹ ਕਿੱਦਾਂ ਕਰਦਾ। ਉਹ ਕਹਿੰਦੇ ਮੈਨੂੰ ਸਿਰਫ ਇਸ ਗੱਲ ਦੇ ਉੱਤੇ ਇਤਰਾਜ਼ ਹੈ ਕਿ ਸਤਲੁਜ ਦਾ ਪਾਣੀ ਗੰਦਲਾ ਕਿਉਂ ਆ, ਨਿਆਣੇ ਸਾਡੇ ਬੇਰੁਜ਼ਗਾਰ ਕਿਉਂ ਆ, ਨਸ਼ਾ ਪੰਜਾਬ 'ਚ ਵਿਕਦਾ ਕਿਉਂ ਆ, ਬੇਰੁਜ਼ਗਾਰੀ ਦੂਰ ਹੁੰਦੀ ਕਿਉਂ ਨਹੀਂ, ਬਾਰਡਰ ਥਾਣੀ ਵਪਾਰ ਪਾਕਿਸਤਾਨ ਤੇ ਦੂਸਰੇ ਦੇਸ਼ਾਂ ਨੂੰ ਖੁੱਲ੍ਹਦਾ ਕਿਉਂ ਨਹੀਂ। ਕਹਿੰਦੇ ਮੇਰੇ ਤਾਂ ਕੰਸਰਨ ਇੰਨੇ ਕਾ ਕਿ ਜਿੱਦਾਂ ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲ੍ਹਿਆ ਸੀ, ਪੰਜਾਬ ਦੇ ਬਾਕੀ ਕੰਮ ਵੀ ਹੁਣ ਮੈਨੂੰ ਉਸ ਮੁੱਦੇ ਤੇ ਜਵਾਬ ਦਿਓ, ਆ ਬਾਕੀ ਗੱਲਾਂ 3 ਦੂਣੀ 7 ਤੇ 7 ਦੂਣੀ 18 ਨਾ ਕਰੋ। ਹਾਂਜੀ, ਇਹ ਗੱਲ ਹੈਗੀ ਆ। ਵੈਸੇ ਸਿੱਧੂ ਸਾਹਿਬ ਹੁਣ ਹੋ ਤੇ ਗਏ ਸਿੱਧੇ, ਉਹਨਾਂ ਨੇ ਵੀ ਉਹ ਕੇਜਰੀਵਾਲ ਸਾਹਿਬ ਵਾਲਾ ਫਾਰਮੂਲਾ ਅਪਣਾ ਲਿਆ ਜੀ। ਉਹ ਕਹਿੰਦੇ ਦੇਖੋ ਬੜੀ ਗੱਲ ਕਲੀਅਰ ਹੈ ਭਾਈ, ਮੈਂ ਤੁਹਾਨੂੰ ਵਾਰ-ਵਾਰ ਨਹੀਂ ਕਹਿੰਦਾ ਵੀ ਤੁਸੀਂ ਮੈਨੂੰ ਵੋਟਾਂ ਪਾਓ। ਕੋਈ ਮੈਨੂੰ ਕਹਿੰਦਾ ਕੰਮ ਤੁਸੀਂ ਆਹ ਕੀਤਾ ਕਿਉਂ ਕੀਤਾ, ਕਹਿੰਦਾ ਹੁਣ ਮੈਂ ਕੰਮ ਥੋੜ੍ਹਾ ਗਿਣਾਉਣੇ ਵੀ ਕਿੰਨੇ ਕੀਤੇ, ਤੁਹਾਨੂੰ ਪਤਾ ਹੀ ਜੇ ਕੰਮ ਕੀਤੇ ਤਾਂ ਹੀ ਮੈਨੂੰ ਜਿਤਾਉਂਦੇ ਰਹੇ ਹੋ। ਸਿੰਪਲ ਜੀ ਗੱਲ ਆ, ਕਹਿੰਦੇ ਵੀ ਜੇ ਤੁਹਾਨੂੰ ਲੱਗਦਾ ਵੀ ਮੈਂ ਕਿਸੇ ਤੇ ਪਰਚਾ ਕਰਾਇਆ, ਜੇ ਮੈਂ ਕਿਸੇ ਨਾਲ ਧੱਕਾ ਕੀਤਾ ਜੀ, ਬਿਲਕੁਲ ਮੈਨੂੰ ਵੋਟ ਨਹੀਂ ਪਾਉਣੀ। ਤੇ ਜੇ ਤੁਹਾਨੂੰ ਇਦਾਂ ਦੀ ਸਿਆਸਤ ਚਾਹੀਦੀ ਆ ਪਰਚਿਆਂ ਵਾਲੀ ਧੱਕਿਆਂ ਵਾਲੀ, ਫੇਰ ਬੰਦੇ ਹੈਗੇ ਆ ਤੁਸੀਂ ਪਾ ਲਿਓ। ਕਹਿੰਦੇ ਹੁਣ ਆਹ ਜਿਹੜਾ ਇੱਕ ਢੰਗ ਤਰੀਕਾ ਵੱਖਰਾ ਉਹਨਾਂ ਨੇ ਅਪਣਾ ਲਿਆ, ਹੋ ਸਕਦਾ ਵੀ ਕਿਸੇ ਨਾ ਕਿਸੇ ਨੂੰ ਟੁੰਬੇ। ਦੂਜੀ ਗੱਲ ਕਹਿੰਦੇ ਵੀ ਲੋਕ ਮੈਨੂੰ ਪੁੱਛਦੇ ਕੰਮ, ਕਹਿੰਦੇ ਜੀ ਕਰਤਾਰਪੁਰ ਸਾਹਿਬ ਦਾ ਲਾਂਘਾ ਖਿਲਾਇਆ ਮੈਂ ਜੀ, ਤੇ ਜਿਹੜੇ ਕਹਿੰਦੇ ਮੇਰੇ ਤੇ ਦੋਸ਼ ਲਾਉਂਦੇ ਨੇ ਉਹਨਾਂ ਦੇ ਬਾਰੇ 'ਚ ਫਿਰ ਉਹਨਾਂ ਨੇ ਕਈ ਕੁਛ ਕਿਹਾ, ਹੁਣ ਆਪਾਂ ਕਾਹਨੂੰ ਕਹਿਣਾ। ਨਹੀਂ ਲੋੜ ਹੀ ਨਹੀਂ, ਉਹਨਾਂ ਨੇ ਸਾਰਾ ਕੁਝ ਗਿਣਾਇਆ। ਕਹਿੰਦੇ ਜੀ ਮੈਨੂੰ ਕਹਿੰਦੇ ਅਸੀਂ ਕੁਰੂਕਸ਼ੇਤਰ ਤੋਂ ਲੜ ਲਾ, ਤੈਨੂੰ ਸੂਚਨਾ ਪ੍ਰਸਾਰਣ ਮੰਤਰਾਲਾ ਦੇ ਦਾਂਗੇ। ਜੇਤਲੀ ਸਾਹਿਬ ਨੂੰ ਇੱਥੇ ਲੈ, ਕਹਿੰਦੇ ਮੈਂ ਨਹੀਂ ਗਿਆ। ਕਹਿੰਦੇ ਪੁੱਛੋ ਪੰਜਾਬ ਦੇ ਕਿਸੇ ਲੀਡਰ ਤੋਂ ਰਾਜ ਸਭਾ ਦੀ ਮੈਂਬਰੀ ਛੱਡੀ ਹੈ, ਮੈਂ ਕਹਿੰਦੇ ਛੱਡਤੀ। ਕਿਸੇ ਨੂੰ ਪੁੱਛੋ ਮੰਤਰੀ ਦਾ ਅਹੁਦਾ ਛੱਡਿਆ, ਮੈਂ ਛੱਡਤੀ। ਚਲੋ ਉਹ ਇੱਕ ਲੜਾਈ ਹੈ, ਜੇ ਇਸ ਲੜਾਈ ਦੇ ਵਿੱਚ ਪਤਾ ਨਹੀਂ ਕਿਹਨੇ ਡਿੱਗਣਾ ਤੇ ਕਿਹਨੇ ਨਹੀਂ ਡਿੱਗਣਾ, ਪਰ ਹੁਣ ਹੋਰ ਪਾਸੇ ਨੂੰ ਚਲੇਗੀ। ਮੈਨੂੰ ਲੱਗਦਾ ਸੀ ਸੰਧਾਲੀਆ ਸਾਹਿਬ ਜਦੋਂ ਆਪਾਂ ਇੱਥੇ ਮਜੀਠੀਆ ਸਾਹਿਬ ਤੇ ਸਿੱਧੂ ਸਾਹਿਬ ਦੀ ਗੱਲ ਕਰਦੇ ਹਾਂ, ਆਪਾਂ ਘੁਮਾ ਕੇ ਥੋੜ੍ਹਾ ਜਿਹਾ ਭਗਵੰਤ ਮਾਨ ਸਾਹਿਬ ਨੂੰ ਲੈ ਕੇ ਆਈਏ ਇੱਥੇ। ਹੁਣ ਨਹੀਂ, ਇੱਥੇ ਨਹੀਂ ਲਿਆਉਣਾ, ਕਿਉਂਕਿ ਉਹਨਾਂ ਨੂੰ ਆਉਣ ਦੀ ਲੋੜ ਨਹੀਂ। ਸੁਖਬੀਰ ਸਿੰਘ ਬਾਦਲ ਸਾਹਿਬ ਜਿੱਥੇ ਪ੍ਰਚਾਰ ਕਰਨ ਗਏ, ਉਹਨਾਂ ਨੇ ਸਭ ਤੋਂ ਵੱਧ ਸਮਾਂ ਭਗਵੰਤ ਮਾਨ ਤੇ ਲਾਇਆ। ਚੰਨੀ ਸਾਹਿਬ ਗਏ ਸੀ ਇੱਧਰਲੇ ਪਾਸੇ ਕਰਤਾਰਪੁਰ ਦੁਆਬੇ 'ਚ, ਆਦਮਪੁਰ ਗਏ, ਇੱਧਰ ਬਾਬੇ ਬਕਾਲੇ ਆਏ। ਉੱਥੇ ਤਿੰਨਾਂ ਹੀ ਜਗ੍ਹਾ ਦੇ ਉੱਤੇ ਉਹਨਾਂ ਦਾ ਭਾਸ਼ਣ ਜੇ ਕਿਸੇ ਨੇ ਦੁਬਾਰਾ ਸੁਣਨਾ ਹੈ ਤਾਂ ਸੁਣ ਲੈਣ, ਭਗਵੰਤ ਮਾਨ ਦੀ ਗੱਲ। ਜਾਖੜ ਸਾਹਿਬ ਨੇ ਚੰਡੀਗੜ੍ਹ ਦੇ ਵਿੱਚ ਪ੍ਰੈਸ ਕਾਨਫਰੰਸ ਕੀਤੀ, ਆਮ ਆਦਮੀ ਪਾਰਟੀ ਤੇ ਹੀ ਤਵਾ ਜਿਹੜਾ ਉਹ ਬਹੁਤਾ ਰੱਖਿਆ। ਸਹੀ ਰੱਖਿਆ ਗਲਤ ਰੱਖਿਆ ਉਹ ਨਹੀਂ ਮਸਲਾ। ਹੁਣ ਇੱਕੋ ਦਮ ਭਗਵੰਤ ਮਾਨ ਹੋਰਾਂ ਦੇ ਉੱਤੇ ਜਿਸ ਤਰੀਕੇ ਦੇ ਨਾਲ ਹਮਲੇ ਹੋਣ ਲੱਗ ਪਏ ਆ, ਸਵਾਲ ਫਿਰ ਉਹੀ ਹੈ ਕਿ ਜਿਨ੍ਹਾਂ ਦੇ ਬਾਬਤ 3 ਮਹੀਨੇ ਪਹਿਲਾਂ ਸਿਆਸੀ ਪਾਰਟੀਆਂ ਕਹਿੰਦੀਆਂ ਸੀ ਕਿ ਉਹ ਮੁਕਾਬਲੇ 'ਚ ਨਹੀਂ, ਉਹ ਮੁਕਾਬਲੇ ਤੋਂ ਬਾਹਰ, ਉਹ ਮੈਚ ਦੇ ਵਿੱਚ ਕਿਤੇ ਨਜ਼ਰ ਹੀ ਨਹੀਂ ਆਉਂਦੇ। ਭਗਵੰਤ ਮਾਨ ਅਖੇ ਘਰੇ ਬੈਠਾ ਹੈ, ਕੇਜਰੀਵਾਲ ਉੱਪਰੋਂ ਆ ਕੇ ਆਹ ਕਰਦਾ ਹੈ ਉਹ ਕਰਦਾ ਹੈ। ਪਰ ਹੁਣ ਲਗਾਤਾਰ ਆਮ ਆਦਮੀ ਪਾਰਟੀ ਦੇ ਉੱਤੇ ਜਿਸ ਤਰੀਕੇ ਦੇ ਨਾਲ ਹਰ ਇੱਕ ਵੱਡੇ ਲੀਡਰ ਨੇ ਹਮਲੇ ਕਰਨੇ ਸ਼ੁਰੂ ਕਰਤੇ ਆ, ਉਹ ਆਪਣੇ ਆਪ ਦੇ ਵਿੱਚ ਇਹ ਲੱਗਦਾ ਹੈ ਕਿ ਕਿਤੇ ਨਾ ਕਿਤੇ ਮੈਚ ਦੂਜੇ ਪਾਸੇ ਨੂੰ ਤੁਰ ਚੱਲਿਆ। ਜੇ ਤੁਰ ਗਿਆ ਹੋਊਗਾ ਤੇ ਤਾਂ ਹੀ ਅਗਲੇ ਕਹਿੰਦੇ ਨੇ ਜੀ। ਇਹ ਗੱਲ ਤੁਹਾਡੀ ਸਹੀ ਹੈ ਕਿ ਭਗਵੰਤ ਮਾਨ ਹੋਰਾਂ ਦੀ ਗੱਲ ਤੇ ਕਰਨ ਲੱਗ ਪਈ, ਪਰ ਭਗਵੰਤ ਮਾਨ ਹੋਰੀ ਵੀ ਤੇ ਮਾਝੇ 'ਚ ਹੀ ਸੀਗੇ। ਹੁਣ ਦੇਖੋ ਉਦੋਂ ਪਿਛਲੀਆਂ ਇਲੈਕਸ਼ਨਾਂ 'ਚ ਮੈਂ ਕਿਤੇ ਨਹੀਂ ਦੇਖਿਆ, ਪਰ ਐਤਕੀਆਂ ਵਾਲੀ ਜੀ ਵੀਡੀਓ ਮਜੀਠੇ ਦੇ ਵਿੱਚ ਗਏ ਨੇ, ਮਜੀਠੇ ਹਲਕੇ 'ਚ, ਉੱਥੇ ਬੰਦਾ ਗੱਡੀ ਤੇ ਚੜਿਆ ਤੇ ਕਹਿੰਦੇ ਵੀ ਹਾਂ ਵੀ ਮਜੀਠੇ ਵਾਲੇ ਉਹ ਬੋਲੋ। ਇਹ ਗੱਲ ਹੌਲੀ ਬੋਲਦੇ, ਪਰਚੇ ਤੋਂ ਡਰਦੇ ਲੱਗਦੇ ਹੋ ਇਹ, ਹੈ ਨਾ। ਹੁਣ ਜਿਹੜੀ ਇਹ ਪਰਚੇ ਵਾਲੀ ਗੱਲ ਸਿੱਧੂ ਸਾਹਿਬ ਵੀ ਕਰਦੇ ਤੇ ਉਦੋਂ ਬਾਅਦ ਉੱਥੇ ਜਾ ਕੇ ਭਗਵੰਤ ਮਾਨ ਹੋਰਾਂ ਨੇ ਵੀ ਛੇੜੀ। ਹੋ ਸਕਦਾ ਵੀ ਕਿਤੇ ਕੋਈ ਕਿਤੇ ਦਰਦ ਹੋਵੇ। ਦੂਜੀ ਗੱਲ ਕਹਿੰਦੇ ਵੀ 32 ਦੰਦ ਨੇ ਮੇਰੇ, ਤੇ ਜਿਹੜੀ ਗੱਲ ਮੈਂ ਕਹਿ ਦਾਂ ਉਹ ਸੱਚ ਹੋ ਜਾਂਦੀ ਹੈ। ਫਿਰ ਬੰਦੇ ਗਣਾਏ, ਕਹਿੰਦੇ ਜੀ ਬਾਦਲ ਸਾਹਿਬ ਦੇ ਪਰਿਵਾਰ ਦੇ 5 ਮੈਂਬਰ ਲੜਦੇ ਪਏ, ਇੱਕ ਬਾਦਲ ਸਾਹਿਬ ਆਪ, ਸੁਖਬੀਰ ਬਾਦਲ ਸਾਹਿਬ, ਉਸ ਤੋਂ ਬਾਅਦ ਮਜੀਠੀਆ ਸਾਹਿਬ, ਕੈਰੋਂ ਸਾਹਿਬ, ਤੇ ਉਹਨਾਂ ਦੀ ਧਰਮ ਪਤਨੀ ਮਜੀਠੀਆ ਸਾਹਿਬ ਦੀ। ਉਹ ਕਹਿੰਦੇ ਵੀ ਲਓ ਮੈਂ 32 ਦੰਦਾਂ 'ਚੋਂ ਇੱਕ ਗੱਲ ਕਹਿ ਦੇਣਾ ਵੀ 5 'ਚੋਂ ਇੱਕ ਨਹੀਂ ਜਿੱਤਦੇ।
ਹੁਣ ਪਤਾ ਨਹੀਂ ਉਹਨਾਂ ਨੇ ਕਿਹੜੇ ਹਿਸਾਬ ਨਾਲ ਭਵਿੱਖਬਾਣੀ ਕਰਤੀ। ਮੈਂ ਨਾ ਵੀ ਚਲੋ ਇੱਕ ਦੋ ਕਹਿ ਦਿੰਦੇ ਜਾਂ ਕਹਿੰਦੇ ਵੀ ਔਖਾ ਜਿੱਤਣਗੇ ਫਿਰ ਤਾਂ ਠੀਕ ਹੈ, ਪਰ ਜਿਹੜੇ ਹੁਣ ਇਸ ਲੈਵਲ ਦਾ ਕੌਨਫੀਡੈਂਸ ਚੱਕੀ ਫਿਰਦੇ ਨੇ ਇਹ ਵੀ ਔਖਾ। ਦੇਖੋ ਭਗਵੰਤ ਮਾਨ ਹੋਰੀ ਕੁਝ ਵੀ ਕਹਿ ਸਕਦੇ ਲੀਡਰ ਨੇ, ਕਿਉਂਕਿ ਪਿਛਲੀ ਵਾਰੀ ਤਾਂ 100 ਸੀਟਾਂ ਵੀ ਉਹ ਕਹਿੰਦੇ ਸੀ, ਮਿਲੀਆਂ ਤਾਂ 20 ਸੀ। ਇਸ ਹਿਸਾਬ ਦੇ ਨਾਲ ਜੇ ਪੰਜਾਂ ਨੂੰ ਹੁਣ ਤੁਸੀਂ ਡਿਵਾਈਡ ਤੁਸੀਂ ਕਰਕੇ ਦੇ ਲਓ, ਮੈਂ ਨਹੀਂ ਕਹਿੰਦਾ ਫਿਰ ਤੁਸੀਂ ਪੁੱਛੋਗੇ ਉਹ ਕਿਹੜੇ ਆਪਾਂ ਬਿਲਕੁਲ ਨਹੀਂ ਇਹ ਗੱਲ ਕਰਦੇ। ਚਲੋ ਭਗਵੰਤ ਮਾਨ ਹੋਰੀ ਗਿਆ, ਦੇਖੋ ਰਿਸਪੌਂਸ ਵਧੀਆ ਮਿਲਿਆ, ਪਰ ਇਹ ਵੀ ਗੱਲ ਪੱਕੀ ਹੈ ਕਿ ਜਦੋਂ ਕੋਈ ਵੱਡਾ ਸਿਆਸੀ ਲੀਡਰ ਜਾਂਦਾ ਹੁੰਦਾ ਤਾਂ ਪਾਰਟੀ ਦੇ ਸਪੋਰਟਰ ਹੀ ਆਉਂਦੇ ਹੁੰਦੇ ਆ, ਵਿਰੋਧੀ ਪਾਰਟੀਆਂ ਦੇ ਸਪੋਰਟਰਾਂ ਤਾਂ ਆਉਣਾ ਨਹੀਂ ਹੁੰਦਾ। ਪਰ ਆਮ ਆਦਮੀ ਪਾਰਟੀ ਨੂੰ ਠੀਕ ਚੰਗਾ ਹੁੰਗਾਰਾ ਮਾਝੇ ਦੇ ਵਿੱਚੋਂ ਮਿਲਿਆ, ਇਹਦੇ ਵਿੱਚ ਕੋਈ ਦੋ ਰਾਏ ਨਹੀਂ। ਹੁਣ ਸੰਧਾਲੀਆ ਸਾਹਿਬ ਭਗਵੰਤ ਮਾਨ ਹੋਰਾਂ ਨੇ ਬਾਰ-ਬਾਰ ਜਿਸ ਤਰੀਕੇ ਗੱਲਾਂ ਕਰਨੀਆਂ ਸ਼ੁਰੂ ਕੀਤੀਆਂ ਕਿ ਖੇਤੀ ਕਾਨੂੰਨ ਬਣੇ ਸੀ, ਇਹਨਾਂ ਨੇ ਬਣਵਾਏ ਸੀ, ਅਸੀਂ ਉੱਥੇ ਜਾ ਕੇ ਗੱਲ ਕੀਤੀ, ਗੰਨੇ ਦੇ ਪੈਸੇ ਕਿਉਂ ਨਹੀਂ ਮਿਲਦੇ, ਨਰਮੇ ਦੇ ਪੈਸੇ ਕਿਉਂ ਨਹੀਂ ਮਿਲਦੇ, ਅਸੀਂ ਮੰਡੀ ਦੇ ਵਿੱਚ ਇਦਾਂ ਦੀਆਂ ਚੀਜ਼ਾਂ ਚਾਹੁੰਦੇ ਹਾਂ। ਲੋਕਾਂ ਦੇ ਕਿਤੇ ਨਾ ਕਿਤੇ ਪ੍ਰਭਾਵ ਤਾਂ ਪੈ ਰਿਹਾ। ਹੁਣ ਮਾਝੇ ਦੇ ਵਿੱਚ ਸ਼ਾਇਦ ਹੀ ਕੋਈ ਹਲਕਾ ਹੋਵੇ ਜਿਹੜਾ ਉਹਨਾਂ ਨੇ ਛੱਡਿਆ ਹੋਵੇ, ਨਹੀਂ ਤਾਂ ਤਕਰੀਬਨ ਸਾਰੇ ਘੁੰਮ ਫਿਰ ਗਏ, ਨਹੀਂ ਤਾਂ 2 ਦਿਨਾਂ ਦੇ ਪ੍ਰੋਗਰਾਮ ਬਣੇ ਆ। ਪਰ ਜਿੱਥੇ ਜਿੱਥੇ ਮਾਝੇ ਦੇ ਵਿੱਚ ਵੀ ਹੁਣ ਤੁਸੀਂ ਦੇਖੋ ਕਿ ਲਾਲੀ ਮਜੀਠੀਆ ਸਾਹਿਬ ਉੱਥੋਂ ਕੈਂਡੀਡੇਟ ਨੇ ਆਮ ਆਦਮੀ ਪਾਰਟੀ ਦੇ। ਹੁਣ ਆਮ ਆਦਮੀ ਪਾਰਟੀ ਦੇ ਵਿੱਚ ਆਇਆਂ ਨੂੰ ਸਮਾਂ ਥੋੜ੍ਹਾ ਹੋਇਆ ਹੈ। ਹੁਣ ਬਾਕੀ ਜਿਨ੍ਹਾਂ ਥਾਵਾਂ ਤੋਂ ਆਮ ਆਦਮੀ ਪਾਰਟੀ ਦੇ ਪੁਰਾਣੇ ਬੰਦੇ ਨੇ ਜਿਹੜੇ ਪਿਛਲੀ ਵਾਰ ਵੀ ਚੋਣ ਲੜੇ ਸੀ ਜਾਂ ਪਾਰਟੀ ਸੀ, ਉੱਥੋਂ ਉਹਨਾਂ ਦੇ ਉੱਤੇ ਉਂਗਲੀ ਕੋਈ ਨਹੀਂ ਕਰਦਾ। ਪਰ ਹੁਣ ਲਾਲੀ ਮਜੀਠੀਆ ਸਾਹਿਬ ਥੋੜ੍ਹਾ ਸਮਾਂ ਪਹਿਲਾਂ ਇੱਧਰਲੇ ਪਾਸੇ ਆਏ ਹੈ। ਆਮ ਆਦਮੀ ਪਾਰਟੀ ਦੇ ਵਰਕਰਾਂ ਨੂੰ ਕਿੰਨਾ ਕੁ ਨਾਲ ਤੋਰ ਸਕਣਗੇ, ਕਾਂਗਰਸ ਪਾਰਟੀ ਦੇ ਵਿੱਚੋਂ ਕਿੰਨੇ ਕੁ ਬੰਦੇ ਪੱਟ ਕੇ ਲਿਆਏ ਹੋਣਗੇ, ਉਹ ਸਾਰੀਆਂ ਚੀਜ਼ਾਂ ਜਿਹੜੀਆਂ ਕਿਤੇ ਨਾ ਕਿਤੇ ਮੈਟਰ ਕਰਦੀਆਂ। ਹਾਂ ਸਿਆਸਤ ਹੈ, ਇਹਦੇ ਵਿੱਚ ਦਾਅਵਾ ਤਾਂ ਵੱਡਾ ਕਰਨਾ ਹੀ ਹੁੰਦਾ। ਨਹੀਂ ਦਾਅਵੇ ਸਾਰੇ ਕਰ ਰਹੇ ਆ, ਪਰ ਹੁਣ ਇੱਕ ਚੀਜ਼ ਬੜੀ ਹੈਰਾਨੀ ਵਾਲੀ ਹੈ। ਹੁਣ ਹੋ ਸਕਦਾ ਵੀ ਕਿਤੇ ਬਹਿ ਕੇ ਵਿਚਾਰ ਵਟਾਂਦਰਾ ਹੋਇਆ ਹੋਵੇ ਕਾਂਗਰਸ ਪਾਰਟੀ ਦਾ ਵੀ ਯਾਰ ਇੱਦਾਂ ਗੱਲ ਨਹੀਂ ਬਣਨੀ, ਕੁਝ ਹੋਰ ਕੱਢ ਕੇ ਲਿਆਓ ਕੰਮ। ਹੁਣ ਅੰਮ੍ਰਿਤਸਰ ਰਵਨੀਤ ਬਿੱਟੂ ਸਾਹਿਬ ਨੇ ਵੀ ਉਹੀ ਗੱਲ ਛੇੜੀ ਤੇ ਬਾਬੇ ਬਕਾਲੇ ਜੇ ਚੰਨੀ ਸਾਹਿਬ ਬੋਲੇ ਤੇ ਉਹਨਾਂ ਨੇ ਵੀ ਉਹ ਗੱਲ ਕੀਤੀ। ਉਹ ਕਹਿੰਦੇ ਦੇਖੋ ਗੱਲ ਇਹ ਆ ਕਿ ਵੀ ਕੇਜਰੀਵਾਲ ਹੈ ਹਰਿਆਣੇ ਤੋਂ ਜੀ, ਦਿੱਲੀ ਦਾ ਉਹ ਮੁੱਖ ਮੰਤਰੀ ਹੈ, ਤੇ ਸਾਡੀ ਤੇ ਇਹਨਾਂ ਦੋਵਾਂ ਸਟੇਟਾਂ ਨੇ ਲਾਗ ਡਾਟਿਆ ਵੀ ਇੱਕ ਸਾਡਾ ਰਾਜਧਾਨੀ ਦਾ ਰੌਲਾ, ਸਾਡਾ ਪੰਜਾਬੀ ਬੋਲਦੇ ਇਲਾਕਿਆਂ ਦਾ ਰੌਲਾ, ਸਾਡਾ ਉੱਥੋਂ ਕਹਿ ਲਓ ਕਿ ਵੀ ਪਾਣੀ ਦਾ ਰੌਲਾ, ਦਿੱਲੀ ਦੇ ਨਾਲ ਹੋਰ ਸਾਡੇ ਕਈ ਰੌਲੇ ਨੇ। ਤੇ ਜੇ ਤੁਸੀਂ ਇਹ ਕਹੋ ਕਿ ਵੀ ਕੇਜਰੀਵਾਲ ਨੂੰ ਪੰਜਾਬ ਸੌਂਪ ਦਈਏ, ਇੱਦਾਂ ਕਿੱਦਾਂ ਹੋ ਜਾਊਗਾ? ਫਿਰ ਉਹਨਾਂ ਨੇ ਇਹ ਵੀ ਕਿਹਾ, ਭਗਵੰਤ ਮਾਨ ਦੀ ਮਤਲਬ ਐਜੂਕੇਸ਼ਨ 'ਤੇ ਵੀ ਗਏ, 12 ਪੜ੍ਹਿਆ ਕਹਿੰਦੇ ਸਾਰੀਆਂ। ਹੁਣ 12 ਪੜ੍ਹਿਆ ਬੰਦਾ, ਕੇਜਰੀਵਾਲ ਨੂੰ ਸਾਰਾ ਕੁਝ ਪਤਾ, ਉਹਨੇ ਤਾਂ ਇੱਦਾਂ ਕਰਨਾ ਵੀ ਇਹਦੇ ਕੋਲੋਂ ਰਬੜ ਦੀ ਮੋਹਰ ਲਵਾ ਕੇ ਤੇ ਨਾ ਆਪਣਾ ਸਾਰਾ ਕੁਝ ਲੈ ਜਾਣਾ ਪੰਜਾਬ ਦਾ। ਇਹ ਗਲਤੀ ਨਾ ਕਰ ਲਿਓ ਕਿਤੇ। ਹੁਣ ਮੈਂ ਕੁਦਰਤੀ ਸੋਚਾਂ ਵੀ ਵਾਹਵਾ ਚਿਰ ਤਾਂ ਚੰਡੀਗੜ੍ਹ ਨਹੀਂ ਨਿਕਲਿਆ ਟੇਟੀ 'ਚੋਂ, ਨਾ ਪੰਜਾਬੀ ਬੋਲਦੇ ਇਲਾਕੇ। SYL ਨਹਿਰ ਦਾ ਮੁੱਦਾ ਤਾਂ ਜਿਉਂ ਦਾ ਮੇਰੇ ਖਿਆਲ ਨਾਲ ਸਾਲ ਸਵਾ ਸਾਲ ਤੇ ਉਹ ਪੰਜਾਬ ਤੇ ਹਰਿਆਣੇ ਵਾਲੇ ਇਕੱਠੇ ਬੈਠੇ ਦਿੱਲੀ ਵਾਲੇ ਬਾਰਡਰ ਤੇ, ਨਾ ਉਹਨਾਂ ਹੀ ਕੱਢਿਆ, ਅਚਾਨਕ ਇਹਨਾਂ ਸੰਦੂਕ ਖੋਲ੍ਹਿਆ। ਤੁਸੀਂ ਦੇਖੋ ਕਿ ਚੰਨੀ ਸਾਹਿਬ ਮੁੱਖ ਮੰਤਰੀ ਨੇ, 2 ਹਲਕਿਆਂ ਤੋਂ ਚੋਣ ਲੜਨ ਵਾਲੇ ਇੱਕੋ ਲੀਡਰ ਨੇ। ਜੇ ਆਪਾਂ DSP ਸਾਹਿਬ ਜਿਹੜੇ ਸੇਖੋਂ ਸਾਹਿਬ ਉਹਨਾਂ ਨੂੰ ਇੱਕ ਪਾਸੇ ਕਰ ਲਈਏ, ਮੇਰਾ ਖਿਆਲ ਹੈ ਕਿ ਹੋਰ ਕੋਈ ਬੰਦਾ 2 ਇਲੈਕਸ਼ਨ ਨਹੀਂ ਲੜ ਰਿਹਾ। ਭਾਈ ਸਾਹਿਬ ਵੀ ਉਹਨਾਂ ਦੇ ਲੜ ਰਹੇ ਨੇ, ਦਾਅਵੇਦਾਰ ਵੀ ਨੇ ਮੁੱਖ ਮੰਤਰੀ ਦੇ, ਪਾਰਟੀ ਨੇ ਉਹਨਾਂ ਨੂੰ ਅੱਗੇ ਪ੍ਰੈਜ਼ੈਂਟ ਕੀਤਾ ਹੈ। ਠੀਕ ਹੈ, ਚੰਨੀ ਸਾਹਿਬ ਨੇ ਜਿਹੜੀ ਇੱਕ ਗੱਲ ਕਹੀ ਬੜੀ ਪਤੇ ਦੀ ਕਹੀ ਆ। ਜਿੱਥੋਂ ਤੱਕ ਚੰਡੀਗੜ੍ਹ ਦੀ ਗੱਲ ਹੈ ਕਿ ਚੰਡੀਗੜ੍ਹ ਪੰਜਾਬ ਦੇ ਪਿੰਡਾਂ ਨੂੰ ਉਜਾੜ ਕੇ ਵਸਾਇਆ ਗਿਆ ਸੀ ਤੇ ਉਹ ਮਿਲਣਾ ਚਾਹੀਦਾ ਸੀ। ਚੰਨੀ ਸਾਹਿਬ ਬਿਲਕੁਲ ਠੀਕ ਕਹਿੰਦੇ ਨੇ, ਪਰ ਚੰਗਾ ਹੁੰਦਾ ਜਦੋਂ ਡਾਕਟਰ ਮਨਮੋਹਨ ਸਿੰਘ ਸਾਹਿਬ ਦੀ ਸਰਕਾਰ ਸੀ ਤੇ ਇਧਰਲੇ ਪਾਸੇ ਕੈਪਟਨ ਸਾਹਿਬ ਦੀ ਸਰਕਾਰ ਸੀ, ਉਦੋਂ ਜੇ ਕਿਤੇ ਕਾਂਗਰਸ ਪਾਰਟੀ ਘੜੀਸ ਕੇ ਚੰਡੀਗੜ੍ਹ ਪੰਜਾਬ 'ਚ ਲੈ ਆਉਂਦੀ ਤਾਂ ਅੱਜ ਚੰਨੀ ਸਾਹਿਬ ਨੂੰ ਕਹਿਣਾ ਨਾ ਪੈਂਦਾ। 2 ਸੈਨ ਹੋਣੇ ਸੀ, ਇੱਕ ਕੈਪਟਨ ਸਾਹਿਬ ਦੇ, ਇੱਕ ਸਰਦਾਰ ਮਨਮੋਹਨ ਸਿੰਘ ਹੋਰਾਂ ਦੇ, ਨਿਬੜ ਜਾਣਾ ਸੀ ਕੰਮ। ਦੂਸਰੀ ਗੱਲ, ਚਲੋ ਚੰਡੀਗੜ੍ਹ ਨਹੀਂ ਆਇਆ, ਅਸੀਂ ਕਹਿੰਦੇ ਕਿ ਚੰਡੀਗੜ੍ਹ ਦੇ ਲੋਕਾਂ ਤੋਂ ਪੁੱਛ ਲਓ ਯਾਰ ਤੁਸੀਂ ਆਉਣਾ ਕਿਸੇ ਪਾਸੇ ਜਾਂ ਉੱਥੇ ਰਹਿਣਾ ਹੀ। ਪਰ ਲੁਧਿਆਣਾ ਸਾਡੇ ਕੋਲ ਹੈ, ਅੰਮ੍ਰਿਤਸਰ ਸਾਡੇ ਕੋਲ ਹੈ, ਜਲੰਧਰ ਸਾਡੇ ਕੋਲ, ਬਠਿੰਡਾ ਸਾਡੇ ਕੋਲ, ਪਟਿਆਲਾ ਸਾਡੇ ਕੋਲ, 100 ਪੰਜਾਬ 'ਚ ਸ਼ਹਿਰ ਤੇ ਕਸਬੇ ਨੇ। ਤੁਸੀਂ ਉਹਨਾਂ ਨੂੰ ਚੰਡੀਗੜ੍ਹ ਵਰਗੇ ਬਣਾ ਹੀ ਦਿੱਤਾ ਹੋਣਾ। ਜੇ 1966 ਤੋਂ ਲੈ ਕੇ ਚੰਡੀਗੜ੍ਹ ਦਾ ਰੌਲਾ 1966 ਤੋਂ ਸ਼ੁਰੂ ਹੋਇਆ, 66 ਤੋਂ ਲੈ ਕੇ ਤਾਂ 2022 ਤੱਕ, ਜਾਂ ਤਾਂ ਚੰਨੀ ਸਾਹਿਬ ਤੇ ਬਾਕੀ ਪੰਜਾਬ ਦੇ ਲੀਡਰ ਹੱਥ ਖੜੇ ਕਰਕੇ ਕਹਿ ਦਿਓ, ਕਈ ਵਾਰੀ ਰੇਡਰ ਜਾਵੇ ਰੇਡ ਪਾਉਣ ਤੇ ਐ ਹਲਕਾ ਜਿਹਾ ਟੱਚ ਲਾ ਕੇ ਨਾਲੇ ਐ ਬਾਗੀਆਂ ਜੀਆਂ ਪਾਉਂਦਾ ਪਿੱਛੇ ਨੂੰ ਜਾਂਦਾ ਹੁੰਦਾ, ਨਾਲੇ ਹੱਥ ਖੜਾ ਕਰਦਾ ਹੁੰਦਾ ਕਿ ਆਓ ਫੜ ਕੇ ਵਿਖਾਓ। ਚੰਨੀ ਸਾਹਿਬ ਹੱਥ ਖੜਾ ਕਰਕੇ ਕਹਿ ਦਿਓ ਕਿ ਮੁਹਾਲੀ ਅਸੀਂ ਚੰਡੀਗੜ੍ਹ ਦਾ ਬਣਾਤਾ, ਲੁਧਿਆਣੇ ਦੇ ਵਿੱਚ ਬੁੱਢਾ ਨਾਲਾ ਨਿਕਲਦਾ ਹੀ ਨਹੀਂ, ਅਸੀਂ ਫਤਿਹਗੜ੍ਹ ਸਾਹਿਬ ਬਹੁਤ ਸੋਹਣਾ ਬਣਾਤਾ ਹੈ, ਮੋਰਿੰਡੇ ਦੇ ਵਿੱਚ ਕੋਈ ਸਮੱਸਿਆ ਬਾਕੀ ਨਹੀਂ ਰਹੀ, ਨਾਜਾਇਜ਼ ਕਲੋਨੀ ਪੰਜਾਬ 'ਚ ਕਿਤੇ ਹੈ ਹੀ ਨਹੀਂ, ਸੀਵਰੇਜ ਦਾ ਪਾਣੀ ਉਛਾਲੇ ਕਿਸੇ ਪਾਸੇ ਮਾਰਦਾ ਹੀ ਨਹੀਂ, ਗਲੀ ਦੇ ਵਿੱਚ ਮੀਂਹ ਦਾ ਪਾਣੀ ਕਿਤੇ ਖਲੋਂਦਾ ਹੀ ਨਹੀਂ। ਯਾਨੀ ਚੰਡੀਗੜ੍ਹ ਤਾਂ ਲੈ ਲਓ, ਪਰ ਦਾਅਵਾ ਕੀ ਕਰੋਗੇ ਕਿ ਚੰਡੀਗੜ੍ਹ ਲੈ ਕੇ ਉਹਨੂੰ ਲੁਧਿਆਣਾ ਬਣਾ ਦੇਣਾ ਕਿ ਲੁਧਿਆਣੇ ਨੂੰ ਚੰਡੀਗੜ੍ਹ ਬਣਾ ਦੇਣਾ। ਦੂਸਰੀ ਗੱਲ ਤੁਸੀਂ SYL ਦੀ ਕੀਤੀ, ਪੰਜਾਬ ਨੂੰ ਪਾਣੀ ਚਾਹੀਦਾ। ਮੈਂ ਨਹੀਂ ਕੀਤੀ, ਉਹਨਾਂ ਕੀਤੀ, ਮੇਰੇ ਗੱਲ ਨਾ ਪਾਓ ਸਦਾ ਜੀ ਗੱਲ ਆ। ਪਾਣੀ ਹੈ ਹੀ ਨਹੀਂ ਪੰਜਾਬ ਦੇ ਕੋਲ। ਪਿਛਲੇ ਸਮੇਂ ਦੇ ਵਿੱਚ ਸਿੱਧੇ ਤੌਰ ਦੇ ਉੱਤੇ ਪੰਜਾਬ ਤੇ ਹਰਿਆਣੇ ਦੇ ਲੋਕਾਂ ਨੇ ਆਪਸੀ ਸਮੱਸਿਆਵਾਂ ਨੂੰ ਸਮਝ ਲਿਆ। ਕੀ ਪੰਜਾਬ ਦੇ ਵਿੱਚ ਪੰਜਾਬ ਦੀ ਲੀਡਰਸ਼ਿਪ ਜਿਹੜੀ ਵੀ ਕੋਈ SYL ਦਾ ਮੁੱਦਾ ਚੱਕੂ, ਪਾਣੀ ਅਸੀਂ
ਦੇਣ ਜੋਗਾ ਹੀ ਨਹੀਂ। ਜਿਹੜੀ ਵੀ ਕੋਈ ਲੀਡਰਸ਼ਿਪ ਪੰਜਾਬ 'ਚ ਪਾਣੀ ਦਾ ਮੁੱਦਾ ਚੁੱਕੂ, ਸਭ ਤੋਂ ਪਹਿਲੀ ਗੱਲ ਕਿ ਭਾਈ ਸਤਲੁਜ ਨੂੰ ਗੰਦਾ ਹੋਣੋਂ ਬਚਾ ਲਓ। ਜਿਹੜਾ ਮੀਂਹ ਦਾ ਪਾਣੀ ਹੈ, ਜਿਹੜਾ ਰੀਚਾਰਜ ਸਿਸਟਮ ਥੱਲੇ ਲੱਗੇ ਪਾਣੀ ਜੀਰਨ ਨੂੰ, ਪਟਿਆਲੇ ਦੇ ਵਿੱਚ ਬੀਬੀ ਪ੍ਰਨੀਤ ਕੌਰ ਹੋਰਾਂ ਨੇ 4-5 ਉੱਦਾਂ ਦੇ ਵੈੱਲ ਬਣਾਏ ਸੀ, ਉਹ ਵੀ ਬੰਦ ਹੋ ਗਏ। ਕੀ ਤੁਸੀਂ ਬਾਕੀ ਜਿਹੜਾ ਪਾਣੀ ਪੰਜਾਬ 'ਚ ਹੈਗਾ ਉਹਨੂੰ ਸਾਂਭਣ ਦਾ ਕੋਈ ਨੁਕਤਾ ਨਕਤਾ ਜਾਂ ਚੱਜ ਦਾ ਕਰ ਲਿਆ, ਜਾਂ ਕੰਮ ਅੱਧ ਵਿਚਾਲੇ ਫਸਿਆ? ਠੀਕ ਹੈ, ਕਹਿਣ ਨੂੰ ਕੋਈ ਬੰਦਾ ਕੁਝ ਵੀ ਕਰੀ ਚਲੇ, ਵੈਸੇ ਵੀ ਪੰਜਾਬ 'ਚ ਹੁਣ ਲੁੱਟਣ ਨੂੰ ਬਾਕੀ ਕੀ ਹੈ? ਸੰਧਾਲੀਆ ਸਾਹਿਬ, ਕਰਜ਼ਾਈ ਆਪਾਂ ਹੈਗੇ ਆ, ਪਾਣੀ ਆਪਣਾ ਦੂਸ਼ਿਤ ਹੈ, ਹਵਾ ਆਪਣੀ ਠੀਕ ਨਹੀਂ। ਜੇ ਤਾਂ ਪੰਜਾਬ ਦੇ ਵਿੱਚ ਖਜ਼ਾਨੇ ਭਰੇ ਹੋ ਰੱਖ ਲਿਆ ਕਿ ਦਿੱਲੀ ਵਾਲਾ ਕੋਈ ਲੁੱਟ ਕੇ ਲੈ ਜੂ, ਅਸੀਂ ਨਹੀਂ ਕਹਿੰਦੇ ਕੋਈ ਦਿੱਲੀ ਤੋਂ ਬੰਦਾ ਆਣ ਕੇ ਪੰਜਾਬ ਤੇ ਰਾਜ ਕਰੇ, ਬਿਲਕੁਲ ਨਹੀਂ ਕਹਿੰਦੇ, ਪਰ ਘੱਟੋ ਘੱਟ ਜੇ ਕੋਈ ਤੁਹਾਡੇ ਕੋਲੇ ਮੰਨ ਲਓ 2 ਟੌਫੀਆਂ, ਤੁਹਾਨੂੰ ਮੇਰੇ ਕੋਲ ਡਰ ਲੱਗਦਾ ਹੈ ਖੋਹ ਕੇ ਲੈ ਜੂ, ਟੌਫੀਆਂ ਹੋਣਗੀਆਂ ਤਾਂ ਡਰੋਗੇ ਤੁਸੀਂ, ਪੱਲੇ ਛੱਡਿਆ ਕੀ ਆ? ਪਹਿਲੀ ਗੱਲ ਇਹ ਗੱਲਾਂ ਬਿਲਕੁਲ ਸਹੀ ਆ। ਹੁਣ ਕਾਰਨ ਇਹ ਆ, ਇਹੀ ਤਾਂ ਆਪਾਂ ਗੱਲ ਕਰਦੇ ਆ ਵੀ ਵਾਹਵਾ ਦੇਰ ਦਾ ਕੋਈ ਮੁੱਦਾ ਨਹੀਂ ਲੱਭ ਰਿਹਾ ਸੀਗਾ, ਫਿਰ ਅਚਾਨਕ ਉਹਨਾਂ ਆਖਿਆ ਵੀ ਆਹ ਮੁੱਦਾ ਬਣਾਈਏ ਜੀ। ਫਿਰ ਭਗਵੰਤ ਮਾਨ ਸਾਹਿਬ ਦੀ ਦਾਰੂ ਤੇ ਵੀ ਆ ਗਏ ਆਪਣੇ ਬਿੱਟੂ ਸਾਹਿਬ। ਉਹ ਕਹਿੰਦੇ ਦੇਖੋ ਕਾਰਨ ਇਹ ਆ ਵੀ ਬੰਦੇ ਦਾ ਤੁਸੀਂ ਆਪ ਹਿਸਾਬ ਕਿਤਾਬ ਦੇਖੋ, ਉਹਨਾਂ ਦੀ ਪਹਿਲੀ ਵੀਡੀਓ ਦੇਖੋ, ਹੁਣ ਵਾਲੀ ਵੀਡੀਓ ਦੇਖੋ, ਉਹ ਬੰਦੇ ਦਾ ਇਲਾਜ ਕਰਾਇਆ ਖੜ ਕੇ ਕੇਜਰੀਵਾਲ ਸਾਹਿਬ ਨੇ, ਇਲਾਜ ਕਰਾਉਣ ਤੋਂ ਬਾਅਦ ਬੰਦਾ ਲਿਆਂਦਾ। ਹੁਣ ਹੋ ਸਕਦਾ ਵੀ ਉਹ ਆਪਣੇ ਵੱਲੋਂ ਤਾਂ ਮੁੱਦਾ ਬਣਾਉਂਦੇ ਹੁਣ ਵੀ ਯਾਰ ਸ਼ਰਾਬ ਵਾਲਾ ਮੁੱਦਾ ਬਣਾ ਦਈਏ। ਦੂਸਰੀ ਗੱਲ ਮੈਨੂੰ ਇਹ ਲੱਗਦੀ ਵੀ ਇਹ ਤਾਂ ਸਗੋਂ ਵਧੀਆ ਹੋ ਗਿਆ ਜੇ ਅਗਲਾ ਇਲਾਜ ਕਰਾ ਲਿਆ, ਬੰਦਾ ਠੀਕ ਕਰਾ ਲਿਆ, ਕਿਤੇ ਇੱਦਾਂ ਤਾਂ ਨਹੀਂ ਹੋ ਗਿਆ ਵੀ ਉਹ ਸਗੋਂ ਆਪਣਾ ਤਾਂ ਬੰਦਾ ਘੇਰਦੇ ਸੀ ਆਪਾਂ ਤੇ ਬੰਦਾ ਦੂਸਰੇ ਪਾਸੇ ਆ ਗਿਆ। ਪਰ ਇੱਕ ਚੀਜ਼ ਇਹ ਵੀ ਹੈ, ਮੈਂ ਨਾ ਵੀ ਜੇ ਇਹ ਸ਼ਰਾਬ ਵਾਲਾ ਮੁੱਦਾ ਹੈਗਾ ਹੀ ਆ ਤੇ ਪੱਕੀ 100 ਨੇਮ ਪਾ ਦੇਣੇ ਚਾਹੀਦੇ ਵੀ ਕੋਈ ਵੀ MLA, ਕੋਈ ਵੀ MP, ਕੋਈ ਵੀ ਮੁੱਖ ਮੰਤਰੀ ਬਣਾਉਣਾ ਹੀ ਨਹੀਂ ਯਾਰ ਜਿਹੜਾ ਸ਼ਰਾਬ ਪੀਂਦਾ ਹੋਵੇ, ਭਾਵੇਂ ਗਲਾਸੀ ਪੀਂਦਾ ਹੋਵੇ, ਉਹ ਸਾਰਿਆਂ ਨੂੰ ਵਧੀਆ ਕੰਮ ਹੈ ਨਾ। ਉਹ ਇੰਨੀ ਮਾੜੀ ਚੀਜ਼ ਹੈ ਫਿਰ ਕੱਲ੍ਹ ਹੀ ਬਣਾਉਣਾ ਨਹੀਂ। ਜਿਹੜਾ ਪੀਂਦਾ ਹੋਵੇ, ਜਿਹੜਾ ਵੇਚਦਾ ਹੋਵੇ, ਜਿਹੜਾ ਵੇਚਣ ਦੀ ਮਦਦ ਕਰਦਾ ਹੋਵੇ, ਜਿਹੜਾ ਉਸ ਗੱਲ ਦੇ ਉੱਤੇ ਦਸਤਖਤ ਵੀ ਕਰੂ ਕਿ ਪੰਜਾਬ 'ਚ ਸ਼ਰਾਬ ਤੋਂ ਪੈਸੇ ਚਾਹੀਦੇ ਆ, ਯਾਨੀ ਜੇ ਇੱਕ MLA ਜਾਂ MP ਨੂੰ ਮਾੜੀ ਬਹਿੰਦੀ ਹੈ ਤਾਂ ਪੰਜਾਬ ਦੇ 2 ਕਰੋੜ 12 ਲੱਖ ਵੋਟਰਾਂ ਨੂੰ ਕਿਹੜਾ ਚੰਗੀ ਬਹਿੰਦੀ ਹੋਣੀ ਹੈ? ਬਿਲਕੁਲ। ਇਹ ਵੀ ਮੇਰੇ ਖਿਆਲ ਨਾਲ ਕਰ ਲੈਣਾ ਚਾਹੀਦਾ। ਚਲੋ ਆਸ ਕਰਦੇ ਹਾਂ ਵੀ ਕੋਈ ਨਾ ਕੋਈ ਪਾਰਟੀ ਨੂੰ ਲੈ ਆਊਗੀ ਉਹਦੇ ਵਿੱਚ ਆਪਣਾ ਚੋਣ ਮਨੋਰਥ ਪੱਤਰ ਦੇ ਵਿੱਚ। ਦੂਜੇ ਪਾਸੇ ਗੱਲ ਇਹ ਆ ਵੀ ਇਹ ਸਾਰੇ ਕੁਛ ਤੇ ਸੁਖਬੀਰ ਬਾਦਲ ਸਾਹਿਬ ਦੀ ਗੱਲ ਕਰ ਲਈਏ। ਕਰੋ, ਮੈਂ ਫਿਰ ਵੱਡੇ ਬਾਦਲ ਸਾਹਿਬ ਦੀ ਕਰਨੀ ਆ। ਅੱਛਾ, ਸੁਖਬੀਰ ਬਾਦਲ ਸਾਹਿਬ ਦੀ ਗੱਲ ਇਹ ਤਾਂ ਉਹ ਕਹਿੰਦੇ ਦੇਖੋ ਕਾਰਨ ਹੈ ਬੜਾ ਹੀ ਕਲੀਅਰ ਹੋ ਗਿਆ ਕੰਮ ਵੀ ਜੇ ਤੁਸੀਂ ਐਂ ਭਾਲਦੇ ਹੋ ਵੀ ਹੁਣ ਭਗਵੰਤ ਮਾਨ ਨੇ ਪੰਜਾਬ ਬਣਾ ਦੇਣਾ ਫਿਰ ਤੁਸੀਂ ਭੁੱਲ ਜਾਓ ਜੀ, ਫਿਰ ਬਣ ਹਟਿਆ। ਉਹ ਕਹਿੰਦੇ ਪਾਲਿਸੀ ਹੋਣੀ ਚਾਹੀਦੀ ਆ, ਬੰਦੇ ਦਾ ਵਿਜ਼ਨ ਹੋਣਾ ਚਾਹੀਦਾ। ਕਹਿੰਦੇ ਪਿੱਛੇ ਤੁਸੀਂ ਅਕਾਲੀ ਦਲ ਦੀ ਸਰਕਾਰ ਦੇਖੀ, ਸਾਡਾ ਵਿਜ਼ਨ ਦੇਖਿਆ 10 ਸਾਲਾਂ 'ਚ ਅਸੀਂ ਜਿਹੜਾ ਕੰਮ ਕੀਤਾ ਉਹ ਵਿਜ਼ਨ ਪੂਰੇ ਪੰਜਾਬ 'ਚ ਹੈ। ਉਹ ਤਾਂ ਵਿੱਚ ਐਵੇਂ ਕਾਂਗਰਸ ਆ ਗਈ ਕਰਕੇ ਕੰਮ ਰੁਕ ਗਿਆ, ਨਹੀਂ ਤੇ ਉਦੋਂ ਬਾਅਦ ਤੁਸੀਂ ਦੇਖੋ ਵੀ ਅਸੀਂ ਵੱਟ ਕਿੱਦਾਂ ਕੱਢਦੇ। ਮਤਲਬ ਇਨਡਾਇਰੈਕਟ ਵੀ ਨਾ ਉਹਨਾਂ ਦੇ ਕਹਿਣ ਦਾ ਭਾਵ ਇਹ ਸੀ ਵੀ ਦੇਖੋ ਮੈਂ ਚੀਜ਼ ਕੀ ਆ, ਇਹ ਕਰਾ ਮੌਕਾ ਦਿਓ। ਲੈ ਦੱਸ। ਸੰਧਾਲੀਆ ਸਾਹਿਬ ਦੇਖੋ, ਸੁਖਬੀਰ ਸਿੰਘ ਬਾਦਲ ਸਾਹਿਬ ਜਿੱਥੇ ਜਾਂਦੇ ਆ ਉਹ ਵਧੀਆ ਤਰੀਕੇ ਨਾਲ ਗੱਲ ਕਰਦੇ ਆ ਕਿ ਅਸੀਂ ਆ ਪਠਾਨਕੋਟ ਨੇੜੇ ਜਿੱਥੇ ਡੈਮ ਆ ਉੱਥੇ ਆ ਬਣਾ ਦੇਣਾ, ਸਕੂਲਾਂ ਨੂੰ 12,000 ਕਰੋੜ ਰੁਪਈਆ ਸਕੂਲੀ ਸਿੱਖਿਆ ਦੇ ਉੱਤੇ ਕਹਿੰਦੇ ਲਾ ਦੇਣਾ, ਐਸਾ ਸਕੂਲ ਹੋਏਗਾ ਜਿੱਥੇ 5,000 ਬੱਚਾ ਪੜ੍ਹੇਗਾ, ਇੰਨੇ 100 ਅਧਿਆਪਕ ਹੋਣਗੇ, ਸਾਰਾ ਕੁਝ ਬਹੁਤ ਵਧੀਆ ਕਹਿੰਦੇ ਆ। ਉਹ ਸਕੂਲਾਂ ਤੇ ਮੈਨੂੰ ਥੋੜੀ ਹੈਰਾਨੀ ਸੀ। ਕਿਵੇਂ? ਉਹ ਕਹਿੰਦੇ ਵੀ 25,000 ਦੀ ਆਬਾਦੀ ਵਾਲੇ ਏਰੀਏ 'ਚ 5,000 ਨਿਆਣੇ ਪੜ੍ਹਨ ਵਾਲਾ ਸਕੂਲ ਜੀ। ਹੁਣ ਗੱਲ ਇਹ ਹੈ ਵੀ ਜੇ 25,000 ਦੀ ਆਬਾਦੀ ਆ ਤੇ ਆਪਾਂ ਇਹ ਵੀ ਲਾਈਏ ਵੀ ਜੇ 2 ਪੇਰੈਂਟਸ ਹੋਣਗੇ ਤੇ ਉਹਨਾਂ ਦਾ ਇੱਕ ਨਿਆਣਾ ਵੀ ਲਾ ਲਈਏ ਤੇ 25,000 ਦੀ ਆਬਾਦੀ ਤੇ 5,000 ਨਿਆਣੇ ਹੋਣਗੇ। ਉਹਨੇ ਸਕੂਲੀ ਸਿੱਖਿਆ ਨਾ ਯਾਰ, ਤਾਂ ਨਿਆਣੇ ਹੀ ਪੜਾਉਣੇ ਸਕੂਲ 'ਚ, ਹੋਰ ਕੀ ਕਰਨਾ? ਵੀ ਮੈਂ ਤਾਂ ਕੈਲਕੂਲੇਸ਼ਨ ਦੀ ਗੱਲ ਕਰਦਾ ਵੀ ਹੋ ਸਕਦਾ ਜਿਹਨੇ ਮਗਰੋਂ ਕਿਸੇ ਨੇ ਲਿਖ ਕੇ ਦਿੱਤਾ ਫਟਾਫਟ ਉਹਨੂੰ ਜ਼ਰੂਰ ਪੁੱਛਣ ਬਾਦਲ ਸਾਹਿਬ ਵੀ ਉਹ ਰੇਟ ਹਿਸਾਬ ਨਾਲ ਲਾਇਆ ਕਰ ਵੀ ਤੁਹਾਡੇ ਸਾਡੇ ਲਿਖ ਦੇਣਾ ਨਾ। ਹੁਣ 25,000 ਦਾ ਜਾਣਦੇ ਆ ਕਿ ਵੀ ਮਤਲਬ 12,000 ਨਿਆਣ ਵਾਲਾ ਹਿਸਾਬ ਤਾਂ ਲਾ ਲਾਂਗੇ ਆਪਾਂ, ਜਾਂ ਵੀ 10,000 ਦੀ ਆਬਾਦੀ ਪਿੱਛੇ 5,000 ਦਾ ਸਕੂਲ ਵਾਲਾ, ਕੋਈ ਵੀ ਚਲੋ ਗੱਲਬਾਤ। ਦੂਜੀ ਗੱਲ ਇਹ ਵੀ ਉਹ ਕਹਿੰਦੇ ਵੀ ਅਧਿਆਪਕ ਵੀ ਵਿੱਚੇ ਰਹਿਣਗੇ, ਸਾਰਾ ਕੁਝ ਵਿੱਚੇ ਰਹੂਗਾ, ਇੱਥੇ ਤੁਹਾਡੇ ਸਾਹਮਣੇ ਬਣ ਜਾਣੇ ਆ। ਫਿਰ ਉਹ ਵੀ ਪੁੱਛਿਆ ਇੱਥੇ ਕਿੰਨੀ ਕੁ ਆਬਾਦੀ ਆ? ਲੈ ਦੱਸ। ਹੁਣ ਇਹ ਜਿਹੜੀਆਂ ਗੱਲਾਂ ਨੇ ਜਿਹੜੀਆਂ ਉਸੇ ਵੇਲੇ ਮੌਕੇ ਤੇ ਬਣ ਜਾਂਦੀਆਂ ਨੇ, ਇਹ ਕਿਤੇ ਨਾ ਕਿਤੇ ਕੱਚੀਆਂ ਲੱਗਦੀਆਂ। ਅਸੀਂ ਨਹੀਂ ਕਹਿੰਦੇ ਵੀ ਉਹ ਕਰ ਨਹੀਂ ਸਕਦੇ, ਉਹਨਾਂ ਨੇ ਕੀਤਾ, ਉਹ ਗਾਂਹ ਵੀ ਕਰਨਗੇ। ਪਰ ਗੱਲ ਇਹ ਆ ਵੀ ਉਹ ਜਿਹੜੀਆਂ ਗੱਲਾਂ ਨੇ ਘੁੰਮ ਫਿਰ ਕੇ ਹੁਣ ਸਿੱਖਿਆ ਦੀਆਂ ਹੁੰਦੀਆਂ ਨੇ। ਫਿਰ ਸਵਾਲ ਉਹ ਆ ਜਾਂਦਾ ਜਿਹੜਾ ਤੁਸੀਂ ਕਰ ਦਿੰਦੇ ਆ ਵੀ ਬਾਦਲ ਸਾਹਿਬ ਯਾਰ 6ਵੀਂ ਵਾਰ ਮੁੱਖ ਮੰਤਰੀ ਬਣਨਾ ਉਹਨਾਂ ਨੇ। ਰੌਲਾ ਤਾਂ ਕੋਈ ਨਾ ਕੋਈ ਹੈਗਾ, ਇਹ ਤਾਂ ਨਹੀਂ ਵੀ ਪੰਜਾਬ 'ਚ ਪਹਿਲੀ ਵਾਰ ਬਣਨਾ। ਉਹ ਇੱਦਾਂ ਵੀ ਨਹੀਂ ਕਹਿ ਸਕਦੇ ਇੱਕ ਮੌਕਾ ਸਾਨੂੰ। ਉਹ ਕਹਿੰਦੇ 6ਵੀਂ ਵਾਰ ਮੌਕਾ ਦਿਓ ਜੀ। ਬਾਕੀ ਸੰਧਾਲੀਆ ਸਾਹਿਬ ਦੇਖੋ, ਇੱਕ ਗੱਲ ਹੈਗੀ ਆ ਕਿ ਸਾਰੀਆਂ ਪਾਰਟੀਆਂ ਜਦੋਂ ਮੁਫਤ ਦਾ ਭਾਂਡਾ ਲਈ ਫਿਰਦੀਆਂ ਕਿ ਭਾਈ ਤੁਹਾਨੂੰ ਦੇ ਦੇਣੇ ਆ, ਐਂ ਸਿਆਸੀ ਪਾਰਟੀਆਂ ਦਾ ਹਾਲ ਉਸ ਬੀਬੀ ਵਰਗਾ, ਜੇ ਕਿਸੇ ਦੇ ਘਰੇ ਮੁੰਡਾ ਜਾਂ ਕੁੜੀ ਦਾ ਜਨਮ ਹੋਇਆ ਹੋਵੇ ਤਾਂ ਲੱਡੂ ਵੰਡਦੇ ਹੁਣ ਪਰਾਤ ਸਿਰ ਤੇ ਹੋਵੇ ਤਾਂ ਉਹਨੇ ਦੇਖਣਾ ਨਹੀਂ ਹੁੰਦਾ ਪਰਾਤ ਥੱਲੇ ਲਾ ਕੇ। ਉਹ ਬੀਬੀ ਨੂੰ ਪਤਾ ਹੁੰਦਾ ਕਿ ਮੈਂ ਇਦਾਂ ਹੱਥ ਪਾਇਆ ਤੇ 4 ਹੀ ਲੱਡੂ ਹੱਥ 'ਚ ਆਉਣੇ ਆ, ਉਹਨੇ ਐਂ ਕਰਕੇ ਦੇ ਦੇਣੇ ਹੁੰਦੇ ਆ। ਇਸ ਲਈ ਉਹ ਕੋਈ 1000 ਰੁਪਈਆ ਦਿੰਦਾ, ਕੋਈ 2000 ਦਿੰਦਾ, ਕੋਈ 3000 ਦਿੰਦਾ, ਕਿਉਂਕਿ ਲੱਡੂ ਬੀਬੀ ਦੇ ਆਪਣੇ ਨਹੀਂ ਹੁੰਦੇ। ਉਹ ਨਾ ਹੀ ਇੱਥੇ ਜਿਹੜੇ ਪੈਸੇ ਦੇਣੇ ਆ, ਜੇ ਦਿੱਤੇ ਤਾਂ ਉਹ ਕਿਹੜਾ ਆਪਣੇ ਹੋਣੇ ਆ। ਵੱਡੇ ਬਾਦਲ ਸਾਹਿਬ ਨੇ ਇੱਕ ਗੱਲ ਕੀਤੀ, ਲੰਬੀ 'ਚ ਸੰਬੋਧਨ ਕਰਦੇ ਸੀ, ਪ੍ਰਚਾਰ ਕਰ ਰਹੇ ਅੱਜ ਕੱਲ੍ਹ, ਉਹਨਾਂ ਦੀ ਉਮਰ ਵਧੀਆ ਹੋਵੇ, ਸਿਹਤਯਾਬ ਰਹਿਣ ਅਸੀਂ ਕਹਿੰਦੇ ਆ। ਉਹ ਕਹਿੰਦੇ ਦੇਖੋ
ਜੇ ਦਿੱਲੀ ਵਾਲਾ ਮਾਡਲ ਕੇਜਰੀ ਮਾਡਲ ਇੱਥੇ ਲਾਗੂ ਹੋ ਗਿਆ ਨਾ, ਪੰਜਾਬ ਬਰਬਾਦ ਹੋ ਜੂ, ਪੰਜਾਬ ਤਬਾਹ ਹੋ ਜੂ। ਉਹਨਾਂ ਨੇ ਬੜੀ ਕਮਾਲ ਦੀ ਇਹ ਗੱਲ ਕਹੀ, ਮੈਨੂੰ ਇੱਥੇ ਲੱਗੀ ਹਨਾ, ਤਾਂ ਇਧਰ ਹੀ ਹੁੰਦਾ ਨਾ, ਹਲਟ ਫੇਲ ਹੋ ਚੱਲਿਆ ਸੀ। ਉਹ ਕਹਿੰਦੇ ਦੇਖੋ ਫਰਕ ਬਹੁਤ ਹੈ, ਜਿਵੇਂ ਫਰਕ ਬਹੁਤ ਹੈ ਕਿ ਪੰਜਾਬ 'ਚ ਸੇਮ ਹੈ, ਦਿੱਲੀ 'ਚ ਸੇਮ ਨਹੀਂ ਹੈ। ਦਿੱਲੀ ਸ਼ਹਿਰੀ ਇਲਾਕਾ ਹੈ, ਪੰਜਾਬ 'ਚ ਪੇਂਡੂ ਇਲਾਕਾ ਵੀ ਹੈ। ਮੈਂ ਕਿਹਾ ਉਹਨਾਂ ਨੇ ਬਿਲਕੁਲ ਠੀਕ ਕਿਹਾ। ਹੁਣ ਦਿੱਲੀ ਵਾਲਿਆਂ ਨੂੰ ਕੀ ਪਤਾ ਸੇਮ ਦਾ, ਜੇ ਅਰਵਿੰਦ ਕੇਜਰੀਵਾਲ ਪੁੱਛੋ ਸੇਮ ਕੀ ਹੁੰਦੀ, ਉਹਨੂੰ ਪਤਾ ਹੀ ਪਤਾ ਹੋਣਾ। ਪਰ ਮੈਨੂੰ ਐਂ ਲੱਗਦਾ ਸੀ ਕਿ ਬਾਦਲ ਸਾਹਿਬ ਕਿਉਂਕਿ ਬੜੇ ਤਜਰਬੇਕਾਰ ਨੇ, ਸਿਆਣੇ ਨੇ, ਉਹਨਾਂ ਨੇ ਬਿਲਕੁਲ ਠੀਕ ਗੱਲ ਕਹੀ ਕਿ ਦਿੱਲੀ ਵਾਲਾ ਮਾਡਲ ਪੰਜਾਬ 'ਚ ਲਾਗੂ ਹੀ ਨਹੀਂ ਸਕਦਾ। ਪਰ ਮੈਂ ਸੋਚ ਰਿਹਾ ਸੀ ਕਿ ਸਕੂਲ ਤਾਂ ਦਿੱਲੀ 'ਚ ਵੀ ਨੇ, ਸਕੂਲ ਪੰਜਾਬ 'ਚ ਵੀ ਨੇ, ਲੋਕ ਦਿੱਲੀ 'ਚ ਵੀ ਬਾਹਰ ਹੁੰਦੇ ਆ ਬਿਮਾਰ, ਤਾਂ ਪੰਜਾਬ 'ਚ ਵੀ ਹੁੰਦੇ ਆ। ਟੀਕਾ ਉੱਥੇ ਵੀ ਲਵਾਉਣਾ ਪੈਂਦਾ ਤੇ ਟੀਕਾ ਇੱਥੇ ਵੀ ਲਵਾਉਣਾ ਪੈਂਦਾ। ਰਾਸ਼ਨ ਕਾਰਡ 'ਚ ਨਾਂ ਦਿੱਲੀ ਵਾਲਿਆਂ ਨੂੰ ਵੀ ਕਢਵਾਉਣਾ ਪੈਂਦਾ ਤੇ ਵਿੱਚ ਸ਼ਾਮਲ ਕਰਾਉਣਾ ਪੈਂਦਾ ਤੇ ਸਾਨੂੰ ਵੀ ਕਰਾਉਣਾ ਪੈਂਦਾ। ਯਾਨੀ ਕੋਈ ਨਾ ਕੋਈ ਚੀਜ਼ ਜੇ ਚੰਗੀ ਆ ਤਾਂ ਉਹ ਲੈ ਲਓ, ਨਹੀਂ ਤਾਂ ਬਾਦਲ ਸਾਹਿਬ ਅਜੇ ਵੀ ਇੱਕ ਹਫ਼ਤਾ ਹੈਗਾ, ਆਪਦਾ ਮਾਡਲ ਲਿਖ ਕੇ ਪੰਜਾਬ ਦੇ ਲੋਕਾਂ ਦੇ ਸਾਹਮਣੇ ਰੱਖ ਦਿਓ ਕਿ ਕੇਜਰੀਵਾਲ ਦੇ ਮਾਡਲ ਦੇ ਵਿੱਚ ਆਹ ਕਮਜ਼ੋਰੀਆਂ ਨੇ, ਬਿਲਕੁਲ ਲਾਗੂ ਨਹੀਂ ਹੋ ਸਕਦਾ ਤੇ ਸਾਡੇ ਕੋਲੇ ਆਹ ਮਾਡਲ ਪਿਆ ਹੈ। ਹਾਂਜੀ, ਆਉਣ ਵਾਲੇ ਦਿਨਾਂ 'ਚ ਆ ਜਾਣਾ ਮਾਡਲ, ਤੁਸੀਂ ਪਰਵਾਹ ਨਾ ਕਰੋ। ਪਰ ਮੈਨੂੰ ਇਹ ਆ ਵੀ ਜਿੰਨੀਆਂ ਕਿ ਕੈਲਕੂਲੇਸ਼ਨਾਂ ਸਾਰੀਆਂ ਸਹੀ ਕਰ ਲੈਣੇ ਤੇ ਕੱਲ੍ਹ ਦੇ ਡਿਜ਼ਨੀਲੈਂਡ ਵਾਲੀ ਗੱਲਬਾਤ ਹੋ ਜਾਵੇ ਕਿਤੇ। ਇਹ ਜਿੱਥੇ ਕਿਤੇ ਜਾ ਕੇ ਇਸ ਵਕਤ ਗੇਮ ਖੜ ਗਈ, ਉਹਦੇ 'ਚ ਇੱਕ ਗੱਲ ਤੇ ਕਲੀਅਰ ਕੱਟ ਜਾਪਦੀ ਆ ਵੀ ਹੌਲੀ ਹੌਲੀ ਹੁਣ ਵਿਕਾਸ ਵਾਲੀ ਗੱਲ ਦਾ ਜਵਾਬ ਜਿਹੜੀਆਂ ਵੀ ਰਵਾਇਤੀ ਪਾਰਟੀਆਂ ਨੇ ਉਹਨਾਂ ਕੋਲੇ ਹੈ ਨਹੀਂ। ਇਸ ਕਰਕੇ ਉਹਨੂੰ ਲੱਗਦਾ ਵੀ ਜਾਂ ਤਾਂ ਵਿਅਕਤੀਗਤ ਮੁੱਦੇ ਕੱਢ ਲਈਏ ਜਾਂ ਫਿਰ ਆਪਾਂ ਪੁਰਾਣੇ ਮੁੱਦੇ ਕੱਢ ਲਈਏ ਜਿਨ੍ਹਾਂ ਤੋਂ ਪਹਿਲਾਂ ਤੋਂ ਵੋਟਾਂ ਪੈਂਦੀਆਂ ਨੇ, ਚੰਡੀਗੜ੍ਹ ਪੰਜਾਬ ਦਾ ਤੇ SYL ਨਹਿਰ ਦਾ ਰੌਲਾ ਦੂਜਾ ਤੀਜਾ, ਹੈ ਨਾ। ਪਰ ਜੇ ਲੜਾਈ ਉੱਥੇ ਲਿਆ ਕੇ ਲੜਨ ਦੀ ਕੋਸ਼ਿਸ਼ ਕੀਤੀ ਗਈ, ਹੋ ਸਕਦਾ ਵੀ ਕਿਸੇ ਵੇਲੇ ਹੁੰਦਾ ਨਾ ਵੀ ਯਾਰ ਤੂੰ ਕੀ ਬੋਲੇ, ਕਹਿੰਦਾ ਯਾਰ ਜਿਹੜਾ ਮੰਤਰ ਤੂੰ ਪੜ੍ਹਨ ਡਿਆ ਇਹ ਹੁਣ ਕੰਮ ਕਰਨੋਂ ਹਟ ਗਿਆ। ਕਿਉਂਕਿ ਇਹ ਜਿਹੜੇ ਵੀ ਬੰਦੇ ਨੇ ਇਸ ਵਕਤ ਜਿਨ੍ਹਾਂ ਨੇ ਰਾਜ ਕੀਤਾ ਜਾਂ ਜਿਹੜੇ ਕਹਿੰਦੇ ਦੁਬਾਰਾ ਕਰਨਾ, ਮੇਰੇ ਖਿਆਲ ਨਾਲ ਉਹਨਾਂ ਕੋਲ ਤੇ ਅੱਧਾ ਹੋਮਵਰਕ ਹੋਇਆ ਹੋਣਾ ਚਾਹੀਦਾ ਵੀ ਯਾਰ ਇੱਥੇ ਜੇ ਮਾਰ ਖਾ ਗਏ ਸੀਗੇ, ਇਸ ਮੋੜ ਤੋਂ ਆਪਾਂ ਗਲਤ ਮੁੜੇ ਆ, ਇਸ ਮੋੜ ਨੂੰ ਆਪਾਂ ਨੇ ਸਹੀ ਕਰ ਲੈਣਾ, ਤਾਂ ਦੇਖੋ ਆਪਾਂ ਵੱਟ ਕਿੱਦਾਂ ਕੱਢਦੇ। ਉਹ ਨਵਾਂ ਬੰਦਾ ਆ ਕੇ ਆਖੀ ਜਾਂਦਾ ਵੀ ਮੈਨੂੰ ਪਤਾ ਹੀ ਕਿਹੜੀ ਨਾੜ ਬਲੌਕ ਆ ਤੇ ਮੈਂ ਹਾਰਟ ਆਪਰੇਸ਼ਨ ਕਰ ਦੂੰਗਾ, ਤੇ ਜਿਹੜਾ ਬੰਦਾ ਕਹਿੰਦਾ ਵੀ ਮੇਰੇ ਕੋਲ ਹੀ ਆਇਆ ਮਰੀਜ਼, ਬੜੀ ਪੁਰਾਣੀ ਦਵਾਈ ਚੱਲਦੀ ਹੈ, ਉਹ ਕਹੀ ਜਾਂਦਾ ਮੈਨੂੰ ਪਤਾ ਨਹੀਂ ਵੀ ਇਹਦੇ ਹਾਰਟ 'ਚ ਪੀੜ ਕਿਉਂ ਹੁੰਦੀ। ਕੋਈ ਨਹੀਂ, ਗੋਡੇ ਨਵੇਂ ਪਾ ਦੇਣੇ ਵਾ, ਬਾਕੀ ਪ੍ਰਵਾਹ ਕੋਈ ਨਹੀਂ। ਸੰਧਾਲੀਆ ਸਾਹਿਬ ਬਹੁਤ ਵਧੀਆ ਫਾਰਮੂਲਾ ਹੈ, ਉਧਰਲੇ ਪਾਸੇ ਨੂੰ ਸਾਰਿਆਂ ਨੂੰ ਤੁਰਨਾ ਚਾਹੀਦਾ। ਦੇਖੋ ਬਾਦਲ ਸਾਹਿਬ ਨੇ 10 ਸਾਲ ਲਗਾਤਾਰ ਰਾਜ ਕੀਤਾ, ਕੈਪਟਨ ਸਾਹਿਬ ਨੇ 4.5 ਸਾਲ ਤੇ ਚੰਨੀ ਸਾਹਿਬ ਉਸੇ ਵਜ਼ਾਰਤ ਦੇ ਵਿੱਚ ਮੰਤਰੀ ਹੁੰਦੇ ਸੀ। ਜਦੋਂ ਅਰਵਿੰਦ ਕੇਜਰੀਵਾਲ ਹੋਰੀ ਕਹਿੰਦੇ ਆ ਨਾ ਕਿ ਅਸੀਂ ਦਿੱਲੀ ਦੇ ਸਕੂਲ ਵਧੀਆ ਬਣਾਤੇ ਆ, ਮੈਂ ਕਹਿੰਦਾ ਲਿਖ ਕੇ ਇੱਕ ਵਾਰੀ ਚਲਾ ਦੇਣ ਪਿੱਛੇ ਸਕਰੀਨ, ਅਕਸਰ ਚਲਾਉਂਦੇ ਸਾਰੀਆਂ ਪਾਰਟੀਆਂ, ਕਿ ਕੇਜਰੀਵਾਲ ਨੇ ਜੇ ਸਕੂਲਾਂ ਦੇ ਵਿੱਚ ਮਾਸਟਰ ਰੱਖੇ ਤਾਂ ਅਸੀਂ ਕਿਹੜਾ ਨਹੀਂ ਰੱਖੇ। ਦੱਸ ਦੇਣ ਕਿ ਪੰਜਾਬ ਦੇ ਵਿੱਚ, ਚੰਨੀ ਸਾਹਿਬ ਵੀ ਕਹਿ ਦੇਣ ਕਿ ਪੰਜਾਬ 'ਚ ਇੱਕ ਵੀ ਸਕੂਲ ਐਸਾ ਨਹੀਂ ਜਿੱਥੇ ਇੱਕ ਅਧਿਆਪਕ 5 ਜਮਾਤਾਂ ਪੜ੍ਹਾਉਂਦਾ ਜਾਂ ਇੱਕ ਅਧਿਆਪਕ 2 ਜਮਾਤਾਂ ਪੜ੍ਹਾਉਂਦਾ, ਜਾਂ ਉਹ ਕਹਿਣ ਕਿ ਲੈ ਜੇ ਦਿੱਲੀ ਦੇ ਸਕੂਲਾਂ 'ਚ ਕਿਤੇ ਨਾ ਕਿਤੇ ਸਵਿਮਿੰਗ ਪੂਲ ਹੈਗਾ ਤਾਂ ਸਾਡੇ ਪੰਜਾਬ ਵਾਲਿਆਂ 'ਚ ਕਿਹੜਾ ਹੈ ਨਹੀਂਗਾ। ਯਾਨੀ ਕਾਊਂਟਰ ਕਰਨਾ ਚਾਹੀਦਾ। ਅਕਾਲੀ ਦਲ ਵਾਲੇ ਵੀ ਇੱਕ ਡਾਟਾ ਜਿਹਾ ਦੇ ਦੇਣ ਉੱਥੇ ਕਿ ਭਾਈ ਸਾਡੀ ਵਾਰੀ ਮੰਨ ਲਓ 1000 ਸਕੂਲ ਸੀ ਪ੍ਰਾਇਮਰੀ, ਉਹਦੇ ਵਿੱਚ ਅਸੀਂ 5000 ਅਧਿਆਪਕ ਭਰਤੀ ਕੀਤਾ ਸੀ, ਉੱਥੇ 5000 ਅਧਿਆਪਕ ਪੜ੍ਹਾਉਂਦਾ ਸੀ, ਜਿਹਦੇ ਨਾਲ ਆਪੇ ਪਤਾ ਲੱਗ ਜਾਏ ਇੱਕ ਸਕੂਲ ਦੇ ਵਿੱਚ 5 ਅਧਿਆਪਕ ਸੀਗੇ। ਜਾਣੀ ਉਹ ਸਾਰੀਆਂ ਚੀਜ਼ਾਂ ਕਲੀਅਰ ਕਰ ਦੇਣੀਆਂ ਚਾਹੀਦੀਆਂ, ਜਿਹਦੇ ਨਾਲ ਅਰਵਿੰਦ ਕੇਜਰੀਵਾਲ ਨੇ ਜੇ ਕਿਤੇ ਟ੍ਰੇਨ ਦੀ ਟਿਕਟ ਬੁੱਕ ਵੀ ਕਰਾਈ ਹੈ ਨਾ, ਕੈਂਸਲ ਕਰਾ ਜਾਏ ਅਗਲਾ। ਹਾਂ, ਨਹੀਂ ਚਾਹੀਦਾ। ਵੈਸੇ ਟ੍ਰੇਨ ਵਾਲਾ ਦਾ ਕੰਮ ਪੱਕਾ ਹੀ ਰੱਖਿਆ ਉਹਨਾਂ ਨੇ। ਹੁਣ ਉਹਨਾਂ ਦੀ ਪਤਨੀ ਤੇ ਉਹਨਾਂ ਦੀ ਬੇਟੀ ਉਹ ਆਈਆਂ ਦਿੱਲੀੋਂ ਤੇ ਫਿਰ ਟ੍ਰੇਨ ਤੇ ਆਈ। ਮੈਂ ਕੁਦਰਤੀ ਸੋਚੀ ਜਾਂਦਾ, ਮੈਂ ਕਿਹਾ ਯਾਰ ਇਹ ਟ੍ਰੇਨ ਵਾਲਾ ਕੰਮ ਇਹਨਾਂ ਨੇ ਰੱਖਿਆ, ਇਹ ਕੋਈ ਲੀਡਰ ਹੈ ਨਹੀਂ ਜਾਪਦੇ। ਉਹ ਇੱਕ ਅੱਧਾ ਹੈਲੀਕਾਪਟਰ ਆਵੇ, ਉੱਥੋਂ ਪ੍ਰਾਈਵੇਟ ਜੈਟ ਆਵੇ, ਸ਼ੂੰ ਕਰਕੇ ਉਤਰੇ, ਪਤਾ ਲੱਗੇ ਵੀ ਲੀਡਰ ਆਏ ਨੇ। ਚਲੋ ਟ੍ਰੇਨ ਤੇ ਆਈਆਂ ਨੇ ਉਹ। ਉਸ ਤੋਂ ਬਾਅਦ ਜਿਹੜਾ ਉਹਨਾਂ ਦੀ ਬੇਟੀ ਨੇ ਭਾਸ਼ਣ ਦਿੱਤਾ ਜੀ, ਉਹਦੀ ਵਾਹਵਾ ਤਾਰੀਫ ਹੋ ਰਹੀ। ਖੈਰ ਮੈਨੂੰ ਉਹ ਭਾਸ਼ਣ ਸੁਣ ਕੇ, ਮੈਂ ਪੂਰਾ ਸੁਣਿਆ, ਮੈਨੂੰ ਉਹ ਭਾਸ਼ਣ ਘੱਟ ਲੱਗਿਆ। ਮੈਨੂੰ ਐਂ ਲੱਗਿਆ ਵੀ ਜਿਵੇਂ ਗੱਲਾਂ ਬਾਤਾਂ ਜਿਹੀਆਂ ਹੁੰਦੀਆਂ, ਹੋ ਸਕਦਾ ਅਗਲੇ ਪ੍ਰੀਪੇਅਰਡ ਹੋਣ। ਕਿਸੇ ਵੇਲੇ ਹੁੰਦਾ ਨਾ ਵੀ ਲੀਡਰ ਭਾਈ ਸਾਹਿਬ ਪਤਾ ਨਹੀਂ ਲੱਗਣਾ, ਹੋ ਸਕਦਾ ਇੱਦਾਂ ਹੋਵੇ। ਪਰ ਮੈਨੂੰ ਗੱਲ ਉਹਨਾਂ ਦੀ ਇੱਕ ਇਹ ਵਧੀਆ ਲੱਗੀ, ਉਹ ਕਹਿੰਦੇ ਵੀ ਦੇਖੋ ਕਾਰਨ ਹੈ ਵੀ ਪੜ੍ਹ ਲਿਖ ਮੈਂ ਵੀ ਗਈ ਸੀ, ਉਦੋਂ ਬਾਅਦ ਕੰਮ ਧੰਦੇ ਦੀ ਵੀ ਗੱਲ ਸੀ, ਤੇ ਨਾਲ ਦੀਆਂ ਮੇਰੀਆਂ ਸਹੇਲੀਆਂ ਜਾਂ ਬਾਕੀ ਕੁਛ ਨਿਆਣੇ ਬਾਹਰ ਚਲੇ ਗਏ, ਕੁਛ ਨੇ ਨੌਕਰੀਆਂ ਕਰ ਲਈਆਂ, ਤੇ ਮੈਨੂੰ ਤਾਂ ਕਹਿੰਦੇ ਤੈਨੂੰ ਕਿਹੜੀ ਕੋਈ ਲੋੜ ਹੈ, ਤੇਰੇ ਪਾਪਾ ਤੇ CM ਆ। ਤੇ ਮੈਂ ਉਹਨਾਂ ਨੂੰ ਆਖਿਆ ਵੀ ਮੇਰੇ ਪਾਪਾ ਮੈਨੂੰ ਇਹ ਕਹਿੰਦੇ ਵੀ CM ਪੁੱਤ ਆਪਾਂ ਕਾਰੋਬਾਰ ਲਈ ਨਹੀਂ ਬਣੇ, ਆਪਾਂ ਤਾਂ ਸਮਾਜ ਸੇਵਾ ਕਰਨੀ, ਤੂੰ ਆਪਣੇ ਕੰਮ ਦਾ ਆਪ ਫਿਕਰ ਕਰੀ। ਤੇ ਮੈਨੂੰ ਇੱਕ ਗੱਲ ਵਧੀਆ ਲੱਗਦੀ ਆ ਵੀ ਪਹਿਲੀ ਪਾਰਟੀ ਆ, ਮੈਂ ਨਹੀਂ ਕਹਿੰਦੀ ਵੀ ਸਾਡੀ ਪਾਰਟੀ ਜਾਂ ਮੇਰੇ ਪਾਪਾ, ਤਾਂ ਮੈਂ ਕਹਿੰਦੀ ਆ ਵੀ ਘੱਟੋ ਘੱਟ ਨਿਆਣਿਆਂ ਬਾਰੇ ਤੇ ਸੋਚਿਆ ਵੀ ਯਾਰ ਇਹਨਾਂ ਨੂੰ ਜੇ ਆਪਾਂ ਪੜ੍ਹਾ ਪੜੂ ਦੇਵਾਂਗੇ ਤੇ ਆਪਣੇ ਪੈਰਾਂ ਸਿਰ ਖੜ ਜਾਣਗੇ, ਆਪੇ ਗਾਂ ਮਾਂ ਪਿਓ ਵੀ ਸੈੱਟ ਹੋ ਜੂ। ਦੇਖੋ ਇਹ ਪਰਿਵਾਰ ਰਾਜਨੀਤਿਕ ਤੌਰ ਦੇ ਉੱਤੇ, ਵੈਸੇ ਭਗਵੰਤ ਮਾਨ ਸਾਹਿਬ ਕਹਿੰਦੇ ਸੀ ਕਿ ਗੈਰ ਸਿਆਸੀ ਆ। ਬੀਬੀ ਨਰਿੰਦਰ ਕੌਰ ਭਰਾਜ ਵੀ ਬੈਠੇ ਸੀ, ਭਗਵੰਤ ਮਾਨ ਸਾਹਿਬ ਦੀ ਮਾਤਾ ਨੇ ਵੀ ਐਂ ਕਰਕੇ ਝਾੜੂ ਚਲਾਇਆ ਉੱਤੇ, ਸਵੇਰੇ 8 ਵਜੇ ਐਂ, ਦੁਪਹਿਰੇ 2 ਵਜੇ ਫਿਰ ਐਂ, ਤੇ ਹੁਣ ਆਪਾਂ ਕਹਿੰਦੇ ਰੋਡ ਸ਼ੋਅ ਦੇ ਵਿੱਚ ਵੀ ਉੱਥੇ ਡੋਰ ਟੂ ਡੋਰ ਜਾਣਾ। ਬੀਬੀ ਕਹਿੰਦੀ ਮੈਂ ਤਕਾਲਾਂ ਤੱਕ ਤੁਹਾਡੇ ਕੋਲ ਹੀ ਆ। ਠੀਕ ਹੈ, ਉਹਨਾਂ ਨੇ ਕਿਹਾ, ਉਹਨੇ ਕਿਹਾ ਜੀ ਮੇਰੇ ਚਾਚੇ ਨੂੰ ਵੋਟਾਂ ਪਾਇਓ,
ਕੇਜਰੀਵਾਲ ਸਾਹਿਬ ਦੇ ਘਰੋਂ ਉਹਨਾਂ ਨੇ ਕਿਹਾ ਜੀ ਮੇਰੇ ਦਿਓਰ ਨੂੰ ਵੋਟਾਂ ਪਾਇਓ। ਕੇਜਰੀਵਾਲ ਸਾਹਿਬ ਇਹਨਾਂ ਨੂੰ ਭਰਾ ਮੰਨਦੇ ਆ, ਤੇ ਭਰਾ ਮੰਨਦੇ ਆ ਤਾਂ ਫਿਰ ਮੇਰੇ ਦਿਓਰ ਹੋਏ। ਭਗਵੰਤ ਮਾਨ ਹੋਰੀ ਉੱਥੇ ਹੈ ਨਹੀਂ ਸੀ। ਚਲੋ ਧੂਰੀ ਦੇ ਵਿੱਚ ਗਏ, ਅਗਲਿਆਂ ਨੇ ਆਪਣਾ ਪ੍ਰਚਾਰ ਜਿਹੜਾ ਕੀਤਾ। ਪਰ ਜਿੱਦਾਂ ਹੀ ਉਧਰ ਪਾਸੇ ਬੀਬੀ ਕੇਜਰੀਵਾਲ ਜੀ ਆਇਓ ਸੀ, ਇੱਧਰ ਸੁਨੀਲ ਜਾਖੜ ਹੋਰਾਂ ਨੇ ਚੰਡੀਗੜ੍ਹ ਦੇ ਵਿੱਚ 3-4 ਕੁਰਸੀਆਂ ਡਾਈਆਂ, ਇੱਕ ਪ੍ਰੈਸ ਕਾਨਫਰੰਸ ਕੀਤੀ। ਕਿਉਂਕਿ ਜਦੋਂ ਆਮ ਆਦਮੀ ਪਾਰਟੀ ਦੀ ਸਿਫਤ ਦੀ ਗੱਲ ਚੱਲਦੀ ਹੈ ਤੇ ਉੱਥੇ ਜੇ ਕੋਈ ਬੰਦਾ ਫਿਰ ਦੋਸ਼ ਲਾਉਂਦਾ, ਕਿਉਂਕਿ ਉਹ ਬਹੁਤ ਸਾਰੇ ਅਹੁਦਿਆਂ ਤੇ ਰਹੇ ਆ, ਉਹ ਹੁਣ ਸਰਗਰਮ ਰਾਜਨੀਤੀ ਤੋਂ ਲਾਂਭੇ ਵੀ ਆ ਕਿ ਮੈਂ ਇਲੈਕਸ਼ਨ ਕੋਈ ਨਹੀਂ ਲੜਨੀ। ਸੁਨੀਲ ਜਾਖੜ ਹੋਰਾਂ ਦੇ ਨਾਲ ਇੱਕ ਹਿਮਾਂਸ਼ੂ ਜੀ ਬੈਠੇ ਸੀ ਤੇ ਸੁਨੀਲ ਜਾਖੜ ਹੋਰਾਂ ਨੇ ਉਹਨਾਂ ਦੀ ਪਹਿਚਾਣ ਕਰਾਈ। ਕਹਿੰਦੇ ਜੀ ਆ ਦੇਖੋ, ਇਹ ਆਮ ਆਦਮੀ ਪਾਰਟੀ ਦੇ ਉਹਨਾਂ ਬਾਨੀ ਮੈਂਬਰਾਂ ਦੇ ਵਿੱਚੋਂ ਹੈ ਜਿਹੜੇ ਉਸ ਕਮਰੇ ਦੇ ਵਿੱਚ ਬੈਠ ਕੇ ਸਾਰਾ ਕੁਝ ਕਿਵੇਂ ਸੋਸ਼ਲ ਮੀਡੀਆ ਹੈਂਡਲ ਕਰਨਾ ਹੈ, ਕਿਹੜੀਆਂ ਪਾਲਿਸੀਜ਼ ਹੋਣਗੀਆਂ, ਪ੍ਰਚਾਰ ਕਿੱਦਾਂ ਕਰਨਾ ਹੈ। ਉਹ ਬੰਦੇ ਨੇ 12 ਨੁਕਤੇ ਸਕਰੀਨ ਤੇ ਗਣਾਏ। ਉਹਨਾਂ ਨੇ ਦੋਸ਼ ਇਹ ਲਾਇਆ, ਹੁਣ ਇਹ ਪਤਾ ਨਹੀਂ ਉਹਦੇ ਵਿੱਚ ਸੱਚ ਕਿੰਨਾ ਕਿ ਨਹੀਂ, ਪਰ ਦੋਸ਼ ਲੱਗਾ ਤੇ ਸਾਡੀ ਡਿਊਟੀ ਬਣਦੀ ਆ ਕਿ ਅਸੀਂ ਦਸੀਏ। ਉਹ ਕਹਿੰਦੇ ਜੀ ਭਾਜਪਾ ਤੇ ਆਮ ਆਦਮੀ ਪਾਰਟੀ ਇੱਕੋ ਹੀ ਹੈ। ਹੁਣ ਉਹ ਕਹਿੰਦੇ ਜੀ ਤੁਸੀਂ ਪਿਛਲੇ ਇੰਨੇ ਮਹੀਨਿਆਂ ਦੇ ਅਰਵਿੰਦ ਕੇਜਰੀਵਾਲ ਸਾਹਿਬ ਦੇ ਭਾਸ਼ਣ ਚੱਕ ਕੇ ਦੇਖ ਲਓ, ਉਹਨਾਂ ਨੇ ਇੱਕ ਵਾਰ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਹਿਬ ਦੇ ਖਿਲਾਫ ਇੱਕ ਸ਼ਬਦ ਨਹੀਂ ਬੋਲਿਆ। ਫਿਰ ਉਹ ਕਹਿੰਦੇ ਜਿੱਦਣ ਕਿਸਾਨ ਅੰਦੋਲਨ ਸੀ, ਇਹਨਾਂ ਨੇ ਸਭ ਤੋਂ ਪਹਿਲਾਂ ਕਾਨੂੰਨ ਨੋਟੀਫਾਈ ਕੀਤੇ। ਇਹਦੇ ਤੋਂ ਬਾਅਦ ਕਹਿੰਦੇ ਦਿੱਲੀ ਦੇ ਵਿੱਚ ਜਦੋਂ ਦਿੱਲੀ ਪੁਲਿਸ ਨੇ ਕਿਸਾਨਾਂ ਨੂੰ ਰੋਕਣਾ ਸੀ ਤਾਂ ਇਹਨਾਂ ਨੇ ਦਿੱਲੀ ਦੀ ਸਰਕਾਰੀ ਟਰਾਂਸਪੋਰਟ ਦੀਆਂ ਬੱਸਾਂ ਦਿੱਤੀਆਂ। ਫਿਰ ਉਹਨਾਂ ਨੇ ਖਬਰਾਂ ਦੀਆਂ ਕਈ ਹੈਡਲਾਈਨਸ ਚਲਾਈਆਂ। ਉਹ ਕਹਿੰਦੇ ਜਦੋਂ ਵੀ ਵਿਰੋਧ ਕਰਦੇ ਕੇਜਰੀਵਾਲ ਸਾਹਿਬ ਭਾਜਪਾ ਦਾ ਕਰਦੇ ਆ, ਪ੍ਰਧਾਨ ਮੰਤਰੀ ਸਾਹਿਬ ਦਾ ਨਹੀਂ ਕਰਦੇ, ਕਿਉਂਕਿ ਟਿਊਨਿੰਗ ਹੈ। ਹੁਣ ਕਿੰਨੀ ਕੁ ਟਿਊਨਿੰਗ ਆ, ਉਹਨਾਂ ਨੇ ਤਾਂ ਇੱਥੋਂ ਤੱਕ ਵੀ ਦੋਸ਼ ਲਾਇਆ ਕਿ ਪੰਜਾਬ 'ਚ ਜਿੱਥੇ ਜਿੱਥੇ ਭਾਜਪਾ ਦੇ ਉਮੀਦਵਾਰ ਕੁਝ ਠੀਕ ਸਥਿਤੀ 'ਚ ਨੇ ਸ਼ਹਿਰਾਂ 'ਚ, ਉੱਥੇ ਆਮ ਆਦਮੀ ਪਾਰਟੀ ਨੇ ਜਾਣਬੁੱਝ ਕੇ ਕਮਜ਼ੋਰ ਉਮੀਦਵਾਰ ਦਿੱਤੇ ਆ ਤਾਂ ਜੋ ਭਾਜਪਾ ਨੂੰ ਵੋਟਾਂ ਪੈਣ। ਠੀਕ ਹੈ, ਸਿਆਸਤ ਹੈ, ਦੋਸ਼ ਲੱਗਦੇ ਹੁੰਦੇ ਆ, ਪਰ ਉਸ ਬੰਦੇ ਨੇ ਜਿਸ ਤਰੀਕੇ 10 ਸਾਲ ਪੁਰਾਣੀਆਂ ਖਬਰਾਂ, ਕੁਝ ਤਸਵੀਰਾਂ ਸਾਂਝੀਆਂ ਕਰਨ ਦੀ ਕੋਸ਼ਿਸ਼ ਕੀਤੀ, ਤੇ ਉੱਥੇ ਫਿਰ ਜਾਖੜ ਸਾਹਿਬ ਨੇ ਵੀ ਕਿਹਾ, ਕਹਿੰਦੇ ਬਚ ਕੇ ਭਾਈ। ਉਹਨਾਂ ਨੇ ਪੰਜਾਬ ਦੇ ਲੋਕਾਂ ਨੇ ਕਹਿੰਦੇ ਜੇ ਭਾਜਪਾ ਨੂੰ ਵੋਟ ਪਾਉਣੀ ਸਿੱਧੀ ਪਾਓ, ਤੁਸੀਂ ਅਕਾਲੀ ਦਲ ਸੰਯੁਕਤ ਦੇ ਰਾਹੀਂ, ਤੁਸੀਂ ਕੈਪਟਨ ਸਾਹਿਬ ਦੇ ਰਾਹੀਂ, ਤੁਸੀਂ ਕਿਸੇ ਹੋਰ ਆਮ ਆਦਮੀ ਪਾਰਟੀ ਦੇ ਰਾਹੀਂ ਭਾਜਪਾ ਨੂੰ ਮਜ਼ਬੂਤ ਕਦੋਂ ਕਰਦੇ, ਜੇ ਨਾਲ ਤੁਰਨਾ ਸਿੱਧੇ ਤੁਰੋ। ਹਾਂ, ਨਹੀਂ ਜ਼ਿਕਰ ਉਹਨਾਂ ਨੇ ਇਹੋ ਕੀਤਾ। ਉਹ ਕਹਿੰਦੇ ਵੀ ਦੇਖੋ ਗੱਲ ਇਹ ਆ ਵੀ ਉਹ ਜਮਾਤ ਆ ਜਿਹਨੇ ਕਿਸਾਨਾਂ ਦੇ ਨਾਲ ਧੋਖਾ ਕੀਤਾ ਜਾਂ ਕਿਸਾਨਾਂ ਦੇ ਵਿਰੋਧ 'ਚ ਖੜੀ, ਐਂਡ ਉਹ ਵਾਲੀ ਜਮਾਤ ਦੀ ABCD ਟੀਮ ਜਿਹੜੀਆਂ ਵੀ ਤੁਸੀਂ ਗਣਾਈਆਂ, ਕਹਿੰਦੇ ਵੀ ਇਹ ਸਾਰੀਆਂ ਟੀਮਾਂ ਉਹਨਾਂ ਦੀਆਂ ਨੇ। ਇਹ ਹੁਣ ਤੁਸੀਂ ਦੇਖਣਾ ਵੀ ਕਿਸਾਨਾਂ ਦੇ ਹੱਕ ਵਾਲੀ ਪਾਰਟੀ ਦੇ ਨਾਲ ਖੜਨਾ, ਜਾਂ ਕਿਸਾਨਾਂ ਦੇ ਹੱਕ ਵਾਲੀ ਪਾਰਟੀ ਮਤਲਬ ਕਾਂਗਰਸ ਪਾਰਟੀ ਦੀ ਗੱਲ ਕਰਦੇ ਹੋ, ਜਾਂ ਫਿਰ ਕਿਸਾਨਾਂ ਦੇ ਵਿਰੋਧ ਵਾਲੀ ਪਾਰਟੀ ਦੇ ਨਾਲ ਖੜਨਾ। ਹੁਣ ਗੱਲ ਤਾਂ ਜਾਖੜ ਸਾਹਿਬ ਨੇ ਕਹੀ, ਪਰ ਨਾਲ ਦੇ ਨਾਲ ਉਹ ਆਪਣੇ ਦਰਦ ਦੀ ਗੱਲ ਵੀ ਕਰਦੇ ਇਹਨਾਂ ਦੇਖੋ ਕਾਰਨ ਹੈ। ਉਹ ਕਹਿੰਦੇ ਵੀ ਇੱਕ ਚੀਜ਼ ਦਾ ਮੈਨੂੰ ਹੈਗਾ ਇਤਰਾਜ਼ ਵੀ ਜਿਹੜੀ ਇਹ ਹਿੰਦੂ ਸਿੱਖ ਦੇ ਵਿੱਚ ਵੰਡਣ ਦੀ ਕੋਸ਼ਿਸ਼ ਕੀਤੀ ਜਾ ਰਹੀ ਨਾ ਪੰਜਾਬ ਨੂੰ, ਇਹ ਨਹੀਂ ਕੰਮ ਹੋਣਾ ਚਾਹੀਦਾ। ਕਿਉਂਕਿ ਉਹ ਕਹਿੰਦੇ ਵੀ ਜੇ ਆਪਾਂ ਇੰਡੀਆ ਦੀ ਗੱਲ ਕਰੀਏ ਤਾਂ ਸੈਕੂਲਰ ਹੈ ਦੇਸ਼, ਪਰ ਉਹਦੇ ਵਿੱਚੋਂ ਵੀ ਜੇ ਸਭ ਤੋਂ ਸੈਕੂਲਰ ਸਟੇਟ ਲੱਭਣੀ ਹੋਵੇ ਤਾਂ ਉਹ ਪੰਜਾਬ ਆ। ਫਿਰ ਉਹਨਾਂ ਨੇ ਗੁਰੂ ਸਾਹਿਬ ਦੀ ਗੱਲ ਵੀ ਕੀਤੀ, ਗੁਰੂ ਤੇਗ ਬਹਾਦਰ ਸਾਹਿਬ ਦੀ ਹਿੰਦੀ ਚਾਦਰ ਦੀ ਗੱਲ ਕੀਤੀ। ਫਿਰ ਉਹ ਕਹਿੰਦੇ ਵੀ ਜੇ ਇਹ ਸਾਰਾ ਕੁਝ ਇੱਥੇ ਹੋ ਸਕਦਾ ਤੇ ਮੈਂ ਆਪਣੇ ਆਪ ਨੂੰ ਕਹਿੰਦਾ ਵੀ ਮੈਂ ਪ੍ਰਾਊਡ ਕਰਦਾ ਵੀ ਮੈਂ ਹਿੰਦੂ ਹਾਂ ਜੀ, ਤੇ ਉਹ ਤੋਂ ਜ਼ਿਆਦਾ ਪ੍ਰਾਊਡ ਕਰਦਾ ਵੀ ਮੈਂ ਪੰਜਾਬੀ ਹਾਂ। ਪਰ ਜਿਹੜਾ ਪਾਰਟੀ ਨੇ ਹਿੰਦੂ ਸਿੱਖ ਬਣਾਇਆ, ਖਾਸ ਕਰਕੇ ਫਿਰ ਅੰਬਿਕਾ ਸੋਨੀ ਹੋਰਾਂ ਦਾ ਜ਼ਿਕਰ ਉਹਨੇ ਕੀਤਾ, ਇਹ ਨਹੀਂ ਸੀ ਗੱਲ ਹੋਣੀ ਚਾਹੀਦੀ। ਪਰ ਮੈਨੂੰ ਲੱਗਦਾ ਵੀ ਇਸ ਵਕਤ ਦੇ ਉੱਪਰ ਜਾਖੜ ਸਾਹਿਬ ਇਹ ਜਿਹੜੀਆਂ ਗੱਲਾਂ ਕਰ ਰਹੇ ਆ, ਇਹਦਾ ਫਾਇਦਾ ਕਾਂਗਰਸ ਨੂੰ ਕੀ ਹੋਊਗਾ ਇਹ ਸਮਝ ਆ ਰਿਹਾ। ਦੇਖੋ ਸੰਧਾਲੀਆ ਸਾਹਿਬ, ਫਾਇਦਾ ਹੋਵੇ ਨਾ ਹੋਵੇ, ਅਗਲੇ ਬੰਦੇ ਉਹ ਮੁੱਖ ਮੰਤਰੀ ਬਣਦੇ ਬਣਦੇ ਰਹਿ ਗਏ। ਇੱਥੋਂ ਤੱਕ ਕਿ ਵਿਧਾਨ ਸਭਾ ਦੀ ਚੋਣ ਵੀ ਇਸੇ ਕਰਕੇ ਨਹੀਂ ਲੜੀ। ਤੇ ਨਾਲ ਦੀ ਨਾਲ ਹੁਣ ਇਹ ਵੀ ਗੱਲ ਆ ਨਾ, ਜੇ ਚੁੱਪ ਕਰਕੇ ਬਹਿ ਜਾਂਦੇ ਤੇ ਪਾਰਟੀ ਦੇ ਵਿੱਚ ਉਹਨਾਂ ਨੇ ਵੀ ਕਿਹਾ 25-25 ਸਾਲ 40-40 ਸਾਲ ਹੋ ਗਿਆ ਰਾਜ ਸਭਾ ਦੇ ਮੈਂਬਰ ਬਣੇ ਹੋ ਆ। ਕਿਉਂਕਿ ਬੀਬੀ ਅੰਬਿਕਾ ਸੋਨੀ ਇੱਕੋ ਵਾਰੀ ਆਏ ਸੀ ਪੰਜਾਬ 'ਚ, ਇਲੈਕਸ਼ਨ ਲੜੀ, ਹਾਰ ਗਏ। ਉਹਦੇ ਤੋਂ ਬਾਅਦ ਫਿਰ ਰਾਜ ਸਭਾ ਦੀ ਉਧਰਲੇ ਪਾਸੇ ਉਹ ਵਧੀਆ 6 ਸਾਲ ਦੀ ਟਰਮ ਹੁੰਦੀ ਆ, ਤਨਖਾਹ ਪੈਨਸ਼ਨ ਵਧੀਆ, ਘਰ ਸਰਕਾਰੀ ਜਿਹੜਾ ਉੱਥੇ ਮਿਲਦਾ ਹੈ, ਦਿੱਲੀ ਦੇ ਵਿੱਚ ਕੋਈ ਕਹਾਣੀ ਨਹੀਂ। ਇਹ ਕੰਮ ਹੋਣਾ ਨਹੀਂ ਸੀ ਚਾਹੀਦਾ ਸੰਧਾਲੀਆ ਸਾਹਿਬ। ਵੈਸੇ ਤਾਂ ਹਰ ਇੱਕ ਸਿਆਸੀ ਪਾਰਟੀ ਨੇ ਇਸ ਮੁੱਦੇ ਦੇ ਉੱਤੇ ਸਪਸ਼ਟ ਕਰਕੇ ਇੱਕ ਤਰ੍ਹਾਂ ਦੇ ਨਾਲ ਪੰਜਾਬ ਨੂੰ ਵੰਡਿਆ ਹੀ ਹੈ। ਤੁਸੀਂ ਦੇਖੋ ਕਿ ਸੁਖਬੀਰ ਸਿੰਘ ਬਾਦਲ ਸਾਹਿਬ ਨੇ ਵੀ ਕਿਹਾ ਸੀ ਕਿ ਉਪ ਮੁੱਖ ਮੰਤਰੀ ਅਸੀਂ ਦਲਿਤ ਭਾਈਚਾਰੇ 'ਚੋਂ ਬਣਾਵਾਂਗੇ। ਅਰਵਿੰਦ ਕੇਜਰੀਵਾਲ ਸਾਹਿਬ ਨੇ ਕਿਹਾ ਸੀ ਜੀ ਅਸੀਂ ਸਿੱਖ ਮੁੱਖ ਮੰਤਰੀ ਬਣਾਵਾਂਗੇ। ਭਾਜਪਾ ਨੇ ਕਿਹਾ ਸੀ ਕਿ ਸਾਡਾ CM ਸਿੱਖ ਹੋਏ, ਜਿਹੜਾ ਦਲਿਤ ਭਾਈਚਾਰੇ ਦੇ ਵਿੱਚੋਂ ਹੋਏਗਾ। ਇਹਦੇ ਤੋਂ ਇਲਾਵਾ ਭਾਰਤੀ ਜਨਤਾ ਪਾਰਟੀ ਤੋਂ ਕਾਂਗਰਸ ਪਾਰਟੀ ਤਾਂ ਹੁਣ ਤੱਕ ਦਾਅਵਾ ਕਰਦੀ ਹੈ ਕਿ ਦੇਖੋ ਅਸੀਂ ਬਣਾਇਆ। ਦੇਖੋ ਗੱਲ ਠੀਕ ਹੈ। ਹੁਣ ਵੀ ਕਈ ਵਾਰੀ ਚੰਨੀ ਸਾਹਿਬ ਜਾਂਦੇ ਹੁੰਦੇ, ਉਹ ਸਿੱਕੀ ਸਾਹਿਬ ਨੂੰ ਵੀ ਮੰਤਰੀ ਬਣਾਏ। ਉਹ ਕਹਿੰਦੇ ਜੀ ਤੁਸੀਂ ਜਿਤਾਓ ਮੈਂ ਮੰਤਰੀ ਬਣਾਉਂਗਾ। ਫਿਰ ਇੱਧਰਲੇ ਪਾਸੇ ਆਏ ਤਾਂ ਜਿਹੜੇ ਬਰਨਾਲੇ ਤੋਂ ਹੁਣ ਖੜੇ ਨੇ ਮਨੀਸ਼ ਬੰਸਲ, ਪਵਨ ਬੰਸਲ ਹੋਰਾਂ ਦੇ ਬੇਟੇ, ਉਹ ਕਹਿੰਦੇ ਜੀ ਜਿਤਾਓ ਮੈਂ ਮੁੰਡੇ ਨੂੰ ਮੰਤਰੀ ਬਣਾਉਂਗਾ। ਉਹ ਕਈ ਬੰਦਿਆਂ ਨੂੰ, ਰੰਧਾਵਾ ਸਾਹਿਬ ਨੂੰ ਉਪ ਮੁੱਖ ਮੰਤਰੀ ਬਣਾਏ ਕਿ ਉਪ ਮੁੱਖ ਮੰਤਰੀ ਨੂੰ ਜਿਤਾਓ ਤੁਸੀਂ। ਸੰਧਾਲੀਆ ਸਾਹਿਬ ਠੀਕ ਹੈ, ਤੁਸੀਂ ਜਿੱਤਣਾ ਹੈ, ਤੁਸੀਂ ਪਾਰਟੀਆਂ ਜਿਤਾਉਣੀਆਂ, ਸਰਕਾਰਾਂ ਬਣਾਉਣੀਆਂ, ਤੁਸੀਂ ਮੁੱਖ ਮੰਤਰੀ ਬਣਨਾ ਹੋਊਗਾ। ਪਰ ਜੇ ਤੁਸੀਂ ਪਹਿਲਾਂ ਹੀ ਧਾਰ ਲਿਆ ਕਿ ਭਾਈ ਆ ਜਾਣੀ ਤੁਹਾਡੇ ਕੋਲੇ MLA ਹੋਣ, ਤੁਸੀਂ ਉਹਦੇ ਵਿੱਚੋਂ ਪੰਜਾਬ ਜਿਹੜਾ ਬੰਦਾ ਚੰਗੀ ਤਰ੍ਹਾਂ ਚਲਾ ਸਕਦਾ ਮਿਨਿਸਟਰੀ ਉਹਨੂੰ ਦੇਣੀ ਆ।
ਜਾਂ ਤੁਹਾਡੀ ਪਾਰਟੀ ਜਿੱਤ ਜਾਂਦੀ ਹੈ, ਜਿਹੜਾ ਬੰਦਾ ਪੰਜਾਬ ਦੇ ਸਾਰੇ ਵਰਗਾਂ ਦੇ ਲਈ, ਪੰਜਾਬ ਦੀ ਵਿੱਤ ਨੂੰ ਜਾਣਦਾ ਹੋਵੇ, ਐਜੂਕੇਸ਼ਨ ਨੂੰ ਜਾਣਦਾ ਹੋਵੇ, ਸਿਹਤ ਵਿਭਾਗ ਨੂੰ ਜਾਣਦਾ ਹੋਵੇ, ਪੰਜਾਬ ਨੂੰ ਚੰਗੇ ਤਰੀਕੇ ਕੋਆਰਡੀਨੇਟ ਕਰ ਸਕਦਾ ਹੋਵੇ, ਤੁਸੀਂ ਉਸ ਬੰਦੇ ਨੂੰ ਮੁੱਖ ਮੰਤਰੀ ਬਣਾਓਗੇ ਜਾਂ ਫਿਰ ਇਹ ਕਹੋਗੇ ਕਿ ਭਾਈ ਅਸੀਂ ਇਹਨਾਂ ਦੇ ਵਿੱਚੋਂ ਮੁੱਖ ਮੰਤਰੀ ਜ਼ਰੂਰ ਬਣਾਉਣਾ ਤੇ ਇਹਨਾਂ ਦੇ ਵਿੱਚੋਂ ਬਿਲਕੁਲ ਨਹੀਂ ਬਣਾਉਣਾ। ਉਹਦੇ ਨਾਲ ਤਾਂ ਸਿੱਧਾ ਹੀ ਹੋ ਜਾਂਦਾ ਕਿ ਤੁਸੀਂ ਇੱਕ ਤਰ੍ਹਾਂ ਦੇ ਨਾਲ, ਭਾਵੇਂ ਇਹਨੂੰ ਕਿਸੇ ਨੇ ਕੋਰਟ 'ਚ ਚੁਣੌਤੀ ਨਹੀਂ ਦਿੱਤੀ, ਪਰ ਹੈ ਸੰਵਿਧਾਨ ਦੀਆਂ ਧੱਜੀਆਂ ਉਡਾਉਣ ਵਾਲੀ ਗੱਲ ਹੀ ਆ। ਉਹ ਹੈਗੀ ਆ, ਪਰ ਹੁਣ ਅਗਲੇ ਕਰਨਗੇ ਦੱਸੋ। ਹੁਣ ਕਾਰਨ ਇਹ ਆ ਨਾ ਵੀ ਜਿਹੜੇ ਵਿਚਾਰੇ ਉਸੇ ਪਿੰਡ ਵਾਲੇ ਬੈਠੇ ਹੁੰਦੇ ਆ, ਉਹਦੇ ਵੱਧ ਤੋਂ ਜਾਂ ਪਿੰਡ ਦੇ ਜਾਂ ਫਿਰ ਮੋੜ ਤੱਕ ਜਾਂਦੇ ਆ ਜਿੱਥੋਂ ਮੰਡੀਆਂ ਸਮਾਨ ਸਮੂਨ ਲਿਆਉਣਾ ਹੁੰਦਾ। ਤੇ ਜੇ ਉੱਥੇ ਉਹ ਜਾ ਕੇ ਆਖਣ ਵੀ ਆਪਾਂ ਤੁਸੀਂ ਦੇਖਿਓ ਜੀ ਫਲਾਨਾ ਸਿੰਘ ਜੀ ਫਲਾਨਾ ਵਿਧਾਨ ਸਭਾ ਹਲਕਾ ਫਲਾਨਾ ਤੋਂ ਉਹ ਲੀਡਰ ਨੇ, ਆਪਾਂ ਉਹਨਾਂ ਨੂੰ ਮੰਤਰੀ ਬਣਾਓ। ਯਾਰ ਭਰਾਵਾ ਅਸੀਂ ਕੀ ਲੈਣਾ ਨਾ, ਸਾਡੇ ਵਾਲੇ ਦਾ ਦੱਸ ਵੀ ਇਹਦਾ ਕੀ ਕਰਨਾ ਵਾ। ਉਹ ਕਹਿੰਦੇ ਵੀ ਹਾਂ ਵੀ ਇਹਨੂੰ ਫਿਰ ਆਪਾਂ ਬਣਾ, ਉਹ ਕਹਿੰਦੇ ਬੱਲੇ ਬੱਲੇ ਵੀ ਇਹਨੂੰ ਆਪਾਂ ਮੰਤਰੀ ਬਣਾ ਦੇਣੇ। ਉਹਦੇ ਨਾਲ ਦੋ ਕੰਮ ਹੁੰਦੇ ਵੀ ਇੱਕ ਤਾਂ ਜਿਹੜੇ ਬੰਦੇ ਦੀ ਉਹ ਹਵਾਜੀ ਕਰਕੇ ਗਿਆ ਹੁੰਦੇ ਉਹਨੂੰ ਲੱਗਦਾ ਵੀ ਯਾਰ ਵੀ ਸ਼ਾਇਦ ਗੱਲ ਬਣ ਜਵੇ, ਜ਼ੋਰ ਲਾਈਏ। ਦੂਜਾ ਜਿਹੜੇ ਵਿਚਾਰੇ ਥੱਲੇ ਹੁੰਦੇ ਬੰਦੇ ਉਹਨਾਂ ਨੂੰ ਵੀ ਅਗਲਾ ਕਹਿਣ ਜੋਗਾ ਕਹਿ ਗਏ ਨਾ ਸੀਐਮ ਸਾਹਿਬ ਵੀ ਮੰਤਰੀ ਬਣਨਾ, ਜੇ ਵੀਰ ਮੰਤਰੀ ਬਣ ਗਿਆ ਤਾਂ ਤੁਹਾਡੀਆਂ ਕੁਰਸੀਆਂ ਪੱਕੀਆਂ ਤਗੜੀਆਂ ਹੋ ਜਾਓ ਇੱਕ ਐਮਐਲਏ ਜਿੰਨੀ ਤਾਕਤ ਆ ਤੁਹਾਡੀ ਵੀ ਹੋਊਗੀ। ਸੋ ਉਹ ਤੇ ਆਪਣੇ ਹਿਸਾਬ ਨਾਲ ਕਰੰਟ ਛੱਡਣ ਦੀ ਕੋਸ਼ਿਸ਼ ਕਰਦੇ ਵੀ ਕਿਤੇ ਨਾ ਕਿਤੇ ਚੰਗਿਆੜੇ ਨਿਕਲ। ਹੋਰ ਗੱਲ ਕੋਈ ਨਹੀਂ, ਮੈਨੂੰ ਜਵਾਬ ਦਿਓ। ਨਹੀਂ ਗੱਲ ਤੁਹਾਡੀ ਠੀਕ ਹੈ। ਮੈਂ ਅਸੀਂ ਤਾਂ ਚੰਨੀ ਸਾਹਿਬ ਨੂੰ ਇਹ ਵੀ ਕਹਿੰਦੇ ਕਿ ਤੁਸੀਂ ਜ਼ਰੂਰ ਚਾਹੇ ਸਾਡੇ ਵੱਲੋਂ ਹਰ ਹਲਕੇ 'ਚ ਜਾ ਕੇ ਉਹਨਾਂ ਨੂੰ ਕਹੋ ਕਿ ਤੁਹਾਨੂੰ ਮੰਤਰੀ ਬਣਾਉਣਾ, ਪਰ ਜਿਨ੍ਹਾਂ ਨੂੰ ਉਹਨਾਂ ਨੂੰ ਇਹ ਵੀ ਕਹੋ ਕਿ ਹਲਕੇ 'ਚ ਵੀ ਰਹੀਦਾ ਹੁੰਦਾ ਹੀ। ਨਹੀਂ ਦੇਖੋ ਇਹ ਤਾਂ ਹੁਣ ਟਾਈਮ ਦੱਸੂਗਾ ਵੀ ਕੀ ਬਣਦੀ ਗੱਲ। ਅੱਛਾ, ਹਲਕੇ ਤੋਂ ਮੈਨੂੰ ਯਾਦ ਆਇਆ ਵੀ ਇਸ ਵਕਤ ਹਰੇਕ ਹਲਕੇ ਦੇ ਵਿੱਚ ਆਪਣੇ ਆਪਣੇ ਹਿਸਾਬ ਨਾਲ ਜ਼ੋਰ ਲਾਇਆ ਜਾ ਰਿਹਾ, ਪਰ ਜਿੱਦਾਂ ਉਹ ਜ਼ਿਕਰ ਕਰਦੇ ਹੁੰਦੇ ਆ ਵੀ ਇੱਕ ਹਲਕੇ ਦੇ ਵਿੱਚ ਫਲਾਣੇ ਦਾ ਜ਼ੋਰ ਹੈ, ਇੱਕ ਹਲਕੇ 'ਚ ਫਲਾਣੇ ਦਾ ਜ਼ੋਰ ਹੈ। ਅੱਜ ਕੱਲ੍ਹ ਹੀ ਆਪਾਂ ਗੱਲ ਕਰਦੇ ਸੀ ਨਾ, ਉਹ ਵਿੱਚ ਚਰਚਾ ਜੀ ਚੱਲਣ ਲੱਗ ਪਈ ਹੈ ਕੁਛ ਵੀ ਜਿੱਥੇ ਜਿੱਥੇ ਜਿਹਦਾ ਜ਼ੋਰ ਹੈ ਉਸ ਹਿਸਾਬ ਨਾਲ ਕੁਛ ਇੱਧਰੋਂ ਉੱਧਰੋਂ ਇਸ਼ਾਰੇ ਹੋਣ ਲੱਗ ਪਏ। ਹੁਣ ਪਤਾ ਨਹੀਂ ਵੀ ਉਹ ਸੱਚ ਹੈ ਝੂਠ ਹੈ, ਤਾਂ ਰੱਬ ਜਾਣੇ, ਪਰ ਚੱਲ ਪਈ ਚਰਚਾ। ਦੇਖੋ ਬੜੇ ਚੰਗੇ ਤਰੀਕੇ ਅੱਗੇ ਨਾ ਪੀਪਿਆਂ 'ਚ ਵੋਟਾਂ ਪੈਂਦੀਆਂ ਹੁੰਦੀਆਂ ਸੀ। ਪਨੂ ਸਾਹਿਬ ਬਹੁਤ ਵਾਰੀ ਗੱਲ ਸੁਣਾਉਂਦੇ ਪੀਪਿਆਂ 'ਚ, ਅਤੇ ਉਹ ਪੀਪਿਆਂ 'ਚ ਵੋਟਾਂ ਪੈਣੀਆਂ, ਪਰਚੀ ਵਿੱਚ ਉਹਦੇ ਉਹ ਕਹਿਣਾ ਵੀ ਇੱਕ ਵਾਰੀ ਉਹ ਕਿਤੇ ਪਰਚੀ ਉੱਪਰ ਫਸੀ ਰਹਿ ਗਈ ਕਿਸੇ ਦੀ, ਕਿਉਂਕਿ ਆਪਣੇ ਬੰਦੇ ਦੋ ਤਿੰਨ ਖੜੇ ਕੀਤੇ ਹੁੰਦੇ। ਉਹ ਆਪਣੀ ਵੋਟ ਪਾਉਣ ਗਿਆ, ਉਹਨੂੰ ਲੱਗਾ ਫਿਰ ਮੇਰਾ ਪੀਪਾ ਤਾਂ ਭਰ ਗਿਆ। ਉਹ ਬਾਹਰ ਆ ਕੇ ਉਹਨੂੰ ਰੌਲਾ ਪਾਤਾ, ਹੁਣ ਮੈਨੂੰ ਨਾ ਪਾਓ, ਮੇਰੇ ਵਾਲਾ ਪੀਪਾ ਭਰ ਗਿਆ, ਹੁਣ ਫਲਾਣੇ ਨੂੰ ਦੂਜੇ ਨੂੰ ਪਾਓ, ਉਹਦੇ ਵਾਲਾ ਕੰਮ ਅਜੇ ਰਹਿੰਦਾ। ਮੈਂ ਖੜਕਾ ਕੇ ਦੇਖਿਆ ਊਣਾ ਲੱਗਦਾ ਹੀ। ਉਹ ਸਾਰੀਆਂ ਵੋਟਾਂ ਸ਼ਾਮ ਤੱਕ ਉਹਦਾ ਪੀਪਾ ਤੁੰਨ ਕੇ ਭਰਾਤਾ, ਉਹਦੀਆਂ 3 ਹੀ ਨਿਕਲੀਆਂ। ਕਿਤੇ ਇਹ ਨਾ ਹੋਵੇ ਕਿ ਜੋੜ ਤੋੜ ਕਰਦੇ ਆ ਭਾਈ ਉਹਨੂੰ ਹਰਾਉਣਾ, ਇੱਧਰਲੇ ਪਾਸੇ ਇਹਨੂੰ ਪਵਾ ਦਈਏ, ਕਿਤੇ ਆਪ ਦੀਆਂ ਭੇਡਾਂ ਬੱਕਰੀਆਂ ਨਾ ਬਕਾ ਲੈਣ, ਕਿਤੇ ਧਿਆਨ ਜਾ ਰੱਖਣ। ਅੱਛਾ, ਪਰ ਇੱਕ ਗੱਲ ਹੈ, ਜੇ ਸਾਰੇ ਕੁਛ 'ਚ ਇੱਦਾਂ ਵੀ ਇਸ ਵਕਤ ਜ਼ੋਰ ਪੂਰਾ ਲੱਗਾ ਜੀ, ਕੈਪਟਨ ਅਮਰਿੰਦਰ ਸਿੰਘ ਹੋਰੀ ਨਹੀਂ ਲੱਭ ਰਹੇ, ਕਿਉਂਕਿ ਕਾਰਨ ਹੈ ਵੀ ਵੱਖਰੀ ਉਹਨਾਂ ਦੀ ਪਾਰਟੀ ਹੈ ਪੰਜਾਬ ਲੋਕ ਕਾਂਗਰਸ, ਬਕਾਇਦਾ ਉਹ ਹਾਕੀ ਸਟਿੱਕ ਤੇ ਨਾਲ ਬਾਲ ਉਹਨਾਂ ਦਾ ਚੋਣ ਨਿਸ਼ਾਨ ਆ। ਹੁਣ ਕੁਛ ਤੇ ਚਲੋ ਮੈਂਬਰ ਇਹੋ ਜਿਹੇ ਵੀ ਨਿਕਲੇ ਉਹਨਾਂ ਦੀ ਪਾਰਟੀ ਦੇ ਜਿਹੜੇ ਕਹਿੰਦੇ ਨਹੀਂ ਜੀ ਨਹੀਂ ਤੁਹਾਡੇ ਨਾਲ ਨਹੀਂ, ਆਪਾਂ ਕਮਲ ਦੇ ਫੁੱਲ ਦੇ ਚੋਣ ਲੜਨੀ ਹੈ। ਪਰ ਕੈਪਟਨ ਸਾਹਿਬ ਜਾ ਨਹੀਂ ਰਹੇ ਪ੍ਰਚਾਰ ਕਰਨ ਬਹੁਤਾ। ਦੇਖੋ ਸੰਧਾਲੇ ਸਾਹਿਬ 37 ਬੰਦੇ ਉਹਨਾਂ ਦੇ ਖਲੋਤੇ ਨੇ ਕਾਗਜ਼ੀ, ਨਹੀਂ ਮਤਲਬ ਜ਼ਿਆਦੇ ਹੈ। ਹਾਂ 37 ਖਲੋਤੇ। ਮੈਂ ਕਿਹਾ ਪਿਛਲੀ ਵਾਰ ਤਾਂ 117 ਸੀਗੇ, ਐਤਕੀ ਤਾਂ ਹੈ ਹੀ ਕਾਗਜ਼ੀ 37, ਉਹ 'ਚੋਂ 5-7 ਤਾਂ ਨਿਕਲ ਗਏ। ਮੈਂ ਉਹੀ ਕਿਹਾ ਕਿ ਊਂ ਤਾਂ ਉਹਨਾਂ ਦੇ 28-29 ਨੇ। ਹੁਣ ਜਿਨ੍ਹਾਂ ਨੇ ਤਾਂ ਦੇਖੋ ਕੈਪਟਨ ਸਾਹਿਬ ਦੇ ਲਈ ਇੱਕ ਬਹੁਤ ਵੱਡੀ ਚੁਣੌਤੀ ਆਪਣਾ ਪਟਿਆਲਾ ਸ਼ਹਿਰ, ਹਾਲਾਂਕਿ ਉਹਨਾਂ ਦੀ ਧੀ ਬੀਬੀ ਜੈਨਿੰਦਰ ਕੌਰ ਲੱਗੇ ਹੋਏ ਨੇ, ਰਣਿੰਦਰ ਹੋਰੀ ਲੱਗੇ ਹੋਏ ਨੇ ਕਿ ਭਾਈ ਆਪਾਂ ਘੱਟੋ ਘੱਟ ਕੈਪਟਨ ਸਾਹਿਬ ਨੂੰ, ਪਰ ਉੱਥੇ ਸਭ ਤੋਂ ਵੱਡੀ ਸਮੱਸਿਆ ਆ ਰਹੀ ਹੈ ਕਿ ਲੋਕਾਂ ਨੂੰ ਐਂ ਲੱਗਦਾ ਸੀ ਕੈਪਟਨ ਅਮਰਿੰਦਰ ਸਿੰਘ ਦਾ ਮਤਲਬ ਪੰਜਾ, ਕੈਪਟਨ ਅਮਰਿੰਦਰ ਸਿੰਘ ਦਾ ਮਤਲਬ ਚੋਣ ਨਿਸ਼ਾਨ ਹੱਥ। ਐਤਕੀ ਹੁਣ ਖਿੱਦੋ ਖੂੰਡੀ ਆ। ਹੁਣ ਇੱਕ ਤਾਂ ਵੱਡੀ ਰੈਲੀ ਕੋਈ ਨਹੀਂ ਹੋ ਰਹੀ, ਘਰ ਘਰ ਜਾ ਕੇ ਇਹ ਦੱਸਣਾ ਪੈਂਦਾ ਵੋਟਾਂ ਕੈਪਟਨ ਸਾਹਿਬ ਨੂੰ ਪਾਇਓ, ਤੇ ਨਾਲ ਇਹ ਕਹਿਣਾ ਪੈਂਦਾ ਚੋਣ ਨਿਸ਼ਾਨ ਬੀਬੀ ਐਤਕੀ ਖਿੱਦੋ ਖੂੰਡੀ ਆ, ਕਿਤੇ ਉਹੀ ਗੱਲ ਨਾ ਹੋਵੇ। ਉਹਨਾਂ ਨੂੰ ਡਰ ਹੈ ਇਸ ਗੱਲ ਦਾ ਕਿ ਬਹੁਤ ਸਾਰੇ ਥਾਵਾਂ ਦੇ ਉੱਤੇ ਇਸ ਭੁਲੇਖੇ ਦੇ ਵਿੱਚ ਕਿ ਚੋਣ ਨਿਸ਼ਾਨ ਕਿਹੜਾ ਹੋ ਸਕਦਾ ਕਿ ਬਹੁਤ ਸਾਰੀਆਂ ਵੋਟਾਂ ਦੂਸਰੇ ਪਾਸੇ ਚਲੇ ਜਾਣ। ਦੂਸਰਾ, ਇਹਦੇ ਨਾਲ ਕੈਪਟਨ ਸਾਹਿਬ ਗਏ ਨੇ, ਭਰਤਿੰਦਰ ਚਾਲ ਹੋਰਾਂ ਦਾ ਬੇਟਾ ਵੀ ਉਹਨਾਂ ਦੀ ਪਾਰਟੀ ਵੱਲੋਂ ਚੋਣ ਲੜ ਰਿਹਾ, ਉੱਥੇ ਜਾ ਕੇ ਰੈਲੀ ਕਰਕੇ ਆਏ ਆ। ਇੱਕ ਜਗ੍ਹਾ ਦੇ ਉੱਤੇ ਹੋਰ ਗਏ ਆ, ਪਰ ਬਾਕੀ ਖਾਸ ਤੌਰ ਦੇ ਉੱਤੇ ਮੰਨ ਲਓ ਲੁਧਿਆਣੇ ਵਾਲੇ ਨੇ, ਉੱਥੇ ਬਹੁਤ ਸਾਰੇ ਬੰਦੇ ਨੇ, ਉਹਨਾਂ ਨੂੰ ਲੱਗਦਾ ਕਿ ਲੁਧਿਆਣੇ ਸਾਨੂੰ ਵੋਟਾਂ ਵੀ ਖਰੀਆਂ ਪੈਣਗੀਆਂ। ਉਹ ਉਡੀਕ ਰਹੇ ਨੇ ਕਿ ਕੈਪਟਨ ਸਾਹਿਬ ਨੇ ਸਾਨੂੰ ਖੜਾ ਤਾਂ ਕਰਤਾ, ਇਹ ਵੀ ਕਹਿਤਾ ਕਿ ਭਾਜਪਾ ਵੀ ਨਾਲ ਹੈ, ਢੀਂਡਸਾ ਸਾਹਿਬ ਵੀ ਨਾਲ ਹੈ, ਮੈਂ 4.5 ਸਾਲ ਮੁੱਖ ਮੰਤਰੀ ਰਿਹਾ, ਵੋਟਾਂ ਤਾਂ 4 ਆਪਣੇ ਕੋਲ ਹੁੰਦੀਆਂ। ਹੁਣ ਜਦੋਂ ਇਕੱਲੇ ਜਾਂਦੇ ਆ, ਇੱਕ ਤਾਂ ਆਪਣਾ ਨਾਂ ਦੱਸਦੇ ਕਿਉਂਕਿ ਬਹੁਤੇ ਬੰਦੇ ਨੂੰ ਪਤਾ ਹੁੰਦਾ ਉਹ ਕੌਣ ਹੈ, ਫਿਰ ਆਪਦਾ ਚੋਣ ਨਿਸ਼ਾਨ ਦੱਸਦੇ ਆ, ਫਿਰ ਤੀਜਾ ਇਸ ਗੱਲ ਦੇ ਉੱਤੇ ਬਹੁਤ ਟਾਈਮ ਲੱਗਦਾ ਕਿ ਉਹ ਕਿਹਨਾਂ ਨੂੰ ਖੜੇ ਨੇ ਤੇ ਉਹਨਾਂ ਦੇ ਨਾਲ ਕੌਣ ਕੌਣ ਨੇ, ਤੇ ਜਦੋਂ ਇਹ ਦੱਸਦੇ ਆ ਨਾਲ ਕੌਣ ਕੌਣ ਆ ਤਾਂ ਲੋਕ 4 ਸਵਾਲ ਹੋਰ ਕਰ ਲੈਂਦੇ ਆ। ਮੁਸ਼ਕਿਲ ਤਾਂ ਇਹੋ ਹੀ ਹੈ ਨਾ, ਇਸੇ ਕਰਕੇ ਕੈਪਟਨ ਸਾਹਿਬ ਯਾਰ ਛੱਡ ਖੜਾ ਯਾਰ ਤੂੰ ਕਿਹੜੇ ਅੱਜ ਕੱਲ੍ਹ ਤੁਸੀਂ ਵੇਖਿਆ ਤਾਂ ਇੱਕ ਦੋ ਹੁਣ ਪੱਤਰਕਾਰ ਭਾਈਚਾਰੇ ਨੇ ਤਾਂ ਇੰਟਰਵਿਊ ਤਾਂ ਕਰਨੀ ਹੁੰਦੀ ਹੈ, ਸਵਾਲ ਪੁੱਛਦੇ ਤੇ ਕੈਪਟਨ ਸਾਹਿਬ ਨਾਲ ਬੜੇ ਖਿਜਾ ਜਿਹਾ ਜਵਾਬ ਦਿੰਦੇ ਅਗਲੇ ਪਾਸੇ ਨੂੰ। ਪੁੱਛ ਲਿਆ ਜੀ ਉਹ ਫਿਰ ਚੰਨੀ ਸਾਹਿਬ ਨੂੰ ਆਂਦੇ ਮੁੱਖ ਮੰਤਰੀ ਦਾ ਚਿਹਰਾ ਐਲਾਨ ਤਾਂ ਕਿੱਦਾਂ ਦੇ, ਮੈਂ ਕੀ ਦੇਖਣਾ, ਚੰਨੀ ਨੂੰ ਪੁੱਛੋ ਉਹਨੂੰ ਕੌਣ ਲੈ ਗਿਆ ਸਿਆਸਤ 'ਚ, ਕੌਣ ਲੈ ਉਹਨੂੰ ਕਾਂਗਰਸ ਪਾਰਟੀ। ਚੰਨੀ ਚ ਹੈ ਨਹੀਂ, ਵਾਹ ਉਹ ਵੱਧ ਤੋਂ ਵੱਧ ਮੰਤਰੀ ਜਿੰਨੀ ਪਹੁੰਚ ਆਦੀ, ਮੁੱਖ ਮੰਤਰੀ ਦਾ ਥੋੜ੍ਹਾ ਉਹ ਚਿਹਰਾ ਹੈਗਾ,
ਹੁਣ ਜਿਹੜਾ ਇਸ ਢੰਗ ਤਰੀਕੇ ਨਾਲ ਕੈਪਟਨ ਸਾਹਿਬ ਗੱਲ ਕਰਦੇ ਉਹ ਕਿਤੇ ਨਾ ਕਿਤੇ ਤੇ ਜਾਪਦਾ ਵੀ ਯਾਰ ਖਿੱਚੀ ਤੇ ਹੈਗੀ। ਨਹੀਂ, ਫਰਕ ਤਾਂ ਪੈਂਦਾ ਹੀ ਆ। ਬਾਕੀ ਸੰਧਾਲੀਆ ਸਾਹਿਬ ਆਉਣ ਵਾਲੇ ਦਿਨਾਂ ਦੇ ਵਿੱਚ ਪ੍ਰਧਾਨ ਮੰਤਰੀ ਸਾਹਿਬ ਨੇ ਵੀ ਆਉਣਾ। ਕੇਜਰੀਵਾਲ ਸਾਹਿਬ ਨੇ ਅੱਜ ਤੋਂ ਪੱਕੇ ਡੇਰੇ ਜਦੋਂ ਤੱਕ ਚੋਣ ਪ੍ਰਚਾਰ ਚੱਲਣਾ ਉਹ ਪੰਜਾਬ 'ਚ ਅਰਵਿੰਦ ਕੇਜਰੀਵਾਲ ਹੋਰਾਂ ਦੇ। ਬੀਬੀ ਪ੍ਰਿਯੰਕਾ ਗਾਂਧੀ ਆ ਰਹੇ ਨੇ। ਉਹਨਾਂ ਤੋਂ ਇਲਾਵਾ ਪ੍ਰਧਾਨ ਮੰਤਰੀ ਸਾਹਿਬ, ਦੇਸ਼ ਦੇ ਗ੍ਰਹਿ ਮੰਤਰੀ ਸਾਹਿਬ, ਉਹਨਾਂ ਨੇ ਵੀ ਪੰਜਾਬ ਫੇਰੀ ਪਾਉਣੀ ਹੈ। ਪਰ ਜਦੋਂ ਦਾ ਉਹ ਲਖੀਮਪੁਰ ਖੀਰੀ ਵਾਲੇ ਮਸਲੇ ਦੇ ਵਿੱਚ ਆਸ਼ੀਸ਼ ਮਿਸ਼ਰਾ ਦੀ ਜ਼ਮਾਨਤ ਮਨਜ਼ੂਰ ਹੋਈ ਹੈ, ਮਾਣਯੋਗ ਅਦਾਲਤ ਨੇ ਮਨਜ਼ੂਰ ਕੀਤੀ ਹੈ, ਸੰਯੁਕਤ ਸਮਾਜ ਮੋਰਚੇ ਦੀਆਂ ਜਿਹੜੀਆਂ ਪੰਜਾਬ ਨਾਲ ਸੰਬੰਧਿਤ ਜਥੇਬੰਦੀਆਂ ਨੇ ਉਹਨਾਂ ਨੇ ਟੈਕਨੀਕ ਦੇ ਰਾਹੀਂ ਇੱਕ ਮੀਟਿੰਗ ਕੀਤੀ ਤੇ ਉਹਦੇ ਵਿੱਚ ਫੈਸਲਾ ਕਰ ਲਿਆ ਕਿ ਦੇਖੋ ਅਸੀਂ ਨਖੇਦੀ ਕਰਦੇ ਹਾਂ, ਇਹ ਜ਼ਮਾਨਤ ਨਹੀਂ ਸੀ ਹੋਣੀ ਚਾਹੀਦੀ, ਬਹੁਤ ਮਾੜੀ ਗੱਲ ਹੈ ਜ਼ਮਾਨਤ ਹੋਈ ਹੈ। ਤੇ ਨਾਲ ਹੀ ਉਹਨਾਂ ਨੇ ਕਿਹਾ ਕਿ ਅਸੀਂ ਪ੍ਰਸ਼ਾਸਨ ਤੇ ਸਰਕਾਰ ਦੀ ਭੂਮਿਕਾ ਦੀ ਨਿੰਦਾ ਕਰਦੇ ਹਾਂ। ਫਿਰ ਉਹਨਾਂ ਨੇ ਇਹ ਵੀ ਕਹਿ ਦਿੱਤਾ ਕਿ ਸਾਡੇ ਬੰਦੇ ਜਿਨ੍ਹਾਂ ਦੇ ਉੱਤੇ ਪਰਚੇ ਆ, ਪਰਚੇ ਵਾਪਸ ਨਹੀਂ ਲੈ, ਪੁਲਿਸ ਤੰਗ ਪਰੇਸ਼ਾਨ ਕਰ ਰਹੀ ਹੈ ਕਿਸਾਨਾਂ ਨੂੰ, ਤੇ ਜੇ ਉਹ ਪਰਚੇ ਵਾਪਸ ਨਹੀਂ ਲੈ ਜਾਂਦੇ ਤਾਂ ਜਿੱਦਣ ਪ੍ਰਧਾਨ ਮੰਤਰੀ ਸਾਹਿਬ ਪੰਜਾਬ ਆਉਣਗੇ ਤਾਂ ਅਸੀਂ ਬਿਲਕੁਲ ਸ਼ਾਂਤਮਈ ਢੰਗ ਨਾਲ ਰਾਹ ਨਹੀਂ ਡੱਕਾਂਗੇ, ਸੜਕਾਂ ਦੇ ਕਿਨਾਰਿਆਂ ਦੇ ਉੱਤੇ ਖੜੇ ਹੋ ਕੇ ਪ੍ਰਧਾਨ ਮੰਤਰੀ ਸਾਹਿਬ ਦੀ ਪੰਜਾਬ ਫੇਰੀ ਦਾ ਵਿਰੋਧ ਕਰਾਂਗੇ। ਤੇ ਨਾਲ ਇਹ ਵੀ ਕਹਿ ਦਿੱਤਾ, ਉਹ ਕਹਿੰਦੇ ਜਾਂ ਤਾਂ ਪ੍ਰਧਾਨ ਮੰਤਰੀ ਸਾਹਿਬ ਦੇ ਆਉਣ ਤੋਂ ਪਹਿਲਾਂ ਸਾਨੂੰ ਇੱਕ ਟਾਈਮ ਦੇ ਦਿੱਤਾ ਜਾਵੇ ਕਿ ਇੰਨੀ ਤਰੀਕ ਇੰਨੇ ਵਜੇ ਤੱਕ ਆਹ ਕੰਮ ਜਿਹੜੇ ਕਰ ਦਿੱਤੇ ਜਾਣਗੇ, ਫਿਰ ਅਸੀਂ ਮੁੜ ਵਿਚਾਰ ਕਰ ਸਕਦੇ ਹਾਂ ਕਿ ਪ੍ਰਧਾਨ ਮੰਤਰੀ ਸਾਹਿਬ ਦੀ ਪੰਜਾਬ ਫੇਰੀ ਦਾ ਵਿਰੋਧ ਕਰਨਾ ਹੈ ਜਾਂ ਨਹੀਂ ਕਰਨਾ। ਨਹੀਂ ਦੇਖੋ, ਇਹ ਤੇ ਹੋਣਾ ਹੀ ਸੀਗਾ ਵਾਟ ਸਾਹਿਬ। ਕਾਰਨ ਇਹ ਹੈ ਨਾ ਵੀ ਹੁਣ ਜੇ ਉਹ ਚੀਜ਼ ਕਿਸੇ ਪਾਸੇ ਲੱਗੂਗੀ ਨਹੀਂ, ਤਣ ਪਤਨ ਕਿਸੇ ਲੱਗੀ ਨਹੀਂ, ਇਹ ਤੇ ਗੱਲ ਆਪਾਂ ਨੂੰ ਪਤਾ ਲੱਗ ਗਈ ਵੀ ਹੁਣ ਇੱਕੋ ਹੀ ਚੀਜ਼ ਹੋਈ ਆ ਕਿ ਵੀ ਉਹ ਜਿਹੜੇ ਕਾਨੂੰਨ ਸੀਗੇ ਉਹ ਵਾਪਸ ਲੈ ਲਏ ਜੀ। ਪਰ ਉਸ ਤੋਂ ਬਾਅਦ ਵਾਲੀਆਂ ਜਿਹੜੀਆਂ ਮੰਗਾਂ ਜਿਹਦਾ ਕਰਕੇ ਬਾਅਦ ਚ ਕਿਸਾਨ ਜਥੇਬੰਦੀਆਂ ਬੈਠੀਆਂ ਰਹੀਆਂ, ਜਿਹਦੀ ਚੋਣ ਜਿਹਦੀ ਮੀਟਿੰਗ 15 ਜਨਵਰੀ ਨੂੰ ਲਾਸਟ ਦੇ ਵਿੱਚ ਹੋਈ ਹੈ ਜੀ, ਉਹ ਐਜ਼ ਇਟ ਇਜ਼ ਨੇ। ਪਰ ਜੇ ਦੂਸਰੇ ਪਾਸੇ ਦੇਖਿਆ ਜਾਵੇ ਤੇ ਹੌਲੀ ਹੌਲੀ ਮੈਨੂੰ ਲੱਗਦਾ ਵੀ ਬੀਜੇਪੀ ਵੱਲੋਂ ਵੀ ਕੋਸ਼ਿਸ਼ ਕੀਤੀ ਜਾ ਰਹੀ ਵੀ ਯਾਰ ਜਿਹੜੀਆਂ ਹਵਾਵਾਂ ਫਿਜ਼ਾਵਾਂ ਨੇ ਨਾ, ਅਫਵਾਹਾਂ ਨੇ ਜੀ, ਉਹਨਾਂ ਨੂੰ ਆਪਾਂ ਦੂਰ ਕਰ ਲਈਏ। ਵਾਹਵਾ ਚਿਰ ਗੱਲ ਚੱਲਦੀ ਹੈ ਨਾ ਵੀ ਤੁਸੀਂ ਦੇਖੋ ਇਲੈਕਸ਼ਨਾਂ ਹੀ ਡੀਕਦੇ ਆ, ਇਹ ਬੀਜੇਪੀ ਵਾਲਿਆਂ ਨੇ ਫਿਰ ਲੈ ਆਉਣੇ 3 ਦੇ 3 ਕਾਨੂੰਨ। ਉਹਦੇ ਲਈ ਹੁਣ ਫਾਈਨਲੀ ਖੇਤੀਬਾੜੀ ਮੰਤਰੀ ਤੋਮਰ ਸਾਹਿਬ ਉਹਨਾਂ ਨੇ ਰਾਜ ਸਭਾ 'ਚ ਲਿਖਤੀ ਕਹਿਤੀ ਗੱਲਬਾਤ। ਪੁੱਛਿਆ ਕਰ ਉਹਨੂੰ, ਕਹਿੰਦੇ ਵੀ ਮਹਾਰਾਜ ਇੱਦਾਂ ਦੀ ਗੱਲ ਸੁਣਦੇ ਆ, ਖੜਗੇ ਸਾਹਿਬ ਨੇ ਪੁੱਛ ਲਿਆ, ਉਹ ਕਹਿੰਦੇ ਜੀ ਸੁਣਦੇ ਆ ਵੀ ਦੁਬਾਰਾ ਤੁਸੀਂ ਲੈ ਆਉਣੇ ਕਾਨੂੰਨ। ਉਹ ਕਹਿੰਦੇ ਨਹੀਂ, ਇੱਦਾਂ ਦੀ ਗੱਲ ਕੋਈ ਨਹੀਂ, ਜਿਹੜੇ ਵੀ ਕਾਨੂੰਨ ਅਸੀਂ ਲਿਆਂਦੇ ਸੀ ਉਹ ਬਾਕਾਇਦਾ, ਕਿਉਂਕਿ ਪਿਛਲੀ ਵਾਰ ਉਹ ਸੈਸ਼ਨ ਜੁੜਿਆ, ਸੈਸ਼ਨ ਤੋਂ ਬਾਅਦ ਆਪਾਂ ਨੂੰ ਕਾਨੂੰਨੀ ਪ੍ਰਕਿਰਿਆ ਦੇ ਤਹਿਤ ਵਾਪਸ ਲੈ ਲਿਆ ਤੇ ਹੁਣ ਸਾਡਾ ਕੋਈ ਇਰਾਦਾ ਨਹੀਂ ਵੀ ਉਹ ਕਾਨੂੰਨ ਵਾਪਸ ਆਉਣ। ਨਹੀਂ, ਇਹ ਚੰਗਾ ਕੀਤਾ ਤੋਮਰ ਸਾਹਿਬ ਨੇ ਕਹਿ ਦਿੱਤਾ, ਕਿਉਂਕਿ ਬਹੁਤ ਵੱਡਾ ਤੌਖਲਾ ਸੀ। ਵਿਰੋਧੀ ਪਾਰਟੀਆਂ ਦੇ ਵਿੱਚੋਂ ਖਾਸ ਤੌਰ ਦੇ ਉੱਤੇ ਕਈ ਮੈਂਬਰ ਪਾਰਲੀਮੈਂਟ ਇਹ ਗੱਲ ਕਰਦੇ ਸੀ ਕਿ ਕਾਨੂੰਨ ਮੁੜੇ ਆਉਣੇ ਆ, ਤੁਸੀਂ ਵਿਧਾਨ ਸਭਾ ਦੀਆਂ ਚੋਣਾਂ ਨਿਬੜਨ ਦਿਓ। ਜੇ ਤੋਮਰ ਸਾਹਿਬ ਨੇ ਲਿਖਤੀ ਜਵਾਬ ਦੇ ਦਿੱਤਾ ਤਾਂ ਔਨ ਰਿਕਾਰਡ ਹੋ ਗਿਆ, ਤੇ ਜਦੋਂ ਔਨ ਰਿਕਾਰਡ ਹੋ ਗਿਆ ਤਾਂ ਫਿਰ ਉਹਦੇ ਤੋਂ ਪਿਛਾਂਹ ਹਟਣਾ ਜਿਹੜਾ ਉਹ ਥੋੜਾ ਜਿਹਾ ਔਖਾ ਹੋ ਜਾਂਦਾ ਹੈ। ਬਾਕੀ ਸੰਧਾਲੀਆ ਸਾਹਿਬ ਉਮੀਦ ਕਰਨੀ ਚਾਹੀਦੀ ਹੈ, ਕਿਉਂਕਿ ਚਲੋ ਠੀਕ ਹੈ, ਦੁਬਾਰਾ ਹੀਅਰਿੰਗ ਦੀ ਐਪਲੀਕੇਸ਼ਨ ਵੀ ਪਾਤੀ ਹੈ ਆਸ਼ੀਸ਼ ਮਿਸ਼ਰਾ ਵਾਲੇ ਮਸਲੇ ਦੇ ਉੱਤੇ। ਇਹਦੇ ਤੋਂ ਇਲਾਵਾ ਉੱਤਰ ਪ੍ਰਦੇਸ਼ ਦੇ ਵਿੱਚ ਕਿਉਂਕਿ ਚੋਣਾਂ ਤੇ ਲਖੀਮਪੁਰ ਵਾਲਾ ਇਲਾਕਾ ਜਿਹੜਾ ਹੈ ਜਿੱਥੋਂ ਅਜੇ ਮਿਸ਼ਰਾ ਹੋਰਾਂ ਦੀ ਜਿਹੜੀ ਕੌਂਸਟੀਚੁਐਂਸੀ ਹੈ ਉਹ 'ਚ ਅਗਲੇ ਪੜਾਅ ਦੇ ਵਿੱਚ ਹੁਣ ਵੋਟਾਂ ਪੈਣ ਵਾਲੀਆਂ 15 ਕੁ ਦਿਨਾਂ ਦੇ ਬਾਅਦ ਹੈ। ਤੇ ਬਹੁਤੇ ਲੋਕਾਂ ਨੂੰ ਲੱਗਦਾ ਕਿ ਸ਼ਾਇਦ ਉਸ ਇਲਾਕੇ ਦੇ ਵਿੱਚ ਵੋਟਰਾਂ ਨੂੰ ਪ੍ਰਭਾਵਿਤ ਕਰਨ ਦੇ ਲਈ ਸ਼ਾਇਦ ਇਹ ਕੰਮ ਕੀਤਾ ਗਿਆ, ਕਿਉਂਕਿ ਅਦਾਲਤ ਨੇ ਕੀਤਾ, ਅਸੀਂ ਉਹਦੇ ਵਿੱਚ ਕੋਈ ਟਿੱਪਣੀ ਨਹੀਂ ਕਰਨਾ ਚਾਹੁੰਦੇ। ਪਰ ਇਹ ਮਸਲਾ ਭਖ ਜਾਣਾ ਹੈ। ਕਰਨਾਲ ਦੇ ਵਿੱਚ, ਹਰਿਆਣੇ 'ਚ ਪ੍ਰਦਰਸ਼ਨ ਹੋਏ ਆ ਕਿ ਆਸ਼ੀਸ਼ ਮਿਸ਼ਰਾ ਨੂੰ ਜ਼ਮਾਨਤ ਕਿਉਂ ਦਿੱਤੀ ਗਈ, ਧਰਨਾ ਪ੍ਰਦਰਸ਼ਨ ਕੀਤਾ ਕਿਸਾਨਾਂ ਨੇ। ਉੱਤਰ ਪ੍ਰਦੇਸ਼ ਦੀਆਂ ਬਹੁਤ ਸਾਰੀਆਂ ਜਥੇਬੰਦੀਆਂ ਨੇ ਵੀ ਇਸ ਗੱਲ ਦਾ ਵਿਰੋਧ ਕੀਤਾ ਕਿ ਭਾਈ ਆਹ ਕੰਮ ਨਹੀਂ ਸੀ ਹੋਣਾ ਚਾਹੀਦਾ। ਹੁਣ ਆਉਣ ਵਾਲੇ ਦਿਨਾਂ 'ਚ ਮਾਣਯੋਗ ਅਦਾਲਤ ਇਸ ਮੁੱਦੇ ਦੇ ਉੱਤੇ ਕੀ ਕੋਈ ਫੈਸਲਾ ਲੈਂਦੇ ਆ, ਦੁਬਾਰਾ ਜਿਹੜੀ ਸੁਣਵਾਈ ਦੀ ਅਰਜ਼ੀ ਦਿੱਤੀ ਹੈ ਉਹਦੇ ਉੱਤੇ ਕੁਝ ਕਹਿੰਦੇ ਆ, ਉਹ ਤਾਂ ਬਾਅਦ ਦੀ ਗੱਲ ਹੈ। ਹਾਂ, ਇੱਕ ਗੱਲ ਥੋੜੀ ਜਿਹੀ ਪੂਰੀ ਦੁਨੀਆ ਦੇ ਲਈ ਸੰਧਾਲੀਆ ਸਾਹਿਬ ਚਿੰਤਤ ਕਰਨ ਵਾਲੀ ਹੈਗੀ ਹੈ। ਉਹ ਚਿੰਤਤ ਕਰਨ ਵਾਲੀ ਹੈ ਕਿ ਇੱਕ ਪਾਸੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਸਾਹਿਬ ਜਿਹੜੇ ਨੇ ਉਹਨਾਂ ਨੇ ਕਿਹਾ ਜੀ ਅਮਰੀਕਾ ਤਾਂ ਸਾਨੂੰ ਵਰਤਦਾ ਹੀ ਰਿਹਾ, ਸਾਡੇ ਸਾਧਨ ਵਰਤੇ, ਸਾਰਾ ਕੁਝ ਕੀਤਾ, ਚੀਨ ਅਸਲ ਮਿੱਤਰ ਹੈ, ਚੀਨ ਵਰਗਾ ਮਿੱਤਰ ਕੋਈ ਨਹੀਂ ਹੋ ਸਕਦਾ। ਇਹ ਇਮਰਾਨ ਖਾਨ ਸਾਹਿਬ ਦਾ ਆਪਦਾ ਬਿਆਨ ਹੈ। ਹੁਣ ਭਾਰਤ ਵਿਚਾਲੇ ਬੈਠਾ ਹੈ, ਇੱਕ ਪਾਸੇ ਪਾਕਿਸਤਾਨ ਹੈ, ਦੂਜੇ ਪਾਸੇ ਚੀਨ ਹੈ। ਤੇ ਜੇ ਚੀਨ ਹੈ ਤੇ ਚੀਨ ਦਾ ਮਤਲਬ ਹੈ ਕਿ ਬੰਗਲਾਦੇਸ਼ ਦੇ ਵਿੱਚ ਵੀ ਉਹਦਾ ਇਸ ਵੇਲੇ ਬਹੁਤ ਵਧੀਆ, ਸ਼੍ਰੀਲੰਕਾ 'ਚ ਵੀ ਵਧੀਆ, ਮਾਲਦੀਵ 'ਚ ਵੀ ਵਧੀਆ, ਮੌਰੀਸ਼ੀਅਸ ਦੇ ਵਿੱਚ ਵੀ ਵਧੀਆ, ਭੂਟਾਨ ਦੇ ਵਿੱਚ ਵੀ ਵਧੀਆ, ਸੁਖਨਾ ਨੇਪਾਲ 'ਚ ਵੀ ਵਧੀਆ। ਯਾਨੀ ਆਉਣ ਵਾਲੇ ਦਿਨਾਂ ਦੇ ਵਿੱਚ ਕੋਈ ਕੁੜੱਤਣ ਨਾ ਪੈਦਾ ਹੋਵੇ ਸੰਬੰਧਾਂ ਦੇ ਵਿੱਚ, ਅਸੀਂ ਇਸ ਗੱਲ ਦੀ ਉਮੀਦ ਕਰਦੇ ਹਾਂ। ਦੂਸਰਾ, ਉਧਰਲੇ ਪਾਸੇ ਜਿਸ ਤਰੀਕੇ ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਸਾਹਿਬ ਨੇ ਕਿਹਾ ਕਿ ਭਾਈ ਜਿੰਨੀ ਛੇਤੀ ਹੋ ਸਕਦਾ ਯੂਕਰੇਨ ਦੇ ਵਿੱਚੋਂ ਸਾਰੇ ਬੰਦੇ ਬਾਹਰ ਆ ਜਾਓ ਅਮਰੀਕਾ ਦੇ, ਕਿਉਂਕਿ ਉਹ ਕਹਿੰਦੇ ਜੇ ਸਾਡੀਆਂ ਫੌਜਾਂ ਦਾ ਉਧਰਲੇ ਪਾਸੇ ਨੂੰ ਤੁਰਨ ਦਾ ਭਾਵ ਹੈ ਕਿ ਵਿਸ਼ਵ ਯੁੱਧ ਲੱਗ ਸਕਦਾ। ਤੇ ਉਹਨਾਂ ਇਹ ਵੀ ਕਿਹਾ ਕਿ ਜਿਹੜੀ ਉਹਦੀ ਰਾਜਧਾਨੀ ਹੈ ਯੂਕਰੇਨ ਦੀ ਕੀਵ, 48 ਘੰਟਿਆਂ ਤੋਂ ਪਹਿਲਾਂ ਰੂਸ ਦੇ ਟੈਂਕ ਜਿਹੜੇ ਆ ਉਹ ਯੂਕਰੇਨ ਦੀ ਰਾਜਧਾਨੀ ਤੱਕ ਕੱਪੜ ਸਕਦੇ ਆ। ਸੰਧਾਲੀਆ ਸਾਹਿਬ, ਜਿਸ ਤਰੀਕੇ ਨਾਟੋ ਦੀਆਂ ਫੌਜਾਂ ਤਿਆਰ ਹੋ ਰਹੀਆਂ, USA ਦੇ ਪ੍ਰੈਜ਼ੀਡੈਂਟ ਨੇ ਬਿਆਨ ਦਿੱਤਾ, ਉਧਰਲੇ ਪਾਸੇ ਅਭਿਆਸ ਸ਼ੁਰੂ ਕਰ ਦਿੱਤਾ ਇਹਨਾਂ ਨੇ ਬੇਲਾਰੂਸ ਦੀ ਫੌਜ ਦੇ ਨਾਲ, ਰੂਸ ਦੀ ਫੌਜ ਦੇ ਨਾਲ।
ਉਹਦੇ ਤੋਂ ਲੱਗਦਾ ਕਿ ਭਾਈ ਦੁਨੀਆ ਖਤਰੇ ਦੇ ਕੰਢੇ ਤੇ ਹੈ, ਥੋੜਾ ਜਿਹਾ ਉਧਰਲੇ ਪਾਸੇ ਵੀ ਧਿਆਨ ਰੱਖ ਕੇ ਚੱਲਣਾ ਚਾਹੀਦਾ, ਕਿਉਂਕਿ ਜੇ ਤਾਂ ਵੇਲੇ ਸਿਰ ਕੰਮ ਰੋਕ ਲਿਆ ਠੀਕ ਹੈ, ਕਿਉਂਕਿ ਆਪਾਂ ਨੂੰ ਪਤਾ ਹੈ ਕਿ ਐਤਕੀ ਦੀ ਤਬਾਹੀ ਉਦਾਂ ਦੀ ਤਬਾਹੀ ਨਹੀਂ ਹੋਣੀ ਕਿ ਵੇਲੇ ਸਿਰ ਅਸੀਂ ਪੈਰਾਂ ਤੇ ਆ ਜਾਈਏ। ਨਹੀਂ, ਬੜਾ ਜ਼ਰੂਰੀ ਆ, ਪਰ ਦੇਖੋ ਹੁਣ ਤੇ ਆਸ ਹੀ ਕਰ ਸਕਦੇ ਹਾਂ ਵੀ ਇਹ ਸਾਰੇ ਕੁਝ ਦੇ ਵਿੱਚ ਸਮਝਦਾਨੀਆਂ ਜਿਹੜੀਆਂ ਉਹ ਕੰਮ ਕਰਨ। ਤੇ ਮੈਨੂੰ ਲੱਗਦਾ ਹੁੰਦਾ ਵੀ ਆਪਾਂ ਅੱਗੇ ਵੀ ਬੜੀ ਵਾਰਾਂ ਜ਼ਿਕਰ ਕੀਤਾ ਵੀ ਯਾਰ ਇਹੋ ਜਿਹੇ ਮੌਕੇ ਤੇ ਨਾ ਸਿਰਫ ਸਿਰਾਂ ਨੂੰ ਜੋੜਨ ਦੀ ਲੋੜ ਹੈ। ਹੁਣ ਤੁਸੀਂ ਦੇਖੋ ਇਲੈਕਸ਼ਨਾਂ ਨੇ ਉਹਦਾ ਕਰਕੇ ਮੁੱਦਾ ਜਾਂ ਕਿਵੇਂ ਮੁੱਦਾ, ਉਹ ਕਰਨਾਟਕਾ ਦੇ ਹਜਾਬ ਵਾਲਾ ਮਸਲਾ, ਉਸ ਤੋਂ ਬਾਅਦ ਹਾਈ ਕੋਰਟ ਨੇ ਜੋ ਫੈਸਲਾ ਦਿੱਤਾ ਉਹੀ ਮਸਲਾ ਸੁਪਰੀਮ ਕੋਰਟ ਤੱਕ ਅੱਪੜ ਗਿਆ। ਹੁਣ ਚਲੋ ਮਾਣਯੋਗ ਅਦਾਲਤ ਨੇ ਕਿਹਾ ਵੀ ਟਾਈਮ ਆਉਣ ਤੇ ਆਪਾਂ ਇਹਦੇ 'ਤੇ ਸੁਣਵਾਈ ਕਰ ਲਵਾਂਗੇ, ਪਰ ਹਾਂ ਇਹ ਸਾਰਾ ਕੁਝ ਜੋ ਕੁਝ ਵੀ ਹੈਗਾ ਇਹ ਪੂਰੇ ਦੇਸ਼ 'ਚ ਨਹੀਂ ਫੈਲਣਾ ਚਾਹੀਦਾ। ਪਰ ਉਹ ਨਹੀਂ ਫੈਲਣਾ ਚਾਹੀਦਾ ਅਦਾਲਤ ਨੇ ਤਾਂ ਕਿਹਾ, ਪਰ ਯੂਪੀ ਜਿੱਥੇ ਇਲੈਕਸ਼ਨ ਆ ਉੱਥੇ ਗੱਲ ਚੱਲ ਵੀ ਪਈ ਉਹੀ। ਸੰਧਾਲੀਆ ਸਾਹਿਬ, ਇੱਥੇ ਨਾ ਆਮ ਲੋਕਾਂ ਦੀ ਬਹੁਤ ਵੱਡੀ ਡਿਊਟੀ ਹੈ, ਕਿਉਂਕਿ ਰੌਲਾ ਇਹ ਹੈ ਕਿ ਧਾਰਮਿਕ ਲਿਬਾਸ ਪਾ ਕੇ ਆਪਾਂ ਜਾ ਸਕਦੇ ਹਾਂ ਕਿ ਨਹੀਂ, ਉਹ ਇੱਕ ਵੱਖਰਾ ਮੁੱਦਾ। ਜੇ ਕੋਈ ਜਾਂਦਾ ਤੇ ਕਿਸੇ ਦੂਸਰੇ ਦੀ ਹਿੰਮਤ ਕਿੱਦਾਂ ਪੈਂਦੀ ਆ ਉਧਰਲੇ ਪਾਸੇ ਉਂਗਲੀ ਕਰਨ ਦੀ, ਕੋਈ ਗੱਲ ਕਹਿਣ ਦੀ। ਤੀਸਰੀ ਗੱਲ ਇਹ ਹੈ ਕਿ ਸੋਸ਼ਲ ਮੀਡੀਆ ਜਦੋਂ ਵੀ ਇਸ ਮਸਲੇ ਦੇ ਨਾਲ ਸੰਬੰਧਿਤ ਕੋਈ ਵੀ ਵੀਡੀਓ, ਕੋਈ ਵੀ ਜਾਣਕਾਰੀ ਤੁਹਾਡੇ ਕੋਲ ਆਵੇ, ਉਹਨੂੰ ਕਾਹਲੀ ਨਾ ਕਰਿਓ ਅੱਗੇ ਫੈਲਾਉਣ ਦੀ, ਕਾਹਲੀ ਨਾ ਕਰਿਓ ਉਹਦੇ ਉੱਤੇ ਯਕੀਨ ਕਰਨ ਦੀ। ਉਹਨੂੰ ਪਹਿਲਾਂ ਪੜ੍ਹੋ, ਉਹਨੂੰ ਪਹਿਲਾਂ ਦੇਖੋ, ਉਹਨੂੰ ਪਹਿਲਾਂ ਵੈਰੀਫਾਈ ਕਰੋ, ਉਹਦੇ ਤੋਂ ਬਾਅਦ ਅੱਗੇ ਤੋਰਨ ਦੀ ਕੋਸ਼ਿਸ਼ ਕਰਿਓ, ਕਿਉਂਕਿ ਇਹ ਜਿਹੜੀ ਧਰਮ ਦੇ ਆਧਾਰ ਦੇ ਉੱਤੇ ਵੰਡਣ ਦੀ ਅੱਗ ਹੈ ਨਾ, ਇਹ ਆਪਾਂ 47 'ਚ ਵੀ ਦੇਖੀ ਹੈ, ਉਹਦੇ ਤੋਂ ਪਹਿਲਾਂ ਵੀ ਦੇਖੀ ਹੈ, ਉਹਦੇ ਤੋਂ ਬਾਅਦ ਵੀ 47 ਤੋਂ ਬਾਅਦ ਵੀ ਕਈ ਵਾਰੀ ਦੇਖੀ ਹੈ, ਤੇ ਇਹਦੇ ਜ਼ਖਮ ਛੇਤੀ ਭਰਦੇ ਨਹੀਂ ਹੁੰਦੇ। ਇਸ ਕਰਕੇ ਆਮ ਲੋਕਾਂ ਦੀ ਡਿਊਟੀ ਜਿਹੜੀ ਹੈ, ਖਾਸ ਤੌਰ ਦੇ ਉੱਤੇ ਸੋਸ਼ਲ ਮੀਡੀਆ ਵਰਤਣ ਵਾਲਿਆਂ ਦੀ, ਅੱਜ ਦੇ ਸਮੇਂ 'ਚ ਬਹੁਤ ਵੱਡੀ ਹੈ ਕਰਨਾਟਕ ਵਾਲੇ ਮੁੱਦੇ ਤੇ। ਹਾਂ, ਨਹੀਂ ਇਹ ਬੜਾ ਜ਼ਰੂਰੀ ਆ, ਕਿਉਂਕਿ ਕਾਰਨ ਇਹ ਆ ਵੀ ਹੁਣ ਤਾਂ ਅਵੇਅਰਨੈਸ ਤਾਂ ਵੈਸੇ ਆ ਗਈ ਵੀ ਜਦੋਂ ਕਿ ਵੀ ਤੇ ਇਲੈਕਸ਼ਨ ਦੀ ਗੱਲ ਹੁੰਦੀ ਉਦੋਂ ਇਹੋ ਜਿਹਾ ਮੁੱਦਾ ਜ਼ਰੂਰ ਨਿਕਲਦਾ ਜੀ, ਜਦੋਂ ਇਲੈਕਸ਼ਨ ਮੁੱਕ ਜਾਂਦੀ ਫਿਰ ਮੁੱਦਾ ਵੀ ਮੁੱਕ ਜਾਂਦਾ ਹੈ ਨਾ। ਇਸ ਕਰਕੇ ਆਪਾਂ ਇਹਨੂੰ ਇਦਾਂ ਹੀ ਮੰਨ ਕੇ ਚੱਲੀਏ ਵੀ ਸ਼ਾਇਦ ਜੇ ਇਹ ਮੁੱਦਾ ਬਣਿਆ ਜਾਂ ਬਣਾਇਆ ਗਿਆ ਤੇ ਇਲੈਕਸ਼ਨ ਤੱਕ ਹੀ ਆ, ਉਹਦਾ ਕੋਈ ਵੈਸੇ ਲਿੰਕ ਹੈ ਨਹੀਂ ਕਿਸੇ ਨਾਲ। ਜੀ, ਨਹੀਂ ਮੰਨ ਕੇ ਚੱਲਣਾ ਚਾਹੀਦਾ, ਕਿਉਂਕਿ ਬਾਅਦ ਵਿੱਚ ਮੁੱਕੇ ਨਾ ਮੁੱਕੇ ਘੱਟੋ ਘੱਟ ਸੰਦੂਕ ਜ਼ਰੂਰ ਰੱਖ ਦਿੱਤਾ ਜਾਂਦਾ ਕਿ ਅਗਲੀ ਵਾਰੀ ਕੱਢਾਂਗੇ ਚੰਡੀਗੜ੍ਹ। ਚਲਿਏ, ਬਹੁਤ ਸ਼ੁਕਰੀਆ ਜੀ। ਲਓ ਜੀ, ਫਿਰ ਇਹਦੇ ਨਾਲ ਹੀ ਇਸ ਪ੍ਰੋਗਰਾਮ ਨੂੰ ਇੱਥੇ ਸਮਾਪਤ ਕਰਦੇ ਹਾਂ। ਤੁਸੀਂ ਲਾਈਕ ਕਰਦੇ ਹੋ, ਸ਼ੇਅਰ ਕਰਦੇ ਹੋ, ਉਹਦੇ ਲਈ ਬੜੇ ਧੰਨਵਾਦੀ ਹਾਂ। ਦੇਖਦੇ ਰਹਿਣਾ ਪ੍ਰਾਈਮ ਏਸ਼ੀਆ TV, ਤੁਹਾਡਾ ਆਪਣਾ, ਤੁਹਾਡੇ ਲਈ।